ਲਓ ਜੀ, ਇੱਕ ਵਾਰ ਫਿਰ ਤੋਂ ਹਾਜ਼ਰੀ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਕੱਲ ਵੀ ਇਸ ਵੇਲੇ ਫੋਕਸ ਦੇ ਟਾਈਮ ਦੇ ਉੱਪਰ ਬੈਠੇ ਸੀ ਅਸੀਂ, ਪਰ ਕੱਲ ਇਸ ਵਕਤ ਚੱਲਦਾ ਪਿਆ ਸੀਗਾ ਕੈਨੇਡਾ ਇਲੈਕਸ਼ਨ ਦਾ ਰਿਜ਼ਲਟ। ਸੋ ਵੀ ਉਦੋਂ ਮਾਹੌਲ ਚਾਲ ਹੋਰ ਸੀਗਾ, ਅੱਜ ਮਾਹੌਲ ਚਾਲ ਵੱਖਰਾ। ਪਰ ਇਹ ਨਹੀਂ ਕਿ ਆਪਾਂ ਕੱਲ੍ਹ ਵਾਲੀ ਗੱਲ ਕਰਨੀ ਨਹੀਂ, ਉਹ ਵੀ ਕਰਾਂਗੇ, ਪੰਜਾਬ ਦੀਆਂ ਵੀ ਕਰਾਂਗੇ। ਵੀਰ ਪਰਮੀਰ ਬਾਠ ਹੋਰੀ ਆਪਣੇ ਨਾਲ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਠੀਕ ਠਾਕ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਿਹਤਾਂ ਕਿੱਦਾਂ? ਸਿਹਤਾਂ ਕਾਇਮ ਆ, ਬੱਲ ਆ ਭਾਈ। ਟਰੂਡੋ ਸਾਹਿਬ ਦਾ ਫੋਨ ਨਹੀਂ ਆਇਆ ਫਿਰ? ਨਹੀਂ, ਉਹ ਮੈਂ ਤਾਂ ਦੇਖਿਆ ਕਿਉਂਕਿ ਮੈਨੂੰ ਅੰਗਰੇਜ਼ੀ ਥੋੜ੍ਹੀ ਆਉਂਦੀ ਆ। ਮੈਂ ਕਿਹਾ ਭਰਾ ਹੈਗਾ ਸੈਗਰੀ ਕੀ ਸੀ ਕੱਲ, ਆਹੋ ਨਹੀਂ, ਹੈ ਨਾ। ਮੈਂ ਤੇ PhD ਕੀਤੀ ਅੰਗਰੇਜ਼ੀ 'ਚ। ਨਹੀਂ, ਉਹ ਵੈਸੇ ਜਿੱਥੋਂ ਉਹਨਾਂ ਨੇ ਸ਼ੁਰੂ ਕਰਨਾ ਉਹ Z ਤੋਂ ਗਾਂਹ ਸ਼ੁਰੂ ਹੁੰਦੀ ਅੰਗਰੇਜ਼ੀ। ਆਪਣੇ ਵਾਲੇ ਤੇ ਪੜ੍ਹਾਈ ਆਪਾਂ ਨੂੰ Z ਤੱਕ ਹੈ ਨਾ, ਵੀ ਉਦੋਂ ਅੱਗੇ ਕਾਕਾ ਉਹ ਫਿਰ ਕਹਿੰਦੇ ਬਾਕੀ ਗੋਰਿਆਂ ਲਈ। ਹਾਂ ਨਹੀਂ, ਉਹ ਮੈਨੂੰ ਤਾਂ ਇਹ ਵੀ ਸੀ ਕਿ ਜੇ ਕਿਤੇ ਭੁੱਲ ਭੁਲੇਖਾ ਆ ਗਿਆ ਯੈਸ ਨੋ ਕਰ ਦਿਆਂਗੇ ਆਪਾਂ ਨਾ। ਹਾਂ ਉਹ ਜਾਂ ਉਹਨਾਂ ਨੂੰ ਕਹਿਣਾ ਸਾਂਝਾ ਫੋਨ ਕਰੋ, ਅਸੀਂ ਰਲਾ ਮਿਲਾ ਕੇ ਤਾਂ ਅਸੀਂ ਸਾਰੇ ਪਾਸੇ ਚਲਾ ਲਈ ਹੈ ਨਾ। ਵੀ ਮਤਲਬ ਜੇ ਸਪੀਕਰ ਤੇ ਹੋਊਗਾ ਫਿਰ ਗੱਲ ਕਰ ਲਓ, ਹੈ ਨਾ। ਚਲੋ ਇਹ ਤਾਂ ਵਧੀਆ ਹੋ ਗਿਆ ਵੀ ਜੋ ਵੀ ਸੀਗਾ ਉਸ ਹਿਸਾਬ ਨਾਲ ਕੰਮ ਚੱਲ ਪਿਆ। ਪਰ ਕੁੱਲ ਮਿਲਾ ਕੇ ਥੋੜ੍ਹਾ ਜਿਹਾ ਕੈਨੇਡਾ ਦੇ ਫੈਡਰਲ ਇਲੈਕਸ਼ਨਾਂ ਦੇ ਰਿਜ਼ਲਟ ਦੀ ਗੱਲ ਕਰੀਏ ਤੇ ਟਰੂਡੋ ਸਾਹਿਬ ਨੂੰ ਕੁਝ ਲੋਕ ਕਹਿੰਦੇ ਆ ਵੀ ਹਾਂਜੀ ਜੋ ਉਹਨੇ ਕੰਮ ਕੀਤਾ ਲੋਕਾਂ ਨੇ ਉਸ ਦੇ ਕੰਮ ਦੇ ਹਿਸਾਬ ਨਾਲ ਉਹਨੂੰ ਵੋਟਾਂ ਪਾਈਆਂ। ਕੁਝ ਲੋਕ ਇਸ ਚੀਜ਼ ਦੇ ਉੱਪਰ ਇਤਰਾਜ਼ ਕਰਦੇ ਵੀ ਜੈਸੇ ਥੇ ਵਾਲੀ ਸਿਚੁਏਸ਼ਨ ਦੇ ਵਿੱਚ ਫਿਰ ਆ ਗਏ। ਦੇਖੋ ਸੰਧਾਲੀਆ ਸਾਹਿਬ, 338 ਦੇ ਵਿੱਚੋਂ ਜੇ 170 ਮਿਲਦੀਆਂ ਤਾਂ ਬਹੁਮਤ ਸੀ। ਬਹੁਮਤ ਹੀ ਟਰੂਡੋ ਸਾਹਿਬ ਮੰਗਦੇ ਸੀ, ਪਰ ਉਹ ਮਿਲਿਆ ਨਹੀਂ। ਪਰ ਪਿਛਲੇ 2 ਸਾਲਾਂ ਦੇ ਵਿੱਚ ਕਿਉਂਕਿ ਕੋਵਿਡ ਆ ਗਿਆ, ਸਥਿਤੀਆਂ ਬਿਲਕੁਲ ਅਜੀਬੋ-ਗਰੀਬ ਸੀ। ਇਹਦੇ ਬਾਵਜੂਦ ਵੀ ਪਿਛਲੀ ਵਾਰੀ ਦੇ ਨਾਲੋਂ ਜੇ ਇੱਕ ਸੀਟ ਉਹਨਾਂ ਨੂੰ ਵੱਧ ਮਿਲ ਗਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਲੋਕਾਂ ਦਾ ਵਿਸ਼ਵਾਸ ਗਵਾਇਆ ਨਹੀਂ। ਜੇ ਬਣਾਇਆ ਨਹੀਂ ਤਾਂ ਗਵਾਇਆ ਵੀ ਨਹੀਂ। ਜਦ ਕਿ ਵਿਰੋਧੀ ਧਿਰਾਂ ਜਿਹੜੀਆਂ, ਕਿਉਂਕਿ ਚਲੋ ਲੋਕਤੰਤਰ ਹੈ, ਵਿਰੋਧੀ ਧਿਰਾਂ ਨੇ ਤਾਂ ਕਹਿਣਾ ਹੁੰਦਾ ਕਿ ਇਹਨਾਂ ਨੇ ਸਰਕਾਰ ਠੀਕ ਨਹੀਂ ਚਲਾਈ, ਪਰ ਜੋ ਲੋਕਾਂ ਦਾ ਇਸ ਲਈ ਵੋਟ ਪਾਉਣ ਤੋਂ ਬਾਅਦ ਰੁਝਾਨ ਸਾਹਮਣੇ ਆਇਆ ਹੈ ਕਿ ਜੇ ਠੀਕ ਨਹੀਂ ਚਲਾਈ ਤਾਂ ਗਲਤ ਵੀ ਨਹੀਂ ਚਲਾਈ। ਪ੍ਰਧਾਨ ਮੰਤਰੀ ਲਗਾਤਾਰ ਤੀਸਰੀ ਵਾਰੀ ਟਰੂਡੋ ਸਾਹਿਬ ਹੀ ਹੋਣਗੇ। ਹਾਂ, ਮਤਲਬ ਜੈਸੇ ਇੱਥੇ ਵਾਲੀ ਸਿਚੁਏਸ਼ਨ ਹੋ ਗਈ। ਹਾਂ, ਪਰ ਇੰਨੀ ਗੱਲ ਹੈਗੀ ਆ, ਹੁਣ ਵੀ ਮੇਰਾ ਖਿਆਲ ਕਈ ਬੰਦੇ ਇਹ ਜ਼ਿਕਰ ਕਰਦੇ ਆ ਵੀ ਯਾਰ ਜੇ ਪਹਿਲਾਂ ਵੀ ਇਦਾਂ ਦੀ ਸਰਕਾਰ ਸੀ ਹੁਣ ਵੀ ਉਦਾਂ ਦੀ, ਇਹਦੇ ਫਿਰ ਫਰਕ ਹੀ ਪਿਆ ਜੀ। ਮੈਨੂੰ ਲੱਗਦਾ ਫਰਕ ਸਿਰਫ ਇੰਨਾ ਕਿ ਪਿਆ ਵੀ ਜਿੱਦਾਂ ਭਲਵਾਨ ਘੁਲਦੇ ਹੁੰਦੇ ਤੇ ਇੱਕ ਨਾਲ ਸਾਹ ਜਾ ਲਿਆ ਗਿਆ। ਹੁਣ ਜਿਹੜਾ ਉਹਨਾਂ ਨੂੰ ਇਹ ਧੁੜਕੂ ਹੋਣਾ ਵੀ 2-3 ਮਹੀਨੇ ਕੋ ਫਿਰ ਵਿੱਚ ਲੱਤ ਡਾਊਗਾ, ਉਹ ਕੰਮ ਨਹੀਂ ਹੋਣਾ। ਹੁਣ ਟਾਈਮ ਨਿਕਲ ਜੂਗਾ। ਬਾਕੀ ਪਾਰਟੀਆਂ ਦਾ ਵੀ ਇਦਾਂ ਨਾ, ਹੁਣ ਉਹਨਾਂ ਨੇ ਵੀ ਨਵੇਂ ਸਿਰੋਂ ਆਪਣੀਆਂ ਘਾੜਤਾਂ ਘੜਨੀਆਂ। ਤੇ ਇੰਨੀ ਗੱਲ ਜ਼ਰੂਰ ਆ ਕਿ ਇਮੀਗ੍ਰੇਸ਼ਨ ਦੇ ਪੱਖ ਤੋਂ ਜਾਂ ਬਾਕੀ ਜੋ ਕੁਝ ਪਿਛਲੇ 2 ਸਾਲ ਤੋਂ ਟਰੂਡੋ ਹੋਰਾਂ ਨੇ ਸ਼ੁਰੂ ਕੀਤਾ ਸੀ, ਉਹਨਾਂ ਨੂੰ ਹੀ ਉਹ ਗਤੀ ਦੇ ਨਾਲ ਦੇਣਗੇ, ਅਗਲੇ ਪਾਸੇ ਨੂੰ ਤੇਜ਼ ਕਰਨਗੇ। ਸੋ ਜਿਹੜੇ ਭਾਈ ਪੰਜਾਬ ਦੇ ਵਿੱਚ ਬੈਠੇ ਸੀ, ਇਹਨਾਂ ਨੂੰ ਲੱਗਦਾ ਸੀ ਕਿ ਵੋਟਾਂ ਤੋਂ ਬਾਅਦ ਪਤਾ ਨਹੀਂ ਨੀਤੀ ਕਿਹੜੀ ਚੇਂਜ ਹੋ ਜਾਣੀ ਹੈ, ਕਿਤੇ ਬ੍ਰੇਕਾਂ ਲੱਗ ਜਾਣੀਆਂ, ਕਿਤੇ ਰੇਸ ਦੱਬ ਦੇਣੀ। ਉਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਪਰਿਵਰਤਨ ਆਉਣ ਦੀ ਸੰਭਾਵਨਾ ਨਹੀਂ, ਤਬਦੀਲੀ ਦੀ ਆਸ ਨਹੀਂ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਪੰਜਾਬੀ ਭਾਰਤੀ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜੇ ਉਮੀਦਵਾਰ ਸੀ, ਜਿਹੜੇ ਪਿਛਲੇ MP ਸੀ, ਉਹ ਸਾਰੇ ਇੱਕ ਵਾਰ ਫਿਰ ਪਾਰਲੀਮੈਂਟ ਦੇ ਵਿੱਚ ਪਹੁੰਚੇ ਆ। ਤੇ ਸਾਰਿਆਂ ਦੇ ਪਾਰਲੀਮੈਂਟ ਦੇ ਵਿੱਚ ਪਹੁੰਚਣ ਦਾ ਭਾਵ ਇਹ ਹੈ ਕਿ ਇਹਦਾ ਮਤਲਬ ਕਿ ਉਹ 2 ਸਾਲ ਲੋਕਾਂ ਦੇ ਵਿੱਚ ਠੀਕ ਵਿਚਰੇ। ਜਿਹੜਾ ਲਗਾਤਾਰ ਦੂਸਰੀ ਵਾਰ ਲੋਕਾਂ ਨੇ ਵੋਟਾਂ ਪਾਈਆਂ, ਇੱਕ ਤਾਂ 5ਵੀਂ ਵਾਰੀ ਪਹੁੰਚ ਗਏ ਆ ਸੁਖ ਧਾਲੀਵਾਲ ਹੋਰੀ। ਇਹਦੇ ਨਾਲ ਬਰੈਂਪਟਨ ਤੋਂ ਤਾਂ ਸੁਖਨਾ ਚੰਗੀ ਗਿਣਤੀ ਹੈ ਪੰਜਾਬੀ ਲਿਬਰਲ ਪਾਰਟੀ ਦੇ ਕੈਂਡੀਡੇਟਸ ਜਿਹੜੇ ਤੀਸਰੀ ਵਾਰੀ ਪਹੁੰਚ ਗਏ ਆ ਆਪਣੇ ਹਲਕੇ ਤੋਂ। ਜੇ ਲਗਾਤਾਰ 3 ਵਾਰੀ MP ਉਹ ਬਣ ਰਹੇ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਵਧੀਆ ਕੰਮ ਕਰਨ, ਲੋਕਾਂ ਦਾ ਯਕੀਨ ਵਿਸ਼ਵਾਸ ਜਿੱਤਣ, ਤੇ ਜਿਹੜੇ ਨਹੀਂ ਜਿੱਤ ਸਕੇ ਉਹ ਵੀ ਚੰਗੇ ਤਰੀਕੇ ਹੰਬਲਾ ਮਾਰਨ ਅਗਲੀ ਵਾਰੀ। ਸਹੀ ਆ, ਸ਼ੁਭ ਸ਼ਾਮਾਂ ਜੀ। ਕੁੱਲ ਮਿਲਾ ਕੇ ਹੈ ਤੇ ਇਹ ਤੇ ਮੈਨੂੰ ਤਾਂ ਕੱਲ੍ਹ ਹੀ ਸਮਝ ਲੱਗੀ ਵੀ ਭਾਈ ਸਾਹਿਬ ਜਿਹੜੀ ਰਾਜਨੀਤੀ ਇੱਥੋਂ ਵਾਲੀ ਫਿਰ ਵੀ ਬੜੀ ਚੰਗੀ। ਆਪਣੇ ਵਾਲਿਆਂ ਦੇ ਰਾਜਨੀਤੀ ਕੁਝ ਹੋਰ ਬਣਾ ਲਈ ਹੈ ਨਾ ਜੀ, ਇੱਥੋਂ ਵਾਲੀ ਰਾਜਨੀਤੀ ਵਧੀਆ। ਚਲੋ ਇਹ ਹੋ ਗਈ ਜੀ ਕੈਨੇਡਾ ਫੈਡਰਲ ਇਲੈਕਸ਼ਨਾਂ ਦੇ ਉੱਪਰ ਵਿਚਾਰ ਚਰਚਾ। ਕੱਲ੍ਹ ਅਸੀਂ ਲੰਮਾ ਚੌੜਾ ਪ੍ਰੋਗਰਾਮ ਵੀ ਕੀਤਾ ਸੀ, ਤੁਹਾਨੂੰ ਲਾਈਵ ਅਪਡੇਟ ਦਿੰਦੇ ਰਹੇ, ਤੁਸੀਂ ਉਹਨੂੰ ਬਹੁਤ ਪਸੰਦ ਕੀਤਾ, ਤੁਹਾਡੀਆਂ ਬੜੀ ਐਪਰੀਸੀਏਸ਼ਨ ਦੀਆਂ ਕਾਲਸ ਆਈਆਂ, ਮੈਸੇजेस ਆਏ, ਉਹਦੇ ਲਈ ਬੜਾ ਧੰਨਵਾਦ। ਇਸੇ ਲਈ ਅਸੀਂ ਕਹਿੰਦੇ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੇ ਤੁਹਾਡੇ ਲਈ ਜਿਹੜੀ ਚੀਜ਼ ਤੁਸੀਂ ਦੇਖਣੀ ਚਾਹੁੰਦੇ ਆਪਾਂ ਲੈ ਆਈਦੀ ਆ। ਹੁਣ ਗੱਲ ਇਹ ਆ ਕਿ ਵੀ ਚੰਨੀ ਹੋਰਾਂ ਦਾ ਵੀ ਪਤਾ ਲੈ ਲਈਏ। ਇਹ ਕਹਿੰਦੇ ਇੱਕ ਦਿਨ ਤੇ ਕਰਦੇ ਰਹੇ, ਮੈਂ ਆਮ ਬੰਦਾ, ਮੈਂ ਗਰੀਬ ਬੰਦਾ, ਮੈਂ ਮਾਤੜ ਬੰਦਾ, ਮੇਰੇ ਨਾਲ ਤਕੜਾ ਕੋਈ ਨਾ ਆਵੇ। ਤੇ ਜਿਹੜੀ ਫੋਟੋ ਪਾਤੀ, ਜਿਹੜੇ ਜਹਾਜ਼ ਨਾ ਪਾਤੀ, ਉਦੋਂ ਬਾਅਦ ਕਈ ਬੰਦੇ ਹੌਕਾ ਲੈ ਗਏ, ਉਹ ਤੇਰਾ ਭਲਾ ਜੇ ਕਹਿੰਦੇ ਤੇ ਕੈਪਟਨ ਸਾਹਿਬ ਨਹੀਂ ਜਿਹੜੇ ਕਦੀ ਕਈ ਵਾਰੀ ਨਲਕਾ ਪਾਣੀ ਨਹੀਂ ਛੱਡ ਜਾਂਦਾ ਹੁੰਦਾ ਕਿ ਭਾਈ ਇਹ ਤਾਂ ਹੁਣ ਦੁਬਾਰਾ ਕੁਝ ਕਰਨਾ ਪੈਣਾ, ਇਹਨੂੰ ਮਾੜਾ ਮੋਟਾ ਸਭ ਮਿਸਤਰੀ ਲਿਆਉਣਾ ਪੈਣਾ। ਤੇ ਇੱਥੇ ਸਰਕਾਰ ਵਾਲੇ ਪਾਸੇ ਵੀ ਮਿਸਤਰੀ ਦੀ ਲੋੜ ਹੈ। ਪਹਿਲੀ ਗੱਲ ਇਹ ਕਿ ਚਰਨਜੀਤ ਸਿੰਘ ਚੰਨੀ ਹੋਰੀ ਮੁੱਖ ਮੰਤਰੀ ਬਣੇ ਆ, ਆਪਾਂ ਪਹਿਲਾਂ ਵੀ ਸ਼ੁਭ ਇਸ਼ਾਵਾਂ ਦਿੱਤੀਆਂ ਸੀ, ਹੁਣ ਵੀ ਦਿੰਨੇ ਆ ਕਿ ਤੁਹਾਡੇ ਕੋਲੇ ਸਮਾਂ ਥੋੜਾ, ਪਰ ਥੋੜੇ ਸਮੇਂ ਦੇ ਵਿੱਚ ਵੀ ਬਹੁਤਾ ਕੰਮ ਜਿਹੜਾ ਕੀਤਾ ਜਾ ਸਕਦਾ। ਦੂਸਰੀ ਗੱਲ ਕਿ ਉਹ ਜੇ 3 ਜਣੇ ਨੇ, OP ਸੋਨੀ ਸਾਹਿਬ, ਸੁਖਜਿੰਦਰ ਸਿੰਘ ਰੰਧਾਵਾ ਤੇ ਚੰਨੀ ਸਾਹਿਬ। ਹੁਣ ਜਾਂ ਤਾਂ ਪੰਜਾਬ ਦੇ ਕੋਲੇ ਇਸ ਵੇਲੇ ਮੁੱਖ ਮੰਤਰੀ ਆ ਤੇ ਜਾਂ ਉਪ ਮੁੱਖ ਮੰਤਰੀ ਆ, ਅਜੇ ਮੰਤਰੀ ਕੋਈ ਨਹੀਂ, ਕੱਲਾ ਮੰਤਰੀ ਜਿਨ੍ਹਾਂ ਦੇ ਕੋਲੇ ਡਿਪਾਰਟਮੈਂਟ ਹੁੰਦੇ, ਵਿਭਾਗ ਹੁੰਦੇ, ਜਿਨ੍ਹਾਂ ਨੇ ਕੰਮ ਕਰਨਾ। ਤੇ ਉਹ ਮੰਤਰੀ ਜਿਹੜੇ 14-15 ਹੋਰ ਬਣਾਉਣੇ ਆ, ਉਹ ਕਿਹੜੇ ਹੋਣਗੇ ਉਹਦੀ ਸਲਾਹ ਕਰਨੀ ਸੀ।
ਤੇ ਉਹਦੀ ਸਲਾਹ ਕਰਨ ਦੇ ਲਈ ਦਿੱਲੀ ਜਾਣਾ ਸੀ। ਤੇ ਚੰਨੀ ਸਾਹਿਬ ਦੇ ਬਾਬਤ ਜੇ ਕਿਸੇ ਨੂੰ ਬਹੁਤਾ ਨਹੀਂ ਸੀ ਪਤਾ ਤੇ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਲੋਕ ਕਹਿੰਦੇ ਸੀ ਚਲੋ ਠੀਕ ਹੈ ਜੀ, ਬੰਦੇ ਹੇਠੋਂ ਉੱਪਰ ਨੂੰ ਗਏ ਆ। ਪਰ ਆ ਜਦੋਂ ਪਹਿਲੀ ਗੱਲ ਹੈ ਕਿ ਫੋਟੋ ਚਰਨਜੀਤ ਚੰਨੀ ਨੇ ਨਹੀਂ ਪਾਈ, ਉਹ ਨਾਲ ਗੁਆਂਢੀ ਜਿਹੜੇ ਖਲੋਤੇ ਸੀ ਉਹਨਾਂ ਨੇ ਪਾਈ ਕਿ ਭਾਈ ਆ ਅਸੀਂ ਚੱਲੇ ਆ। ਮੈਨੂੰ ਐ ਲੱਗਦਾ ਕਿ ਇਹ ਕੰਮ ਵੈਸੇ ਹੀ ਫੁੱਟ ਗਿਆ, ਕਿਉਂਕਿ ਇੱਕ ਦਿਨ ਪਹਿਲਾਂ ਇਹ ਖਬਰਾਂ ਆਈਆਂ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਉਪ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ। ਉਹ ਜਦੋਂ ਉਹਦੇ ਤੇ ਬੈਠਣ ਲੱਗੇ ਤਾਂ ਸਿੱਧੂ ਸਾਹਿਬ ਹੈ ਨਹੀਂ ਸੀ, ਤੇ ਇਸ ਫੋਟੋ ਦੇ ਵਿੱਚ ਚੰਨੀ ਸਾਹਿਬ, ਸਿੱਧੂ ਸਾਹਿਬ ਤੇ ਰੰਧਾਵਾ ਸਾਹਿਬ ਸੀ। ਮੈਨੂੰ ਐ ਲੱਗਦਾ ਕਿ ਉਸ ਸਾਰੀ ਧੂੜ ਨੂੰ ਬਿਠਾਉਣ ਦੇ ਲਈ ਸ਼ਾਇਦ ਉਹ ਫੋਟੋ ਛਾਇਆ ਕੀਤੀ ਗਈ ਸੀ ਕਿ ਭਾਈ ਇਕੱਠੇ ਹੀ ਚੱਲੇ ਆ, ਇਹ ਗੱਲਾਂ ਤਾਂ ਸਾਰੀਆਂ ਸੋਸ਼ਲ ਮੀਡੀਆ ਤੇ ਹੁੰਦੀਆਂ, ਅਸੀਂ ਘਿਓ ਖਿਚੜੀਆਂ, ਸਾਡੇ 'ਚ ਫਰਕ ਕੋਈ ਨਹੀਂ। ਪਰ ਤਸਵੀਰ ਜਿੱਥੇ ਖਿਚਾਈ ਗਈ ਤੇ ਉਹਦੇ ਪਿੱਛੇ ਜਿਹੜਾ ਇੱਕ ਜਹਾਜ਼ ਆ ਗਿਆ, ਨਿੱਜੀ ਕਹਿ ਲਓ, ਪ੍ਰਾਈਵੇਟ ਕਹਿ ਲਓ, ਉਹਦੇ ਉੱਤੇ ਹੁਣ ਵਿਰੋਧੀ ਪਾਰਟੀਆਂ ਨੇ ਚੱਕ ਲਓ ਕਰ ਦਿੱਤੀ। ਆਮ ਆਦਮੀ ਪਾਰਟੀ ਵਾਲੇ ਵੀ ਬੋਲੇ, ਅਕਾਲੀ ਵੀ ਬੋਲੇ, ਤਾਂ ਸੁਖਨਾ ਕੈਪਟਨ ਸਾਹਿਬ ਦੇ ਇੱਕ ਬਹੁਤ ਨੇੜਲੇ ਬੰਦੇ ਨੇ, ਉਹਨਾਂ ਦੇ ਕਲਮਕਾਰ ਨੇ, ਉਹਨਾਂ ਨੇ ਵੀ ਜਿਸ ਤਰੀਕੇ ਨਾਲ ਟਵੀਟ ਕੀਤਾ, ਇਹਦਾ ਮਤਲਬ ਹੈ ਕਿ ਭਾਈ ਠੀਕ ਹੈ ਮੁੱਖ ਮੰਤਰੀ ਦੀ ਕੁਰਸੀ ਮਿਲ ਗਈ, ਪਰ ਇਹ ਗੱਡੀ ਜਿਹੜੀ ਸੜਕ ਤੇ ਚਲਾਉਣੀ ਉਹ 'ਚ ਟੋਏ ਬਹੁਤ ਨੇ। ਨਹੀਂ ਪੂਰੇ, ਵੈਸੇ ਵੀ ਮੈਨੂੰ ਲੱਗਦਾ ਵੀ ਫੋਟੋ ਪਾਉਣ ਵੇਲੇ ਨਾ ਮੇਰੇ ਖਿਆਲ ਨਾਲ ਆਮ ਜਹਾਜ਼ ਕਹਿੰਦੇ ਵੀ ਦਿੱਲੀ ਜਾਂਦਿਆਂ 45 ਮਿੰਟ ਲਾਉਂਦਾ, ਉਹ ਚਲੋ ਬਹੁਤਾ ਤੇਜ਼ ਜਾਂਦਾ ਤੇ ਅੱਧੇ ਘੰਟੇ ਚਲੇ ਜਾਊਗਾ, ਤੇ ਫਿਰ ਵੀ ਚਲੋ ਉਤਰਦਿਆਂ ਚੜ੍ਹਦਿਆਂ ਜੇ 30-40 ਮਿੰਟ ਰੋਕ ਕੇ ਫੋਟੋ ਖਿੱਚ ਲਈ ਜਾਂਦੀ ਹੋਰ ਜ਼ਿਆਦਾ ਵਧੀਆ ਹੋ ਜਾਣਾ ਸੀ। ਇੱਕ ਤੇ ਜਹਾਜ਼ ਪਿੱਛੇ ਨਾ ਹੁੰਦਾ, ਉੱਥੇ ਜਿਹੜੇ ਘਰੇ ਪਹੁੰਚਣਾ ਸੀ ਉਸ ਘਰ ਦੇ ਕੋਲ ਹੁੰਦੇ ਵੀ ਆਹ ਦੇਖੋ ਜੀ ਪਹੁੰਚ ਗਏ ਆ, ਇੱਥੇ ਆ ਕੇ ਹੁਣ ਸਲਾਹਾਂ ਕਰਦੇ ਆ, ਫਿਰ ਤੁਹਾਨੂੰ ਛੇਤੀ ਅਪਡੇਟ ਦੇਵਾਂਗੇ। ਮੈਨੂੰ ਲੱਗਦਾ ਵੀ ਜਿਹੜੀ ਉਹ 35-40 ਮਿੰਟਾਂ ਦੀ ਕਾਹਲੀ ਸੀ ਉਹਦਾ ਕਰਕੇ ਸਾਰਾ ਰੌਲਾ ਪੈ ਗਿਆ। ਤੇ ਜਿਹੜੇ ਸ਼ਖਸ ਹੋਰਾਂ ਦੀ ਤੁਸੀਂ ਗੱਲ ਕੀਤੀ ਠੁਕਰਾਲ ਸਾਹਿਬ ਦੀ, ਉਹਨਾਂ ਨੇ ਜਿਹੜੀ ਗੱਲ ਕੀਤੀ ਉਸੇ ਕਰਕੇ ਮੈਂ ਕਿਹਾ ਕਿ ਯਾਰ 4.5 ਸਾਲ ਉਹ ਕਹਿੰਦੇ ਅਸੀਂ ਤੇ ਇਹੋ ਹੀ ਸੋਚਦੇ ਰਹੇ ਵੀ ਖਜ਼ਾਨਾ ਖਾਲੀ ਹੈ, ਖਜ਼ਾਨਾ ਤੇ ਹੈ ਹੀ ਕੁਝ ਨਹੀਂ। ਕਹਿੰਦੇ ਪਰ ਜਿਸ ਹਿਸਾਬ ਨਾਲ ਨਵੇਂ ਮੁੱਖ ਮੰਤਰੀ ਸਾਹਿਬ ਨੇ ਜਹਾਜ਼ ਫੜਿਆ ਤੇ ਉਸ ਜਹਾਜ਼ ਦੇ ਵਿੱਚ ਉਹਨਾਂ ਨੇ ਸਵਾਰੀ ਸ਼ੁਰੂ ਕੀਤੀ, ਹਾਲਾਂਕਿ ਕਹਿੰਦੇ ਸਾਡੇ ਕੋਲੇ ਆਪਣਾ ਹੈਲੀਕਾਪਟਰ ਹੈਗਾ ਜਿਹਦੇ 'ਚ 5 ਜਣੇ ਬਹਿ ਜਾਂਦੇ, ਇਹਦੇ ਬੰਦੇ ਹੀ 4 ਸੀਗੇ, ਤੇ 16 ਸੀਟਾਂ ਵਾਲਾ ਜਹਾਜ਼ 4 ਬੰਦਿਆਂ ਲਈ ਲੈ ਕੇ ਚੱਲੇ ਨੇ। ਇਹਦਾ ਮਤਲਬ ਖਜ਼ਾਨਾ ਦੇ ਭਰਿਆ ਪਿਆ। ਕਹਿੰਦੇ ਮੈਨੂੰ 4.5 ਸਾਲ ਪਤਾ ਨਹੀਂ ਲੱਗਾ। ਨਹੀਂ, ਬਹੁਤ ਚੰਗਾ ਹੋਇਆ ਠੁਕਰਾਲ ਸਾਹਿਬ ਨੂੰ ਉਹਨਾਂ ਨੇ ਟਵੀਟ ਕੀਤਾ, ਲੋਕਾਂ ਦਾ ਧਿਆਨ ਖਿੱਚਿਆ, ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਜਾਂ ਕੈਪਟਨ ਧੜੇ ਦੇ ਨਾਲ ਜੁੜੇ ਹੋ ਆ। ਪਰ ਸਵਾਲ ਇਹ ਹੈ ਕਿ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਐਡੀ ਵੀ ਕੋਈ ਬੇਲਣੇ 'ਚ ਬਾਹ ਨਹੀਂ ਸੀ ਆਈ, ਤੇ ਇਹਨਾਂ ਕੰਮਾਂ ਤੋਂ ਹੀ ਬਚਣਾ ਚਾਹੀਦਾ। ਅਜੇ ਥੋੜੇ ਦਿਨ ਪਹਿਲਾਂ ਹੀ ਇੱਕ ਰਿਪੋਰਟ RTI ਦੇ ਰਾਹੀਂ ਸਾਹਮਣੇ ਆਈ ਸੀ ਕਿ ਭਾਈ 125 ਕਰੋੜ ਰੁਪਈਆ ਹੈਲੀਕਾਪਟਰ ਦੇ ਉੱਤੇ ਖਰਚਿਆ ਗਿਆ, ਤੇ ਉਹਦੇ ਵੀ ਸਭ ਤੋਂ ਵੱਧ ਗੇੜੇ ਜਿਹੜੇ ਆ ਉਸ ਵੇਲੇ ਦੇ ਮੁੱਖ ਮੰਤਰੀ ਹੋਰਾਂ ਦੇ ਪਿੰਡ ਨੂੰ ਵੱਧ ਲੱਗੇ ਆ। ਚਲੋ ਕੋਈ ਗੱਲ ਨਹੀਂ ਭਾਈ, ਅਗਲਿਆਂ ਦਾ ਹੱਕ ਬਣਦਾ ਹੋ, ਅਗਲੇ ਕਰ ਗਏ। ਪਰ ਹੁਣ ਇੱਥੇ ਮੈਨੂੰ ਲੱਗਦਾ ਕਿ ਜਿੰਨੀ ਛੇਤੀ ਹੋ ਸਕਦਾ ਚਰਨਜੀਤ ਸਿੰਘ ਚੰਨੀ ਹੋਰੀ, ਸਿੱਧੂ ਸਾਹਿਬ ਜਾਂ ਕੋਈ ਵੀ ਬੰਦਾ ਜੇ ਕਿਤੇ ਉਹਦੇ ਖਰਚੇ ਖੁਰਚੇ ਦਾ ਹਿਸਾਬ ਕੱਢ ਕੇ ਦੇ ਦੇਣ ਕਿ ਭਾਈ ਅਸੀਂ ਤਾਂ ਪੱਲਿਓਂ ਦਿੱਤੇ ਆ, ਚਾਹੇ ਸਿੱਧੂ ਸਾਹਿਬ ਹੀ ਕਹਿ ਦੇਣ, ਉਹਨਾਂ ਦੀ ਕਮਾਈ ਬਥੇਰੀ ਹੈ, ਉਹਦੇ ਨਾਲ ਘੱਟੋ ਘੱਟ ਇਦਾਂ ਦਾ ਦਾਗ ਜਿਹੜਾ ਉਹ ਧੁੱਲ ਜਾਊਗਾ, ਉਹ ਲਿਥ ਜਾਊਗਾ, ਉਹ ਫਿੱਕਾ ਪੈ ਜਾਊਗਾ। ਨਹੀਂ ਤਾਂ ਇਹ ਹੀ ਇੱਕ ਫੋਟੋ ਜਿਹੜੀ ਆ ਇਲੈਕਸ਼ਨ ਤੱਕ ਬਾਰ-ਬਾਰ ਆਈ ਜਾਣੀ ਆ, ਕਦੇ ਟਵੀਟ ਹੋ ਜਾਣੀ ਆ, ਕਦੇ ਫੇਸਬੁੱਕ ਤੇ ਆ ਜਾਣੀ ਆ, ਕਦੇ WhatsApp ਗਰੁੱਪਾਂ ਦੇ ਵਿੱਚ ਆ ਜਾਣੀ ਆ। ਤੇ ਹੁਣ ਇਹ ਵੀ ਹੋ ਸਕਦਾ ਕਿ ਜਦੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਕੱਟ ਵੱਢ ਕੇ ਬਣਾਈਆਂ ਜਾਂਦੀਆਂ ਤੇ ਇੱਕ ਪਾਸੇ ਚੰਨੀ ਸਾਹਿਬ ਦੀ ਉਹ ਪ੍ਰੈਸ ਕਾਨਫਰੰਸ ਦਿਖਾਈ ਜਾਣ, ਨਾਲ ਦੀ ਨਾਲ ਫੋਟੋ ਅਗਲੀ ਆ ਜਾਵੇ, ਫਿਰ ਉਹ ਪ੍ਰੈਸ ਕਾਨਫਰੰਸ ਦਿਖਾਈ ਜਾਣ, ਫਿਰ ਫੋਟੋ ਆ ਜਾਵੇ। ਸੋ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ। ਇੱਕ ਪਾਸੇ ਕਹਿਣੀ ਆ ਤੇ ਦੂਜੇ ਪਾਸੇ ਕਰਨੀ ਆ, ਉਹ ਇੱਕ ਚਾਹੀਦੀ ਆ, ਕਿਉਂਕਿ ਹੁਣ ਚੰਨੀ ਸਾਹਿਬ ਮੰਤਰੀ ਨਹੀਂ, ਉਹ ਮੁੱਖ ਮੰਤਰੀ ਹੈ। ਅੱਗੇ ਜੇ ਉਹ 40% ਰਡਾਰ ਤੇ ਹੁੰਦੇ ਸੀ ਵਿਰੋਧੀਆਂ ਦੇ, ਤਾਂ ਹੁਣ 100% ਨੇ ਪੂਰੇ ਜੀ। ਵੈਸੇ ਹਿਸਾਬ ਜਿਹਾ ਉਦੋਂ ਬਾਅਦ ਨਾ ਵਾਹਵਾ ਚਰਚਾ 'ਚ ਹੋ ਗਿਆ, ਕਹਿੰਦੇ ਯਾਰ ਖਰਚਾ ਕਿੰਨਾ ਕੁ ਆਉਂਦਾ ਹੋਊਗਾ। ਇੱਧਰ ਉੱਧਰ ਮੈਂ ਕੁਝ ਮੀਡੀਆ ਹਾਊਸਿਸ ਵੱਲੋਂ ਪੜ੍ਹੀਆਂ ਰਿਪੋਰਟਾਂ, ਕੋਈ ਕਹਿੰਦਾ ਜੀ 70 ਕਰੋੜ ਦਾ ਜਹਾਜ਼ ਹੈ, ਕੋਈ ਕਹਿੰਦਾ 75 ਕਰੋੜ ਦਾ ਜਹਾਜ਼ ਹੈ। ਹੁਣ ਜਦੋਂ ਬੰਦਾ ਇੰਨੀ ਕੁ ਲਾਈਨ ਪੜ੍ਹਦਾ, ਉਹ ਕਹਿੰਦਾ ਉਹ ਤੇਰਾ ਭਲਾਈ ਗੂਗਾ, 75 ਕਰੋੜ ਦੇ ਜਹਾਜ਼ ਤੇ ਗਿਆ। 75 ਕਰੋੜ ਦੇ ਜਹਾਜ਼ ਤੇ ਅਗਲਾ ਬੰਦਾ ਗਿਆ, ਉਹਨੇ ਕਿਹੜਾ ਮੁੱਲ ਲੈ ਲਿਆ ਜੀ, ਹੈ ਨਾ। ਹੁਣ ਮੋਟਾ ਜਿਹਾ ਹਿਸਾਬ ਮੈਂ ਲਾਉਂਦਾ ਸੀ, ਹੁਣ ਕਹਿੰਦੇ ਆ ਵੀ 1.5 ਲੱਖ 1 ਘੰਟੇ ਦੀ ਕੀਮਤ ਆ ਚਾਰਟਰਡ ਫਲਾਈਟ ਦੀ, 1.5 ਨਹੀਂ ਤੇ 2 ਲੱਗ ਗਿਆ ਹੋਊਗਾ ਜੀ। ਸੋ ਇੰਨਾ ਕੁ ਖਰਚਾ ਆਇਆ, ਕਹਿੰਦੇ ਕੁਝ ਜ਼ਿਆਦਾ ਨਹੀਂ ਹੈਗਾ, ਘੰਟੇ ਦਾ 1.5-2 ਲੱਖ, ਮਤਲਬ ਆਮ ਐਵਰੇਜ ਰੇਟ ਆ। ਹੁਣ ਸਰਕਾਰ ਨੂੰ ਅਗਲੇ ਨੇ ਕੀ ਰੇਟ ਲਾਇਆ ਹੋਵੇ ਆਪਾਂ ਥੋੜਾ ਦੱਸ ਸਕਦੇ ਨਹੀਂ, ਆਪਾਂ ਅਸੀਂ ਤਾਂ ਹਾਵੀ ਨਹੀਂ ਦੱਸ ਸਕਦੇ ਜਿੰਨਾ ਤੁਸੀਂ ਦੱਸਿਆ। ਇਹ ਤਾਂ ਬੱਸ ਦਾ ਕਿਰਾਇਆ ਦੱਸ ਸਕਦੇ ਆ, ਤੇ ਉਹਦੇ ਵਿੱਚ ਵੀ 2 ਤਰ੍ਹਾਂ ਦਾ ਪਾਈ ਆ, AC ਵਾਲਾ ਤੇ ਆ ਸਧਾਰਨ। ਮੈਨੂੰ ਇੱਕ ਗੱਲ ਦੀ ਬੱਸ ਦੇ ਕਿਰਾਏ ਤੋਂ ਮੈਨੂੰ ਇੱਕ ਹੋਰ ਵੀਡੀਓ ਆ ਗਈ ਯਾਦ, ਸੋਸ਼ਲ ਮੀਡੀਆ ਤੇ ਬੜੀ ਵਧੀਆ ਵੀਡੀਓ, ਇੱਕ ਉਹ 2 ਮੁੰਡਿਆਂ ਬਣਾਈ ਏ। ਪਹਿਲਾਂ ਰੋਡਵੇਜ਼ ਦੀ ਬੱਸ ਆ, ਉਹਦੇ 'ਚ ਇੱਕ ਬੀਬੀ ਬੈਠੀ ਤੇ ਉਹ ਕੰਡਕਟਰ ਲੱਗ ਗਿਆ, ਉਹਦਾ ਕਹਿੰਦਾ ਹਾਂ ਬੀਬੀ ਟਿਕਟ, ਉਹ ਕਹਿੰਦਾ ਨਾ ਪੁੱਤ ਮੈਂ ਤੇ ਕੈਪਟਨ ਵਾਲੀ ਬੱਸ 'ਚ ਬੈਠੀ ਹਾਂ। ਉਹ ਕਹਿੰਦਾ ਤੂੰ ਪੈਸੇ ਲਿਆ ਨਾ ਕੈਪਟਨ ਸਾਹਿਬ ਦੇ ਅੱਗੇ ਬੱਸ 'ਚ ਲਾ ਤਾ ਗਏ ਨੇ।
ਅੱਧੀ ਟਿਕਟ ਲੈ ਭਾਵੇਂ 20 ਟਿਕਟ ਲੈਣੀ ਪਊ। ਵੈਸੇ ਕੋਈ ਬੰਦਾ ਇਹ ਨਾ ਸਮਝੇ ਕਿ ਬੀਬੀਆਂ ਦਾ ਮੁਫਤ ਸਫ਼ਰ ਬੰਦ ਹੋ ਗਿਆ, ਉਹ ਚੱਲਦਾ ਹੀ, ਉਹ ਚੱਲਦਾ। ਮਤਲਬ ਉਹ ਤਾਂ ਅਗਲੇ ਨੇ ਮਜ਼ਾਕ ਕਰਨ ਦਾ ਬਣਾਇਆ ਸੀਗਾ। ਚਲੋ ਸੰਧਾਲੀਆ ਸਾਹਿਬ, ਕੁੱਲ ਮਿਲਾ ਕੇ ਗੱਲ ਇਦਾਂ ਕਿ ਚੰਨੀ ਸਾਹਿਬ ਨੂੰ ਥੋੜਾ ਸੰਭਲ ਕੇ ਚੱਲਣਾ ਪਊਗਾ। ਪਰ ਜਿਹੜੀ ਉਹ 3 ਮੈਂਬਰੀ ਕੈਬਨਿਟ ਨੇ ਪਹਿਲੀ ਬੈਠਕ ਕੀਤੀ ਹੈ ਤੇ ਉਹਦੇ ਵਿੱਚ ਲੋਕਾਂ ਨੂੰ ਆਸਾਂ ਤਾਂ ਬਹੁਤ ਵੱਡੀਆਂ ਸੀ ਕਿ ਵੱਖ-ਵੱਖ ਮੁੱਦਿਆਂ ਦੇ ਉੱਤੇ ਹੋ ਸਕਦਾ ਕਿ ਠੋਕ ਵਜਾ ਕੇ ਫੈਸਲਾ ਲੈ ਲੈਣਗੇ। ਜਿਸ ਤਰੀਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਸੀ ਕਿ ਮੈਨੂੰ ਉਮੀਦ ਆ 3 ਜਾਂ 4 ਮਸਲੇ ਤਾਂ ਅੱਜ ਹੀ ਟੁੰਗ ਦੇਣੇ ਅਗਲਿਆਂ ਨੇ। ਪਰ ਉਹ ਜਿਹੜੀ ਮੀਟਿੰਗ ਹੈ ਉਹਦੇ ਵਿੱਚੋਂ ਇੱਕ ਫੈਸਲਾ ਤਾਂ ਇਹ ਕਰ ਦਿੱਤਾ ਉਹਨਾਂ ਨੇ ਕਿ ਭਾਈ ਕੋਈ ਵੀ ਬੰਦਾ ਆਪਦੇ ਖੇਤ ਦੇ ਵਿੱਚੋਂ ਰੇਤ ਕੱਢ ਸਕਦਾ ਹੈ। ਜਿੱਦਾਂ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਭਾਈ ਸਾਰਾ ਬਿਲਡਿੰਗ ਦਾ ਖਰਚਾ ਲਾਉਣਾ, ਜੇ ਕਿਸੇ ਨੇ ਕੋਠਾ ਪਾਉਣਾ ਹੈ ਇੰਨੇ ਦਾ ਸਰੀਆ, ਇੰਨੇ ਦਾ ਸੀਮੈਂਟ, ਇੰਨੇ ਦੀ ਰੇਤਾ ਨਹੀਂ ਸੀ ਲਿਖਦੇ। ਉਹ ਰੇਤਾ ਵਾਲਾ ਖਾਨਾ ਖਾਲੀ ਹੁੰਦਾ ਸੀ, ਇਹ ਤਾਂ ਆਪਾਂ ਲੈ ਹੀ ਆਉਣੀ ਆ। ਉਹ ਤਾਂ ਇਹ ਹੁੰਦਾ ਸੀ ਵੀ ਜੇ ਕਿਸੇ ਨੇ ਕੋਈ ਕੋਠਾ ਪਾਉਣਾ ਸ਼ੁਰੂ ਕਰਨਾ, ਸਭ ਤੋਂ ਪਹਿਲਾਂ ਜੇ ਕੋਈ ਚੀਜ਼ ਸੁੱਟੀ ਜਾਂਦੀ ਰੇਤ ਹੀ ਲੈ ਕੇ ਸੁੱਟੀ ਹੁੰਦੀ। ਹਾਂ, ਉਦੋਂ ਇਹ ਵੀ ਹੁੰਦਾ ਸੀ ਕਿ ਜੇ ਕਿਸੇ ਨੇ ਸਲਾਹ ਕਰਨੀ ਕਿ ਆਹ ਸਮਾਨ ਇਦਾਂ ਚਾਹੀਦਾ, ਪੈਡ ਕਰਨ ਨੂੰ ਫੱਟੇ ਤੁਹਾਡੇ ਹੈਗੇ, ਉਹਨੇ ਪਹਿਲੇ ਕਹਿਣਾ ਰੇਤਾ ਸਾਡੇ ਤੋਂ ਲੈ ਜਾ, ਫਿਰ ਰੇਤਾ ਆਪਣੇ ਪਈ ਆ, ਵਾਧੂ ਲਿਆ ਕੇ ਰੱਖੀ ਹੁੰਦੀ ਸੀ। ਤੇ ਹੁਣ ਕੋਈ ਬੰਦਾ ਕਹਿੰਦਾ ਯਾਰ ਉਹਨੇ ਘਰ ਪਾਉਣਾ, ਰੇਤਾ ਨਾ ਮੰਗ ਲਵੇ। ਦੇਖੋ ਮੇਰੇ ਖਿਆਲ ਨਾਲ ਜੇ ਚੰਨੀ ਸਾਹਿਬ ਨੇ ਰੇਤ ਫ੍ਰੀ ਕਰਤੀ, ਇਹ ਪਿਛਲੇ ਦਿਨੀ ਆਪਾਂ ਵੀ ਇੱਕ ਚਰਚਾ ਕੀਤੀ ਨਾ ਸ਼ੁਰੂ ਵੀ ਯਾਰ ਬੱਤੀ ਫ੍ਰੀ ਕਰਨ ਦਾ ਰੌਲਾ ਪਾਈ ਜਾਂਦਾ, ਜਿਹੜੀ ਬਣਾਉਣੀ ਪੈਂਦੀ ਹੈ, ਜਿਹੜੀ ਚੀਜ਼ ਅੱਗੇ ਫ੍ਰੀ ਉਹ ਕਰ ਲਓ। ਵਧੀਆ ਗੱਲ ਜੇ ਉਹਨਾਂ ਨੇ ਕਰਤੀ। ਪਰ ਵੈਸੇ ਇੱਕ ਚੀਜ਼ ਹੈ ਵੀ ਮੈਨੂੰ ਲੱਗਦਾ ਵੀ 2 ਲੋਕਾਂ ਨੂੰ, ਇੱਕ ਜਾਨਵਰ ਹੈ ਤੇ ਇੱਕ ਇਨਸਾਨ ਹੈ, ਉਹਨਾਂ ਨੂੰ ਸੁੱਖ ਹੋ ਜਾਣਾ ਰੇਤਾ ਫ੍ਰੀ ਦਾ। ਜਾਨਵਰ ਹੋ ਗਏ ਕੁੱਤੇ ਤੇ ਇਨਸਾਨਾਂ ਜਾ ਕੇ ਨਿਆਣੇ। ਪਹਿਲਾਂ ਮਹਿੰਗੇ ਭਾਅ ਦੀ ਰੇਤ ਹੁੰਦੀ, ਜੇ ਕਿਤੇ ਨਿਆਣੇ ਹੁਣ ਉਹ ਚ ਖੇਡਦੇ ਮਿਲ ਜਾਣਾ, ਦੂਰੋਂ ਥਾਪੀ ਆਉਣੀ ਹੈ, ਉਂਤਰਿਆ ਖਿਲਾਰੀ ਜਾਣਾ ਮਹਿੰਗੇ ਭਾਅ। ਪਤਾ ਕਿੰਨੀ ਮਹਿੰਗੀ ਆ, ਹੈ ਨਾ। ਤੇ ਜੇ ਉੱਥੇ ਕਿਤੇ ਕੁੱਤਾ ਵਿਚਾਰਾ ਗਰਮੀ ਦਾ ਕਰਕੇ ਠੰਡ ਦਾ ਘੋਰਨਾ ਜਾਂ ਪੁੱਟ ਕੇ ਸੁੱਤਣਾ, ਦੇ ਡਾਂਗ ਤੇ ਡਾਂਗ ਰੱਖ ਕਤੀੜ ਦੇ ਮੌਰਾਂ ਚ ਕਰਕੇ ਰੇਤਾ ਤੇ ਬਹਿੰਦਾ ਹੀ। ਉਹ ਵਿਚਾਰੇ, ਉਹ ਹੋ ਸਕਦਾ ਵੀ ਕੁੱਤੇ ਵਿਚਾਰੇ ਸੁਣਦੇ ਹੋਣ, ਉਹ ਕਹਿੰਦੇ ਵੀ ਸਾਡੇ ਵੱਡੇ ਵਡੇਰੇ ਹੁੰਦੇ ਸੀ, ਸਾਰਾ ਦਿਨ ਉਹਨਾਂ ਨੇ ਢਾਣੀ ਬਣਾ ਕੇ ਰੇਤ 'ਚ ਸੁੱਤੇ ਰਹਿਣਾ, ਹੁਣ ਤੇ ਬਹਿਣ ਹੀ ਨਹੀਂ ਦਿੰਦਾ ਕੋਈ। ਪਤਾ ਨਹੀਂ ਕਿੱਦਾਂ ਦੇ ਸਰਕਾਰੀ ਫੈਸਲੇ ਆਏ ਆ, ਰੇਤਾ 'ਚ ਨਹੀਂ ਬਹਿਣ ਦਿੰਦੇ। ਦੱਸੋ ਅਸੀਂ ਕਿੱਥੇ ਜਾਈਏ, ਹੋਰ ਮੰਜਿਆਂ ਤੇ ਬਹਿਣਾ ਹੀ। ਹੁਣ ਹੋ ਸਕਦਾ ਵੀ ਮਤਲਬ ਥੋੜੇ ਦਿਨਾਂ ਤੱਕ ਦੁਬਾਰਾ ਫੇਰ ਉਹ ਕਹਿਣ ਯਾਰ ਹੁਣ ਬੜੇ ਨਜ਼ਾਰੇ, ਠੰਡੇ ਥਾਂ ਸੌਂਦਾ ਹੀ ਰੇਤ 'ਚ ਹੈ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਹੈਗੀ ਆ, ਚੰਗਾ ਹੁੰਦਾ ਚਲੋ ਚੰਨੀ ਸਾਹਿਬ ਨੇ ਫੈਸਲੇ ਕਰਨੇ ਸ਼ੁਰੂ ਕੀਤੇ, ਉਹਨਾਂ ਨੂੰ ਦਿਨ ਦੇਣੇ ਚਾਹੀਦੇ ਆ। ਚੰਗਾ ਹੁੰਦਾ ਜਦੋਂ ਰੇਤਾ ਦੀ ਗੱਲ ਉਹਨਾਂ ਨੇ ਕੀਤੀ, ਕਿਉਂਕਿ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਰੇਤ ਮਾਫੀਆ ਦਾ ਜ਼ਿਕਰ ਕੀਤਾ ਸੀ ਕਿ ਨਾ ਸਾਡੀ ਸਰਕਾਰ ਤੇ ਨਾ ਸਾਡੀ ਹਾਈ ਕਮਾਂਡ ਉਹ ਰੇਤ ਮਾਫੀਆ ਸ਼ਬਦ ਨਹੀਂ ਸੁਣਨਾ ਚਾਹੁੰਦੀ। ਹੁਣ ਉਹਨਾਂ ਨੇ ਕਹਿਤਾ ਕਿ ਰੇਤ ਮਾਫੀਆ ਖਤਮ ਕਰਨ ਦੇ ਲਈ ਆਪਾਂ ਆਗਿਆ ਦਿੰਨੇ ਆ, ਵਧੀਆ, ਪਰ ਖਜ਼ਾਨਾ ਖਾਲੀ ਆ। ਇੱਥੇ ਰੇਤ ਹੈ, ਇੱਥੇ ਖਜ਼ਾਨਾ, ਇੱਥੇ ਲੋਕ ਨੇ ਜਿਨ੍ਹਾਂ ਨੂੰ ਖਾਲੀ ਖਜ਼ਾਨੇ ਨੂੰ ਭਰ ਕੇ ਤਾਂ ਫਿਰ ਅੱਗੇ ਤਨਖਾਹਾਂ, ਪੈਨਸ਼ਨਾਂ, ਸੜਕਾਂ ਬਣਾਉਣੀਆਂ, ਸਾਰਾ ਕੁਝ ਦੇਣਾ ਹੈ। ਬਹੁਤ ਜ਼ਰੂਰੀ ਸੀ ਕਿ ਚਰਨਜੀਤ ਸਿੰਘ ਚੰਨੀ ਹੋਰੀ ਫੈਸਲਾ ਕਰ ਦਿੰਦੇ ਕਿ ਪਿਛਲੇ 10-12 ਸਾਲਾਂ ਦੇ ਵਿੱਚ ਭਾਵੇਂ ਇਹਨਾਂ ਦੀ ਸਰਕਾਰ ਸੀ ਜਾਂ ਭਾਵੇਂ ਪਿਛਲੀ, ਜਿੰਨੇ ਲੋਕਾਂ ਨੇ ਨਜਾਇਜ਼ ਮਾਈਨਿੰਗ ਕੀਤੀ ਹੈ, ਬੜੀਆਂ ਵੀਡੀਓਜ਼ ਨੇ, ਬਹੁਤ ਕੁਝ ਹੈ ਕਿ ਭਾਈ ਅਸੀਂ ਇੰਨੇ ਹਫ਼ਤਿਆਂ ਦੇ ਵਿੱਚ ਸਾਰੀ ਕਾਰਵਾਈ ਮੁਕੰਮਲ ਕਰਨੀ ਹੈ, ਉਹਨਾਂ ਤੋਂ ਪੈਸੇ ਵਾਪਸ ਰਿਕਵਰ ਵੀ ਕਰਨੇ ਆ। ਕਿਉਂਕਿ ਆ ਪਿਛਲੇ ਵਰਿਆਂ ਦੇ ਵਿੱਚ ਜਦੋਂ 6-6 ਹਜ਼ਾਰ ਦੀ ਰੇਤੇ ਦੀ ਟਰਾਲੀ ਹੋ ਗਈ, ਉਦੋਂ ਲੋਕਾਂ ਦੀ ਜੇਬ ਚੋਂ ਪੈਸੇ ਗਏ ਨੇ, ਕੋਈ ਇਤਰਾਜ਼ ਨਹੀਂ। ਪਰ ਘੱਟੋ ਘੱਟ ਲੋਕਾਂ ਦੀ ਜੇਬ ਦੇ ਵਿੱਚੋਂ ਸਰਕਾਰੀ ਖਜ਼ਾਨੇ ਜਾਂਦੇ, ਕੋਈ ਗੱਲ ਨਹੀਂ ਸੀ। ਉਹ ਲੋਕਾਂ ਦੀ ਜੇਬ ਚੋਂ ਗਏ, ਪਰ ਸਰਕਾਰੀ ਖਜ਼ਾਨੇ ਦੀ ਥਾਂ ਦੇ ਉੱਤੇ ਕਿਸੇ ਹੋਰ ਦੀ ਜੇਬ 'ਚ ਚਲੇ ਗਏ। ਲੋਕਾਂ ਨੇ ਧਰਨੇ ਲਾਏ, ਮੁਜ਼ਾਹਰੇ ਕੀਤੇ। ਅੱਜ ਜਿਹੜੇ ਮਰਜ਼ੀ ਪਿੰਡ ਦੇ ਵਿੱਚੋਂ ਜੇ ਚਰਨਜੀਤ ਸਿੰਘ ਚੰਨੀ ਵਿਸ਼ਵਾਸ ਲੋਕਾਂ ਦਾ ਜਿੱਤ ਲੈਣ, ਤਾਂ ਜੇ ਲੋਕਾਂ ਨੂੰ ਕਹਿਣ ਕਿ ਤੁਹਾਡੇ ਕੋਲ ਕੋਈ ਸਬੂਤ ਹੈਗਾ, ਤੁਹਾਡੇ ਪਿੰਡਾਂ ਦੇ ਵਿੱਚੋਂ ਜੇ ਕਿਤੇ ਮਾਈਨਿੰਗ ਹੋਈ ਹੈ, ਤੁਹਾਨੂੰ ਪਤਾ ਵੀ ਹੋਣਾ ਕਿਹਦੇ ਟਰੈਕਟਰ ਤੇ ਕਿਹਦੇ ਟਿੱਪਰ ਤੇ ਹੋਈ ਹੈ, ਤੁਸੀਂ ਮਰ ਜਾ ਦੱਸੋ, ਅਸੀਂ ਰਿਕਵਰੀ ਕਰਨੀ ਹੈ। ਪੈਸੇ ਅਗਲਿਆਂ ਨੇ ਕਿਤੇ ਜ਼ਮੀਨ ਪੁੱਟ ਕੇ ਤਾਂ ਨਹੀਂ ਰੱਖਿਓ, ਉਹਨਾਂ ਦੀਆਂ ਕੋਠੀਆਂ ਕਿੱਥੋਂ ਬਣੀਆਂ, ਉਹਨਾਂ ਦੇ ਬਿਜ਼ਨਸ ਕਿੱਥੋਂ ਬਣੇ, ਮਹਿੰਗੇ ਫਰਨੀਚਰ ਕਿੱਥੋਂ ਆ ਗਏ, ਵਿਦੇਸ਼ਾਂ ਦੇ ਦੌਰੇ ਕਿੰਨੇ ਕੀਤੇ ਆ, ਬੈਲੈਂਸ, ਬੈਂਕ ਬੈਲੈਂਸ ਕਿੱਥੋਂ ਆ ਗਿਆ, ਗਹਿਣੇ ਕਿੱਥੋਂ ਆ ਗਏ। ਜੇ ਕਿੱਲੀ ਨੱਪ ਕੇ ਖਜ਼ਾਨਾ ਭਰ ਕੇ ਲੋਕਾਂ ਨੂੰ ਸਹੂਲਤਾਂ ਦੇਣੀਆਂ, ਤਾਂ ਮੈਨੂੰ ਲੱਗਦਾ ਕਿ ਰੇਤ ਮਾਫੀਆ ਦਾ ਅਗਲਾ ਪਿਛਲਾ ਸੌਦਾ ਕੱਢ ਲੈਣਾ ਚਾਹੀਦਾ। ਹਾਂ, ਹੋ ਸਕਦਾ ਕਿ ਇੰਨੇ ਨੂੰ ਇੱਕ ਅੱਧੇ ਬੰਦੇ ਨੂੰ ਇਹਨਾਂ ਦੇ ਨੇੜੇ ਖੜੇ ਨੂੰ ਤਰੇਲੀਆਂ ਆ ਜਾਣ। ਜਿਹੜੇ ਤਰੇਲੀਆਂ ਆਉਣਗੀਆਂ ਇਸੇ ਕਰਕੇ ਤਿਉਹਾਰ ਆ ਜਾਂਦੇ ਨਹੀਂ। ਅਗਲੇ ਕਹਿੰਦੇ ਵੀ ਮਹੀਨੇ ਦੇ 2-3 ਆ ਤੇ ਅਸੀਂ ਇੱਥੇ ਘਰੇ ਖਲਾਰਾ ਪਾ ਕੇ ਬਹਿ ਜਾਈਏ। ਜਿਹੜੀ ਚੀਜ਼ ਦਾ ਕਰਕੇ ਚੰਨੀ ਸਾਹਿਬ ਨੂੰ ਬਣਾਇਆ ਜਾਂ ਕੈਪਟਨ ਸਾਹਿਬ ਨੂੰ ਲਾਇਆ ਵੀ ਯਾਰ ਕੰਮ ਕਰਕੇ ਦਿਖਾਈਏ, ਕੰਮ ਕਰਕੇ ਦਿਖਾਈਏ, ਉਹ ਕੰਮ ਕਰਦੇ ਕਰਦੇ ਤੁਸੀਂ ਤੇ ਐ ਕਹਿੰਦੇ ਵੀ ਘਰ ਆਲੂ ਕਰਕੇ ਤੀਰ ਚਲਾ ਲੈਣ, ਇਦਾਂ ਨਹੀਂ। ਉਹਨਾਂ ਨੇ ਵੇਖਿਆ ਵੀ ਜਿਹੜੀ ਚੀਜ਼ ਫਰੀ ਫਰੂ ਕਰਕੇ ਜੇ ਸਰਦਾ ਯਾਰ ਉਹਦੇ ਨਾਲ ਟਾਈਮ ਕੱਢੋ ਜੀ। ਜੇ ਸਰਕਾਰ ਦੁਬਾਰਾ ਬਣ ਗਈ ਤੇ ਜਿਨ੍ਹਾਂ ਦੀ ਬਣੂਗੀ ਅਗਲੇ ਬਣਾ ਲੈਣ, ਤੇ ਜੇ ਸਾਡੀ ਦੁਬਾਰਾ ਬਣ ਗਈ ਤੇ ਫਿਰ ਆਪਾਂ ਉਹੀ ਜਿਹੜੀ ਪਹਿਲੀ ਰਿਪੋਰਟ ਸੀ ਨਾ, ਹੋ ਸਕਦਾ ਉੱਤੇ ਤੇ ਹੁਣ ਘੱਟਾ ਵੀ ਏਡਾ ਚੜਿਆ ਹੋਵੇ, ਜਿਹੜੀ ਤੇਲੰਗਾਨਾ ਤੋਂ ਨਵਜੋਤ ਸਿੰਘ ਸਿੱਧੂ ਹੋਰੀ ਲੈ ਕੇ ਆਏ ਸੀ ਵੀ ਆਹ ਦੇਖੋ ਮਹਾਰਾਜ ਉੱਥੋਂ ਦੀ ਪਾਲਿਸੀ, ਇੱਕੋ ਨਦੀ ਆ ਬੰਦਿਆਂ ਕੋਲ ਤੇ ਇੰਨੇ ਕਰੋੜ ਰੁਪਈਆ ਉਹ ਹਰੇਕ ਮਹੀਨੇ ਛਾਪਦੇ ਆ ਸਿਰਫ ਤੇ ਸਿਰਫ ਰੇਤ ਤੋਂ, ਕਿਉਂਕਿ ਸਰਕਾਰ ਦੇ ਕੋਲ ਆ। ਹੋ ਸਕਦਾ ਉਹ ਵਾਲੀ ਫਾਈਲ ਅਗਲੀ ਵਾਰ ਉਹ ਕੱਢ ਲੈਣ। ਪਰ ਮੈਨੂੰ ਲੱਗਦਾ ਵੀ ਇੱਕ ਚਰਚਾ ਹੋਰ ਵੀ ਸੀ ਨਾ, ਉਹ ਕਹਿੰਦਾ ਇੱਦਾਂ ਕਿੱਦਾਂ, ਇਹ ਤਾਂ ਰੇਤ ਤਾਂ ਹੁਣ ਦੇਖੋ ਘਰੋਂ ਘਰੀ ਜਾ ਵੜੀ ਆ, ਮਤਲਬ ਜਿੱਥੇ ਵੱਡਾ ਬੰਦਾ ਫਿਰ ਉਹ ਤੋਂ ਛੋਟੇ ਠੇਕੇਦਾਰ, ਫਿਰ ਉਹ ਤੋਂ ਛੋਟੇ, ਉਹ ਤੋਂ ਛੋਟੇ, ਉਹ ਤੋਂ ਟਰਾਲੀਆਂ ਟਿੱਪਰਾਂ ਤੱਕ ਜਦੋਂ ਕੰਮ ਵੰਡਿਆ ਹੋਵੇ, ਐਡੀ ਛੇਤੀ ਰੁਕਣਾ ਨਹੀਂ ਕੰਮ, ਇਹ ਜਿਵੇਂ ਮਰਜ਼ੀ ਕਰ ਲੈਣ।
ਪਰ ਮੈਂ ਸੋਚਦਾ ਸੀ ਵੀ ਜੇ ਸਰਕਾਰਾਂ ਚਾਹੁਣ ਜਾਂ ਟਾਈਮ ਬਦਲਦਾ ਹੋਵੇ ਤੇ ਰੁਕ ਵੀ ਜਾਂਦਾ। ਹੁਣ ਕਦੀ ਸਮਾਂ ਸੀ ਨਾ ਜਦੋਂ ਉਹ ਬਲੈਕ ਚੱਲਦੀ ਹੁੰਦੀ, ਯਾਰ PCO ਲੱਗ ਜੂਗਾ ਕਿਸੇ ਤਰ੍ਹਾਂ, ਹੈ ਕੋਈ ਜਾਣਦਾ BSNL ਵਾਲਿਆਂ ਜੀ। ਹੁਣ ਦੇਖੋ PCO ਕਦੀ ਕਿਤੇ ਲਿਖਿਆ ਮਿਲਦਾ, ਉਦਾਂ ਕਿੱਥੇ ਚੱਲਦੇ ਆ? ਉਹ ਵੀ ਉੱਥੇ ਹੀ ਲਿਖਿਆ ਮਿਲਦਾ ਜਿਨ੍ਹਾਂ ਨੇ ਕੰਧ ਤੇ ਮੁੜ ਕੇ ਰੰਗ ਨਹੀਂ ਕਰਾਇਆ ਜਾਂ ਜਿਨ੍ਹਾਂ ਨੇ ਪੱਕੇ ਰੰਗ ਨਾਲ ਖਾ ਲਿਆ ਸੀ ਤੇ ਲਿਥਾ ਨਹੀਂ, ਹੋਰ ਕਿਤੇ ਨਹੀਂ ਹੈ। ਇਹਦਾ ਮਤਲਬ ਸਮਾਂ ਬਦਲਦਾ ਸਮਾਂ ਤੇ ਇੰਨਾ ਬਦਲਦਾ। ਦੇਖੋ ਤੁਸੀਂ, ਇੱਕ ਅੱਖਰ ਦਾ ਫਰਕ ਆ। ਅੱਗੇ ਦੋ ਬੰਦੇ ਹੁੰਦੇ ਸੀ ਠੇਕੇ ਤੇ, ਉਹਨਾਂ ਨੇ ਕਹਿਣਾ ਲਾ, ਹੁਣ ਉਹਨਾਂ ਨੇ ਕਹਿਣਾ ਲਾ। ਫਰਕ ਇੱਕ ਅੱਖਰ ਦਾ ਹੀ ਹੈ। ਜਾਨੀ ਅੱਗੇ ਹੁੰਦਾ ਸੀ ਕਿ ਭਾਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵੱਡੇ ਬੈਨਰ, ਫਲੈਕਸ ਬੋਰਡ, ਉਹ ਲਾ, ਤੇ ਹੁਣ ਉਹੀ ਬੰਦੇ ਕਹਿੰਦੇ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਫਲੈਕਸ ਬੋਰਡ ਉਹ ਲਾ, ਨਵਾਂ ਲਾ। ਆਹੋ ਹੋ ਸਕਦਾ ਵਿਚਾਰੇ, ਕਿਉਂਕਿ ਜਿੰਨੇ ਮੇਰੇ ਖਿਆਲ ਉਹ ਠੇਕੇਦਾਰ ਭਾਈਚਾਰੇ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀ ਹੈ ਤੇ ਵਿਚਾਰੇ ਉਹ ਮਜ਼ਦੂਰ ਭਾਈ ਦੂਸਰੇ स्टेटों ਨੂੰ आए, वो आपस में गल जरूर करे, अरे रामू क्या हुआ, ये सरदार जी की फोटो क्यों उतार रहे हैं? अरे नहीं, ये दूसरे वाले सरदार जी की फोटो लगाने हैं ना, इसलिए उतार दो इसको। वो ਜਿਹੜੇ ਬੰਦੇ ਉਹ ਜਿਹੜੇ ਭਾਈਚਾਰੇ ਵਾਲੇ ਆ, ਜਿਹੜੇ ਉਹ ਕੰਮ ਕਰਦੇ ਆ, ਕਾਮੇ ਨੇ, ਕਿਰਤੀ ਬੰਦੇ ਨੇ, ਉਹਨਾਂ ਨੇ ਕੀ ਆ, ਉਹ ਟਰਾਲੀ 'ਚ ਬੈਠ ਕੇ ਜਾਂਦੇ ਹੋਣੇ ਆ, ਆਪਸ 'ਚ ਗੱਲਾਂ ਕਰਦੇ ਰਹਿੰਦੇ ਹੋਣੇ ਆ, ਕਿਆ ਹੁਆ, ਇਹ ਹੁਆ, ਉਹ ਹੁਆ, ਤੇ ਉੱਥੇ ਜਾ ਕੇ ਜਦੋਂ ਦੇਖਦੇ ਹੋਣੇ ਆ, ਕਿਉਂਕਿ ਥਾਵਾਂ ਤਾਂ ਨਿਰਧਾਰਤ ਹੁੰਦੀਆਂ, ਉਹ ਕਹਿੰਦੇ ਨੇ ਇੱਥੇ ਲਾ ਦਿਓ। ਉਹ ਦੇਖਦੇ ਹੋਣੇ ਤਾਂ ਨੂੰ ਪਹਿਲਾਂ ਕੈਪਟਨ ਸਾਹਿਬ ਦੀ ਫੋਟੋ ਲੱਗੀ ਆ, ਇਸਕੋ ਨਹੀਂ ਉਤਾਰਨੇ का, ये तो उन्होंने बोला या इनका फोटो लगा वो नहीं उतारने का। ਹੁਣ ਉਹ ਕਹਿੰਦੇ ਹੋਣੇ ਆ ਕਿ ਭਾਈ ਆ ਲਾ ਦਿਓ, ਕਹਿੰਦੇ ਨਹੀਂ ਸਰਦਾਰ ਜੀ ਉਹ तो उनका ही फोटो, ਉਹ ਇਹਨੂੰ ਹੀ ਲਾਉਣਾ ਹੀ ਹੁਣ ਜਿੱਥੇ ਲੱਗਦਾ। ਆਹੋ ਆਮ ਬੰਦੇ ਨੂੰ ਸਮਝ ਆ ਗਈ ਹੋਣੀ, ਉਹਨਾਂ ਨੇ ਵਿਚਾਰਿਆਂ ਨੂੰ ਬਾਅਦ ਠੇਕੇਦਾਰ ਕੋਲੋਂ ਫੋਨ ਕਰਾਉਣਾ। ਕਈ ਬੰਦੇ ਦੇ ਨਾ ਪੱਕੇ ਹੁੰਦੇ ਆ, पहले ठेकेदार से बोलो, वो बोलेंगे फिर उतारेंगे, ऐसे गलत काम नहीं करवाने का। वो पिछली बार कोई बंदा उसके ऊपर कोई पोस्टर लगा गया था, बहुत गाली पड़ी थी, ये तो रखवाली करते इसकी हम, है ना। चलो ये है चेंज, तब्दीली। देखो जे चेंज हौली हौली आ रही है, जे लोगों के भले हिसाब नाल जिਵੇਂ ਚੰਗੀ ਵੀ ਹੋ ਸਕਦੀ। ਬਾਕੀ ਰੰਧਾਵਾ ਸਾਹਿਬ ਨੇ ਕਿਹਾ, ਉਹ ਕਹਿੰਦੇ ਚੇਂਜ 4.5 ਸਾਲਾਂ ਦੀ ਨਾ ਜਿਹੜੀ ਆਈ, 1.5 ਮਹੀਨੇ 'ਚ ਦੇਖਿਓ ਕਿੱਦਾਂ ਆਉਂਦੀ, ਕਿਉਂਕਿ 1 ਮਹੀਨੇ 'ਚ ਕਹਿੰਦੇ 4 ਹਫ਼ਤੇ ਹੁੰਦੇ ਆ। ਦਿਨ ਉਹਨਾਂ ਬੁੱਧਵਾਰ ਦਾ ਰੱਖ ਲਿਆ, ਬੁੱਧ ਕੰਮ ਸੁੱਧ ਕਰਨਾ, ਹਰੇਕ ਹਫ਼ਤੇ ਕੈਬਨਿਟ ਮੀਟਿੰਗ, ਹਰੇਕ ਹਫ਼ਤੇ ਕੈਬਨਿਟ ਮੀਟਿੰਗ। ਮੈਨੂੰ ਲੱਗਦਾ ਵੀ ਕੈਬਨਿਟ ਮੀਟਿੰਗਾਂ ਜਦੋਂ ਇੰਨੀਆਂ ਹੋਣਗੀਆਂ ਫਿਰ ਕੁਛ ਤੇ ਕੱਢਣਗੇ ਸੱਪ। ਸੰਧਾਲੀਆ ਸਾਹਿਬ ਪਹਿਲਾਂ 4 ਘੰਟੇ ਚੱਲੀ ਆ ਪਹਿਲੀ ਕੈਬਨਿਟ ਬੈਠਕ, 3 ਜਣੇ ਸੀ, ਇਹਦਾ ਮਤਲਬ ਸਵਾ ਘੰਟਾ ਆਇਆ ਸਾਰਿਆਂ ਨੂੰ। ਜੇ ਉੱਥੇ ਕਿਸੇ ਵੀ ਮੁੱਦੇ ਤੇ ਗੱਲ ਰੱਖਦੇ ਹੋਣੇ ਆ, ਇੰਨਾ ਤਾਂ ਸਮਾਂ ਹੋ ਸਕਦਾ ਬੰਦਾ 3 ਵਾਰੀ MLA ਬਣ ਜਾਏ, ਵਿਧਾਨ ਸਭਾ ਜਿਵੇਂ ਨਾ ਮਿਲਦਾ ਹੋਵੇ, ਸਾਰਾ ਵੀ ਰਲਾ ਲਈਏ ਤਾਂ ਆਪਾਂ। ਚੰਗੀ ਗੱਲ ਹੈ ਕਿ ਮੀਟਿੰਗ ਲੰਬੀ ਚੱਲੀ ਹੈ, ਚੰਗੀ ਗੱਲ ਹੈ ਕਿ ਪਹਿਲੇ ਦਿਨ ਰੇਤਾ ਵਾਲਾ ਫੈਸਲਾ ਕੀਤਾ ਹੈ, ਤੇ ਚੰਗੀ ਗੱਲ ਹੋਏਗੀ ਜੇ ਅਗਲੀ ਵਾਰੀ ਕੀਤੇ ਜਾਣ ਵਾਲੇ ਫੈਸਲੇ ਵੀ ਪਕੌੜਿਆਂ ਵਾਂਗੂ ਕੱਚੇ ਕਰਕੇ ਰੱਖ ਲੈਣਗੇ ਕਿ ਭਾਈ ਆਪਾਂ ਆ ਅਗਲੀ ਵਾਰੀ ਕਰਨਾ, ਪਹਿਲਾਂ ਬਾਕੀ ਬੰਦੇ ਆਪਾਂ ਮਿਨਿਸਟਰ ਬਣਾ ਲਈਏ। ਹੁਣ ਸੁਖਜਿੰਦਰ ਸਿੰਘ ਰੰਧਾਵਾ ਕਿਉਂਕਿ ਤੱਤੇ ਚੱਲਣ ਵਾਲੇ ਬੰਦੇ ਆ, ਤੁਹਾਨੂੰ ਯਾਦ ਹੋਣਾ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਉਪ ਮੁੱਖ ਮੰਤਰੀ ਬਣਨਾ, ਤੇ ਜਦੋਂ ਗੁਰਦਾਸਪੁਰ ਵਾਲੀ ਲੋਕ ਸਭਾ ਦੀ ਜ਼ਿਮਨੀ ਚੋਣ ਸੀ, ਉਦੋਂ ਮਜੀਠੀਆ ਸਾਹਿਬ ਦੇ ਨਾਲ ਸ਼ਬਦੀ ਪੰਗਾ ਵੀ ਪਿਆ ਸੀ ਨਾ। ਉਹ ਇਹਨਾਂ ਨੂੰ ਕਹਿੰਦੇ ਲੰਮਿਆ ਪਾਲਣਾ, ਉਹਨਾਂ ਨੂੰ ਕਹਿੰਦੇ ਟੰਗ ਦੇਣਾ। ਹੁਣ ਜਦੋਂ ਉਪ ਮੁੱਖ ਮੰਤਰੀ ਬਣ ਗਿਆ ਤਾਂ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਉਦੋਂ ਇੰਨੇ ਤੱਤੇ ਚੱਲਦੇ ਸੀ ਤਾਂ ਹੁਣ ਠੰਡੇ ਨਹੀਂ ਚੱਲ ਸਕਦੇ। ਹੁਣ ਉਹਨਾਂ ਨੂੰ ਪੁੱਛਿਆ ਗਿਆ ਜੀ ਕਦੋਂ ਕਰਨਾ ਹੈ, ਕੀ ਕਰਨਾ ਹੈ? ਉਹ ਕਹਿੰਦੇ ਜੀ ਸਾਨੂੰ 2 ਦਿਨ 'ਚ ਮਿਨਿਸਟਰੀਆਂ ਬਣਾ ਲੈਣ ਦਿਓ, ਜਿੱਦਣ ਹੀ ਮਿਨਿਸਟਰੀਆਂ ਬਣ ਗਈਆਂ ਉਦਣ ਹੀ ਤੁਹਾਨੂੰ ਦੱਸ ਕੇ ਕਰਾਂਗੇ। ਸੁਮੇਧ ਸੈਣੀ ਹੋਰਾਂ ਦੇ ਜ਼ਿਕਰ ਚੱਲ ਪਿਆ। ਉਹ ਕਹਿੰਦੇ ਜੀ ਮੈਂ ਅੱਜ ਵੀ ਕਹਿੰਦਾ, ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਜਿਹੜੀ ਪਿਛਲੇ ਦਿਨਾਂ 'ਚ ਉਹਨਾਂ ਦੀ ਗ੍ਰਿਫਤਾਰੀ ਕੀਤੀ ਉਹ ਡਰਾਮਾ ਕੀਤਾ। ਹਾਲਾਂਕਿ ਉਹ ਖੁਦ ਉਸੇ ਸਰਕਾਰ 'ਚ ਮੰਤਰੀ ਸਨ, ਹਾਲਾਂਕਿ ਆਪਣੀ ਹੀ ਪਾਰਟੀ ਦੀ ਸਰਕਾਰ ਸੀ, ਜਿਹਦੇ ਹੁਣ 6 ਮਹੀਨੇ ਦੀ ਟਰਮ ਰਹਿ ਗਈ ਤਾਂ ਮੁੱਖ ਮੰਤਰੀ ਬਦਲਿਆ। ਉਹ ਕਹਿੰਦੇ ਉਹ ਡਰਾਮਾ ਕੀਤਾ ਸੀ ਤੇ ਐਤਕੀ ਡਰਾਮਾ ਨਹੀਂ ਹੋਊਗਾ, ਐਤਕੀ ਬੰਦਾ ਅੰਦਰ ਜਾਊਗਾ। ਹਾਂ ਨਹੀਂ ਉਹ ਤਾਂ ਹੈ। ਦੇਖੋ ਕਾਰਨ ਇਹ ਆ ਵੀ ਜਿਹੜੀ ਲੜਾਈ ਦੀ ਤੁਸੀਂ ਗੱਲ ਕੀਤੀ, ਉਹ ਲੜਾਈ ਤੇ ਹੁਣ ਮੇਰੇ ਖਿਆਲ ਨਾਲ ਲੁਕੀ ਰਹੀ ਨਹੀਂ ਕਿਸੇ ਕੋਲ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੇ ਆਪਾਂ ਅੱਜ ਵੀ ਪੁਰਾਣੇ ਬਿਆਨ ਕੱਢ ਕੇ ਵੇਖ ਲਈਏ ਤੇ ਜਿੰਨੇ ਤੱਤੇ ਰੰਧਾਵਾ ਸਾਹਿਬ ਦਿੰਦੇ ਸੀ ਉਹ ਤੋਂ ਥੋੜਾ ਜਿਹਾ 1-2 ਡਿਗਰੀ ਵੱਧ ਤੱਤੇ ਅਕਾਲੀ ਦਲ ਵਾਲੇ ਪਾਸੇ ਆਉਂਦੇ ਸੀ ਜੀ। ਉਹ ਜੋ ਕੁਛ ਮੇਰੇ ਖਿਆਲ ਨਾਲ ਜਿੱਧਰ ਨੂੰ ਚੱਲਦਾ ਰਿਹਾ, ਤੇ ਉਦੋਂ ਰੰਧਾਵਾ ਸਾਹਿਬ ਨੇ ਕਈ ਵਾਰਾਂ ਕਿਹਾ ਵੀ ਸੀ ਵੀ ਤੁਸੀਂ ਬੇਇੱਜ਼ਤੀ ਕਰਾਉਂਦੇ ਹੋ ਮੇਰੀ ਕੈਪਟਨ ਸਾਹਿਬ ਜੀ, ਹੁਣ ਕਰਨ ਦਾ ਮੌਕਾ ਕਰਦੇ ਕਿਉਂ ਨਹੀਂ ਕੁਛ ਵੀ। ਤੇ ਉਦੋਂ ਜਦੋਂ ਨਹੀਂ ਸੀ ਸਾਹਮਣੇ ਕੁਛ ਹੁੰਦਾ ਫਿਰ ਵਿਰੋਧੀ ਗੱਲਾਂ ਕਰਦੇ ਸੀ, ਯਾਰ ਕੁਛ ਤੇ ਗੱਲ ਹੈਗੀ ਆ ਜਿਹੜਾ ਕੁਛ ਹੁੰਦਾ ਨਹੀਂ ਹੈ ਨਾ। ਹੁਣ ਤੁਸੀਂ ਇਹ ਦੇਖੋ ਵੀ ਇੱਕ ਤੇ ਹੁੰਦਾ ਨਾ ਵੀ ਜਿੱਦਾਂ ਉਹ ਲਾਗੋਂ ਗਿਆ ਉਹ ਫੜ ਮਾਰ ਡਾਂਗ ਕੀ ਕਰਦਾ, ਹੁਣ ਉਹ ਕੋਈ ਮਾਰਦੇ ਕਰਦੇ ਆ ਯਾਰ। ਤੇ ਹੁਣ ਜਦੋਂ ਡਾਂਗ ਹੀ ਅਗਲੇ ਦੇ ਹੱਥ 'ਚ ਫੜਾਤੀ ਹੋਵੇ ਫਿਰ ਉਹਨੇ ਪੁੱਛਣਾ ਥੋੜਾ ਹੁਣ ਕਿਸੇ ਨੂੰ। ਨਹੀਂ ਸੰਧਾਲੀਆ ਸਾਹਿਬ ਇਹ ਬਹੁਤ ਜ਼ਰੂਰੀ ਹੈ। ਹੁਣ ਤਾਂ ਲੋਕਾਂ ਨੇ ਸਵਾਲ ਪੁੱਛਣੇ, ਅੱਗੇ ਤਾਂ ਸੀਗਾ ਨਾ ਟਵੀਟ ਕਰਕੇ ਸਰ ਜਾਂਦਾ ਸੀ, ਅੱਗੇ ਇਹ ਕਹਿ ਕੇ ਸਰ ਜਾਂਦਾ ਸੀ ਕਿ ਭਾਈ ਨਾ 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 ਇਹ ਫੈਸਲਾ ਪੰਜਾਬ ਵਿਰੋਧੀ ਆ, ਮੈਂ ਚਿੱਠੀ ਲਿਖਤੀ ਆ ਮੁੱਖ ਮੰਤਰੀ ਸਾਹਿਬ ਨੂੰ ਮਿਲੂੰਗਾ। ਹੁਣ ਤਾਂ ਮੁੱਖ ਮੰਤਰੀ ਵੀ ਉਹਨਾਂ ਦਾ ਆਪਣਾ, ਹੁਣ ਚਿੱਠੀ ਲਿਖਣ ਦੀ ਲੋੜ ਨਹੀਂ, ਚਰਨਜੀਤ ਸਿੰਘ ਚੰਨੀ ਨੂੰ ਤਾਂ ਸਿੱਧਾ ਮਿਲ ਸਕਦੇ ਆ। ਹੁਣ ਤਾਂ ਪਹਿਲਾਂ ਵਾਲੀ ਗੱਲ ਨਹੀਂ, ਚਰਨਜੀਤ ਸਿੰਘ ਚੰਨੀ ਕਿਹੜਾ ਮਹਿਲ 'ਚ ਰਹਿੰਦੇ ਆ, ਜਾਂ ਉਹਨਾਂ ਨੇ ਕੜੀ ਕਿਤੇ ਕਿਹਾ ਕਿ ਭਾਈ ਮੈਂ ਮੋਰੇ 15 ਸਲਾਹ ਕਰਨੇ, ਉਹ ਕਹਿਣਗੇ ਤਾਂ ਮਿਲ ਸਕਦੇ ਆ, ਨਹੀਂ ਤਾਂ ਨਹੀਂ ਮਿਲ ਸਕਦੇ। ਉਹ ਤਾਂ ਬੰਦੇ ਕਹਿੰਦੇ ਬਿਸਤਰਾ ਹੀ ਗੱਡੀ 'ਚ ਹੈ। ਇਸ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਜੇ ਤੁਸੀਂ ਟਾਂਡਿਓ ਭੋਗਪੁਰ ਨੂੰ ਜਾਣਾ, ਜਾਂਦੇ ਜਾਂਦੇ ਗੱਲ ਕਰ ਲਓ, ਇੱਕ ਗੱਡੀ ਬਹਿ ਜਾਓ, ਡਰਾਈਵਰ ਸਾਹਿਬ ਤੁਹਾਡੀ ਗੱਡੀ ਪਿੱਛੇ ਲੈ ਆਉਣਗੇ। ਹੁਣ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੁੱਛਿਆ ਗਿਆ ਜੀ ਕੇਸ ਬੜੇ ਹਰੇ ਸਰਕਾਰਾਂ ਨੇ, ਉਹ ਕਹਿੰਦੇ ਹੁਣ ਦਿੱਲੀੋਂ ਵਕੀਲ ਨਹੀਂ ਆਊਗਾ।
ਹੁਣ ਤਾਂ ਪੰਜਾਬ ਦੇ ਵਕੀਲ ਹੀ ਲੜਨਗੇ ਤੇ ਪੰਜਾਬ ਦੇ ਵਕੀਲ ਹੀ ਜਿੱਤਣਗੇ, ਤਾਂ ਇਹ ਸਿੱਧਾ ਅਤੁਲ ਨੰਦੇ ਹੋਰਾਂ ਨਾਲ ਗੱਲ ਜਾਂਦੀ ਸੀ। ਹੁਣ ਇੱਥੇ ਵੀ ਸਵਾਲ ਉਹੀ ਖੜਦਾ ਕਿ ਠੀਕ ਹੈ ਅੱਗੋਂ ਤੋਂ ਤਾਂ ਸਾਰਾ ਕੰਮ ਠੀਕ ਹੋ ਜੂ, ਪਰ ਕਿਤੇ ਨਜਾਇਜ਼ ਉਸਾਰੀ ਵਾਲੀਆਂ ਕਲੋਨੀਆਂ ਨੂੰ ਨਾ ਹੋਵੇ ਕਿ ਭਾਈ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਠੀਕ ਨਹੀਂ ਕੀਤਾ, ਕਿਉਂਕਿ ਇਹ ਕਹਿੰਦੇ ਰਹੇ ਨੇ ਜਾਖੜ ਸਾਹਿਬ ਵੀ, ਰੰਧਾਵਾ ਸਾਹਿਬ ਵੀ, ਨਵਜੋਤ ਸਿੰਘ ਸਿੱਧੂ ਵੀ ਤੇ ਚੰਨੀ ਸਾਹਿਬ ਵੀ ਕਹਿੰਦੇ ਰਹੇ ਆ ਕਿ ਭਾਈ ਸਰਕਾਰੀ ਵਕੀਲਾਂ ਦੀ ਠੀਕ ਟੀਮ ਕੰਮ ਨਹੀਂ ਕਰ ਰਹੀ, ਇਸੇ ਕਰਕੇ ਅਸੀਂ ਹਰੀ ਜਾਂਦੇ ਆ। ਚਾਹੇ ਕੋਈ ਬਿਜਲੀ ਵਾਲਾ ਮੁੱਦਾ, ਚਾਹੇ ਕੋਈ ਮੁੱਦਾ, ਟੀਮ ਹਾਰ ਜਾਂਦੀ ਹੈ। ਕੀ ਕੋਈ ਹਿਸਾਬ ਲਿਆ ਜਾ ਸਕਦਾ ਕਿ ਭਾਈ ਤਨਖਾਹਾਂ ਲੈਂਦੇ ਰਹੇ ਹੋ, ਪੱਤੇ ਲੈਂਦੇ ਰਹੇ ਹੋ, ਸਰਕਾਰੀ ਗੱਡੀਆਂ ਝੂਟਦੇ ਰਹੇ ਹੋ, ਕੇਸ ਕੋਈ ਕਿਉਂ ਨਹੀਂ ਜਿੱਤਿਆ? ਤੇ ਮੈਨੂੰ ਇਹ ਵੀ ਲੱਗਦਾ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚੋਂ ਪਿਛਲੇ ਸਮੇਂ ਜਿਹੜੀਆਂ ਮੋਟੀਆਂ ਫੀਸਾਂ ਦੇ ਕੇ ਦਿੱਲੀੋਂ ਵਕੀਲ ਸੱਦੇ ਜਾਂਦੇ ਰਹੇ ਆ। ਹੁਣ ਤੁਸੀਂ ਇਹ ਦੇਖੋ, ਤੁਸੀਂ ਮੈਨੂੰ ਰੱਖਿਆ ਹੋ ਕਿ ਭਾਈ ਖੇਤ 'ਚ ਪਾਣੀ ਤੂੰ ਲਾਉਣਾ ਹੈ, ਮੈਂ ਖੇਤ 'ਚ ਹੀ ਹੋਵਾਂ ਤੇ ਤੁਹਾਨੂੰ ਉਹ ਮੇਰੇ ਵਾਲਾ ਹੀ ਕੰਮ ਕਰਨ ਨੂੰ ਦੁੱਗਣੀ ਤਨਖਾਹ ਦੇ ਉੱਤੇ ਬੰਦਾ ਲਿਆ ਕੇ ਹੋਰ ਰੱਖਣਾ, ਮੈਨੂੰ ਤੁਸੀਂ ਰਗੜ ਕੇ ਗੋਡੇ ਤੇ ਲਾਉਣਾ, ਮਿੰਟ ਨਹੀਂ ਇੱਕ ਲਾਉਣਾ। ਰਗੜ ਕੇ ਗੋਡੇ ਤੇ ਭਾਵੇਂ ਲਾਈ ਉਹ ਤਾਂ ਵੱਖਰੀ ਗੱਲ, ਮੈਂ ਪੂਰੇ ਗੋਡੇ ਤੇ ਆਉਣਾ ਨਹੀਂ ਰਗੜ ਵੀ ਲਿਆ। ਤੁਸੀਂ ਇਹ ਦੇਖੋ ਵੀ ਗੋਡਿਆਂ ਪਰ ਨੇ ਬੰਦਾ ਕਾਰ ਜ਼ਰੂਰ ਲੈਣਾ ਹੈ ਨਾ, ਵੀ ਤੈਨੂੰ ਬੰਦੇ ਦਾ ਪੁੱਤ ਬਣਾਉਣਾ, ਤੈਨੂੰ ਜਿਹੜੇ ਕੰਮੇ ਲਾਇਆ ਉਹ ਲਾਉਣਾ ਲਗਾਉਣਾ ਚਾਹੀਦਾ। ਪਰ ਚਲੋ ਅਤੁਲ ਨੰਦਾ ਹੋਰੀ ਤੇ ਵੈਸੇ ਅਸਤੀਫਾ ਦੇ ਗਏ, ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਸੋਚ ਗਈ ਹੋਣੀ ਹੈ ਵੀ ਭਾਈ ਸਾਹਿਬ ਹੁਣ ਜਦੋਂ ਸਰਕਾਰ ਬਦਲ ਗਈ ਹੈ ਤੇ ਜਦੋਂ ਸਰਕਾਰ ਬਦਲ ਗਈ ਫਿਰ ਮਾਹੌਲ ਬਦਲ ਜਾਣਾ। ਪਰ ਇੱਕ ਚੀਜ਼ ਹੈ ਵਾਟ ਸਾਹਿਬ, ਮੈਨੂੰ ਲੱਗਦਾ ਵੀ ਕੰਮ ਦੋ ਤਰ੍ਹਾਂ ਦੇ ਆ। ਇੱਕ ਤੇ ਉਹ ਕੰਮ ਨੇ ਜਿਹੜੇ ਜਿੱਦਾਂ ਹੁੰਦਾ ਨਾ ਵੀ ਆ ਭਾਈ ਸਾਹਿਬ ਇਹ ਰੌਲਾ ਕੀ, ਉਹ ਕਹਿੰਦਾ ਯਾਰ ਪਤਾ ਨਹੀਂ ਪੈਪ 'ਚ ਕੁਝ ਫਸਿਆ, ਕੁਝ ਲੰਘਦਾ ਨਹੀਂ। ਹੁਣ ਜਾਂ ਤੇ ਉਹ ਜਿਹੜੇ ਆ 1.5-2 ਮਹੀਨੇ ਕੰਮ ਦੇ ਨੇ ਉਹ ਪੈਪ ਦੇ ਵਿੱਚੋਂ ਜੋ ਕੁਝ ਫਸਿਆ ਸੀ ਉਹ ਕੱਢਣ ਤੇ ਲਾ ਲੈਣ, ਜਾਂ ਫਿਰ ਪਹਿਲਾਂ ਇੱਕ ਪੈਪ ਪਾ ਲੈਣ ਨਵਾਂ, ਕੰਮ ਚੱਲਦਾ ਕਰ ਲੈਣ, ਉਧਰ ਵੱਖਰਾ ਇੱਕ ਬੰਦਾ ਵੰਝ ਲੈ ਕੇ ਸ਼ੁਰੂ ਹੋ ਜਾਵੇ, ਕੋਈ ਗੱਲ ਨਹੀਂ ਪੈਪ ਮੈਂ ਖੋਲਦਾ ਤੁਸੀਂ ਕੰਮ ਚੱਲਦਾ ਕਰੋ, ਪਾਣੀ ਕੱਢੀ ਜਾਂਦਾ ਤੱਕ, ਹੈ ਨਾ। ਸੋ ਮੈਨੂੰ ਇਹ ਲੱਗਦਾ ਵੀ ਉਹ ਵਾਲਾ ਜਿਹੜਾ ਕੰਮ ਹੈ ਕਰ ਲੈਣਾ ਚਾਹੀਦਾ। ਇਹ ਨਾ ਹੋਏ ਵੀ ਸਾਰੀ ਦੀ ਸਾਰੀ એનર્ਜੀ ਇੱਥੇ ਹੀ ਫਸਾ ਕੇ ਬਹਿ ਜਾਣ ਵੀ ਜਿਹੜੇ ਕੰਮ ਰੁਕੇ ਸੀ ਉਹ ਕਿਉਂ ਰੁਕੇ ਸੀ, ਕਿਉਂਕਿ ਜਿਨ੍ਹਾਂ ਨੇ ਰੋਕੇ ਹੋਣਗੇ ਜਾਂ ਰੁਕੇ ਹੋਣਗੇ ਉਹਨਾਂ ਨੇ ਉਦੋਂ ਵੀ ਸੋਚਿਆ ਉਹ ਵੀ ਜੇ ਕੱਲ ਨੂੰ ਪੇਚਾ ਪੈ ਗਿਆ ਤੇ ਹੋਰ ਕਿਹੜਾ ਪੰਗਾ ਪਾਉਣਾ, ਸੋ ਉਹਦੇ ਨਾਲ ਚੰਗਾ ਵੀ ਇੱਕ ਵੱਖਰਾ ਰਾਹ ਵੱਖਰਾ ਹੋਏ। ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ, ਇਹ ਪੰਜਾਬ ਦੀ ਅੱਜ ਤੱਕ ਤਰਾਸਦੀ ਰਹੀ ਹੈ। ਜਦੋਂ ਪਹਿਲੀ ਵਾਰੀ ਨਜਾਇਜ਼ ਕਲੋਨੀਆਂ ਬਣੀਆਂ ਤਾਂ ਕਿਹਾ ਜੁਰਮਾਨਾ ਦੇ ਕੇ ਪੱਕੀਆਂ ਕਰਾ ਲਓ, ਉਦੋਂ ਇਹ ਨਹੀਂ ਦੇਖਿਆ ਗਿਆ ਕਿ ਕਿਹੜੇ ਅਫਸਰਾਂ ਨੇ ਗਲਤ ਕੀਤਾ ਸੀ, ਕਿਹੜੇ ਅਫਸਰਾਂ ਨੇ ਤਨਖਾਹ ਲਈ ਪਰ ਉਹਨਾਂ ਦੇ ਨੱਕ ਥੱਲੇ ਬਣੀਆਂ, ਚਾਹੇ ਪ੍ਰੈਸ਼ਰ 'ਚ ਬਣੀਆਂ। ਜੇ ਉਦੋਂ ਨਜਾਇਜ਼ ਕਲੋਨੀਆਂ ਨੂੰ ਜਾਇਜ਼ ਕਰਨ ਦੇ ਨਾਲ ਹਲਕੀਆਂ ਸਜ਼ਾਵਾਂ ਉਹ ਅਫਸਰਸ਼ਾਹੀ ਨੂੰ ਦਿੱਤੀਆਂ ਹੁੰਦੀਆਂ, ਜੇ ਅਫਸਰਸ਼ਾਹੀ ਦੱਸਦੀ ਕਿ ਫਲਾਨਾ ਮੰਤਰੀ ਕਹਿੰਦਾ ਸੀ ਅਸੀਂ ਤਾਂ ਕੀਤਾ, ਇੱਕ ਅੱਧੇ ਨੂੰ ਸੇਕਾ ਦਿੱਤਾ ਹੁੰਦਾ ਤਾਂ ਮੁੜ ਕੇ ਖੁੰਬਾਂ ਵਾਂਗੂ ਜਿਹੜੀਆਂ ਨਜਾਇਜ਼ ਕਲੋਨੀਆਂ ਬਣਦੀਆਂ ਸੀ ਜਿਹਦੇ ਨਾਲ ਲੋਕਾਂ ਦਾ ਰਹਿਣਾ ਮੁਸ਼ਕਲ ਹੋਇਆ, ਪਾਰਕਿੰਗ ਨੂੰ ਥਾਂ ਨਹੀਂ ਲੱਭਦੀ, ਨਿਆਣਿਆਂ ਦੇ ਖੇਡਣ ਨੂੰ ਥਾਂ ਨਹੀਂ, ਗ੍ਰੀਨ ਜਿਹੜਾ ਪੋਰਸ਼ਨ ਛੱਡਣਾ ਹੁੰਦਾ ਉਹ ਹੈ ਨਹੀਂ, ਉਹ ਦੁਬਾਰਾ ਨਹੀਂ ਸੀ ਹੋਣਾ। ਠੀਕ ਹੈ ਪਾਈਪ ਪਾ ਕੇ ਆਪਣਾ ਕੰਮ ਸ਼ੁਰੂ ਕਰ ਲੈਣ, ਪਰ ਇਹਨਾਂ ਨਾਲ ਹੋਵੇ ਕਿ ਵੰਝ ਵਰਗਾ ਬੰਦਾ ਥੋੜਿਆ ਰੱਖ ਲੈਣ, ਤੋ ਕਵੇ ਕੋਈ ਗੱਲ ਨਹੀਂ ਮੈਂ ਕਰਦਾ ਹਿਸਾਬ, ਕੋਈ ਗੱਲ ਹੀ ਨਹੀਂ। ਨਹੀਂ ਕੋਈ ਗੱਲ ਨਹੀਂ, ਉਹਦੇ ਐਟਲੀਸਟ ਜਿਹੜਾ ਬੰਦਾ ਪਿੱਛੋਂ ਤਰਾਜ ਕਰਦਾ ਸੀ ਯਾਰ ਤੈਨੂੰ 3 ਦਿਨ ਹੋ ਗਏ ਨਾਲੀ ਦਾ ਪਾਣੀ ਨਿਕਲਿਆ, ਉਹਨੇ ਤਰਾਜ ਕਰਨ ਨੂੰ ਹਟ ਜਾਣਾ ਕਿਉਂਕਿ ਪਾਣੀ ਨਿਕਲਣਾ ਆਪਣਾ, ਫਿਰ ਉਹਨੂੰ ਬੰਦ ਪੈਪ ਦਾ ਚੇਤਾ ਭੁੱਲ ਜਾਣਾ, ਫਿਰ ਬਾਅਦ ਚ ਸਹਿ ਕੇ ਜੇ ਵੇਖੇ ਵੀ ਉਹ ਆਪ ਹੁਣ ਜਿਹੜੇ ਵੰਝ ਵਾਲਾ ਸੀ ਨਾ ਇਹਨੂੰ ਵੀ ਢਾਲ ਲਓ ਨਾਲ ਹੀ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਤਰੀਕਾ ਬੰਦੇ ਉਹ ਸਿਆਣੇ ਨੇ ਜੋ ਹੁਣ ਕਾਂਗਰਸ ਪਾਰਟੀ ਨੇ ਬਦਲ ਕੇ ਬਣਾਏ ਨੇ, ਕੁਛ ਨਾ ਕੁਛ ਤੇ ਕਰਨਗੇ। ਆਪਾਂ ਤਾਂ ਜਸਟ ਇੱਕ ਆਈਡੀਆ ਹੀ ਡਿਸਕਸ ਕਰ ਰਹੇ ਹਾਂ ਵੀ ਇਹ ਨਾ ਹੋਵੇ ਵੀ ਆਪਾਂ ਸਾਰੀ એનર્ਜੀ ਉਸੇ ਚੀਜ਼ ਤੇ ਲਾ ਲਈਏ ਵੀ ਜਿਹੜਾ ਦਰਵਾਜ਼ਾ ਜਿਹੜਾ ਸੀ ਉਹ ਬੰਦ ਸੀ, ਜਿੰਦਰਾ ਜੰਗਾਲਿਆ ਤੇ ਉਦੋਂ ਬਾਅਦ ਕੋਈ ਆਖੇ ਡੀਜ਼ਲ ਲਿਆ, ਕੋਈ ਆਖੇ ਮਿੱਟੀ ਦਾ ਤੇਲ ਲਿਆ, ਉਹਦੇ ਨੂੰ ਚੰਗਾ ਵੀ ਦਰਵਾਜ਼ਾ ਦੂਜੇ ਪਾਸੇ ਕਬਜੇ ਖੋਲ ਕੇ ਲਾ ਕੇ ਸਾਈਡ ਤੇ ਰੱਖ ਲਓ, ਜਿੰਦਰਾ ਫੇਰ ਖੋਲਦੇ ਰਵਾਂਗੇ ਵੀ ਕਿੰਨੇ ਬੰਦ ਕੀਤਾ ਹੈ ਨਾ, ਜਿਹੜਾ ਨਾ ਖੁੱਲ ਜੇ। ਠੀਕ ਹੈ। ਅੱਛਾ ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਤੇ ਵਿਰੋਧੀ ਕਿਹੜਾ ਹਟਦੇ ਆ, ਉਧਰ ਅਸ਼ਵਨੀ ਸ਼ਰਮਾ ਸਾਹਿਬ ਨੇ ਬਹੁਤ ਵੱਡੀ ਡਿਮਾਂਡ ਰੱਖੀ ਹੈ। ਉਹ ਕਹਿੰਦੇ ਸਿੱਧੂ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਉਹ ਆਪਣੇ ਜਿਹੜੇ ਉਹਨਾਂ ਦੇ ਮਿੱਤਰ ਨੇ ਉਹਨਾਂ ਨੂੰ ਕਹਿ ਕੇ ਜਿਹੜੇ ਡਰੋਨ ਰਾਹੀਂ ਨਸ਼ਾ ਆਉਂਦਾ ਤੇ ਡਰੋਨ ਰਾਹੀਂ ਹਥਿਆਰ ਆਉਂਦੇ ਨੇ ਨਾ ਉਹ ਬੰਦ ਕਰਵਾ ਦੇਣ। ਹੁਣ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਜਿਹੜਾ ਬਿਆਨ ਦੇ ਕੇ ਇਸ ਲੈਵਲ ਦੀ ਸੱਟ ਮਾਰੀ ਅਸ਼ਵਨੀ ਸ਼ਰਮਾ ਸਾਹਿਬ ਨੇ, ਉਹ ਕਿੱਧਰ ਨੂੰ ਜਾਊਗੀ ਗੇਮ? ਦੇਖੋ ਜਾਣੀ ਕਿੱਧਰ ਨੂੰ ਆ, ਵੈਸੇ ਤਾਂ ਇਹ ਨੈਸ਼ਨਲ ਲੈਵਲ ਦਾ ਮਸਲਾ ਕਿਉਂਕਿ ਬਾਰਡਰੋਂ ਪਾਰੋਂ ਆਉਂਦੀ ਹੈ ਨਾ। ਜੇ ਡਰੋਨ ਦਾ ਉਹਨਾਂ ਨੇ ਜ਼ਿਕਰ ਕੀਤਾ, ਕੈਪਟਨ ਸਾਹਿਬ ਵੀ ਜਾਂਦੇ ਜਾਂਦੇ ਕਹਿ ਕੇ ਗਏ ਸੀ ਇੰਨੇ ਹਥਿਆਰ ਆ ਗਏ, ਇੰਨਾ ਨਸ਼ਾ ਆਉਂਦਾ ਹੈ, ਅਸੀਂ ਸਾਰਾ ਕੁਝ ਕਰਨਾ, ਅਮਨ ਅਮਾਨ ਦੀ ਸਥਿਤੀ ਕਾਇਮ ਰਹਿਣੀ ਚਾਹੀਦੀ ਹੈ। ਮੈਨੂੰ ਇਹ ਲੱਗਦਾ ਕਿ ਸੰਵਿਧਾਨਕ ਤੌਰ ਦੇ ਉੱਤੇ ਤਾਂ ਜਿੰਨਾ ਕਿ ਬੀਜੇਪੀ ਦੇ 2 MLAs ਦੇ ਸਭ ਦੇ ਕੋਲੇ ਰਾਈਟ ਆ, ਉਹਨਾਂ ਕਿ ਨਵਜੋਤ ਸਿੰਘ ਸਿੱਧੂ ਦੇ ਕੋਲ ਹੈ, ਕਿਉਂਕਿ ਬੀਜੇਪੀ ਦੇ ਪੰਜਾਬ 'ਚ 2 MLA ਤੇ ਸਿੱਧੂ ਸਾਹਿਬ ਵੀ MLA ਹੈ। ਹਾਂ ਉਸ ਪਾਰਟੀ ਦੇ ਪ੍ਰਧਾਨ ਨੇ ਜਿਹੜੀ ਪਾਰਟੀ ਦੀ ਸਰਕਾਰ ਹੈ, ਸਿੱਧੂ ਸਾਹਿਬ ਨੂੰ ਵੀ ਕਹਿਣਾ ਚਾਹੀਦਾ। ਪਰ ਅਸ਼ਵਨੀ ਸ਼ਰਮਾ ਹੋਰਾਂ ਨੇ ਵਧੀਆ ਕੀਤਾ ਕਿਉਂਕਿ ਨਸ਼ਾ ਆਉਂਦਾ ਤਾਂ ਮਾੜੀ ਗੱਲ ਆ, ਪੰਜਾਬ ਦੇ ਗੱਭਰੂ ਮੁਟਿਆਰਾਂ ਦੀ ਜ਼ਿੰਦਗੀ ਤਬਾਹ ਹੁੰਦੀ ਹੈ। ਪਰ ਦੂਜੇ ਪਾਸੇ ਨਾਲ ਦੀ ਨਾਲ ਤੱਤੀ ਖਬਰ ਇਹ ਵੀ ਹੈ ਕਿ ਗੁਜਰਾਤ ਦੇ ਸਮੁੰਦਰੀ ਤੱਟ ਤੋਂ ਨਾ ਬਹੁਤ ਵੱਡੀ ਪੱਧਰ ਦੇ ਉੱਤੇ ਨਸ਼ਾ ਫੜਿਆ ਗਿਆ, ਤੇ ਇੱਕ ਵਾਰੀ ਨਹੀਂ ਫੜਿਆ ਗਿਆ, ਉਹ ਪਿਛਲੇ 1 ਸਾਲ ਦੇ ਵਿੱਚ ਕਈ ਵਾਰ ਫੜਿਆ ਗਿਆ ਤੇ ਏਡੀ ਵੱਡੀ ਖੇਪ ਅਜੇ ਤੱਕ ਫੜੀ ਨਹੀਂ ਸੀ ਗਈ। ਇਹਦੇ ਪੰਜਾਬ 'ਚ ਵੀ ਫੜਿਆ ਜਾਂਦਾ ਹੈ। ਨਹੀਂ ਉਹਦਾ ਜ਼ਿਕਰ ਅਗਲਾ ਵੀ ਕਰ ਲੈਣਾ, ਉਹ ਬੰਦਰਗਾਹ ਕਿਹਨਾਂ ਦੇ ਕੋਲ ਆ,
ਉਹ ਵੀ ਜ਼ਰੂਰ ਦੱਸਣ ਅਸ਼ਵਨੀ ਸ਼ਰਮਾ ਹੋ ਰਹੀ ਆ ਵੀ ਕਿੱਦਾਂ ਵੀ ਉਹ ਕੰਮ ਸੂਤ ਕਿਉਂ ਨਹੀਂ ਆਉਂਦਾ। ਹਾਂ। ਹੁਣ ਰੌਲਾ ਇਹ ਕਿ ਸਾਰੀ ਚੀਜ਼ ਨੂੰ ਜੇ ਤਾਂ ਬੰਦਾ ਇੱਕ ਕਲਾ ਵਿੱਚ ਲੈ ਕੇ ਕੋਈ ਵੀ ਬੰਦਾ ਦੇਖਦਾ ਕਿ ਭਾਈ ਚਾਹੇ ਗੁਜਰਾਤ ਤੋਂ ਆਉਂਦਾ ਹੈ, ਚਾਹੇ ਰਾਜਸਥਾਨ ਤੋਂ ਸੌਦਾ ਆਉਂਦਾ ਹੈ, ਚਾਹੇ ਪੰਜਾਬ ਤੋਂ ਆਉਂਦਾ, ਚਾਹੇ ਕਸ਼ਮੀਰ ਤੋਂ ਆਉਂਦਾ, ਆਪਾਂ ਇੱਕ ਮੁੱਠ ਹੋ ਕੇ ਰੋਕੀਏ, ਕਿਉਂਕਿ ਬਾਰਡਰ ਦੇ ਉੱਤੇ ਕੇਂਦਰੀ ਫੋਰਸ ਹੁੰਦੀ ਹੈ, ਇੱਧਰ ਪੰਜਾਬ ਪੁਲਿਸ ਹੈ, ਦੋਨਾਂ ਦੀ ਆਪਸ ਦੇ ਵਿੱਚ ਸਾਂਝ ਬਹੁਤ ਜ਼ਰੂਰੀ ਹੈ, ਸੂਬੇ ਦੀ ਤੇ ਕੇਂਦਰ ਦੀ, ਤਾਂ ਦੋਨਾਂ ਫੋਰਸਸ ਦੀ। ਤੇ ਉਸ ਮੁੱਦੇ ਦੇ ਉੱਤੇ ਤੇ ਜੇ ਕਲਾਵੇ 'ਚ ਲੈ ਕੇ ਗੱਲ ਕੀਤੀ ਜਾਂਦੀ ਚੰਗਾ ਸੀ, ਐਂ ਤਾਂ ਫਿਰ ਚਲੋ ਸਿਆਸੀ ਆ। ਨਹੀਂ ਸਿਆਸੀ ਨਹੀਂ, ਮੈਨੂੰ ਲੱਗਦਾ ਵੀ ਜਿਹੜੇ ਸਿਆਸੀ ਬਿਆਨ ਦਿੱਤੇ ਜਾਂਦੇ ਆ ਨਾ ਉਹ ਵੀ ਜਮਾ ਤਿਆਬ ਵਰਗੇ ਆ। ਅਗਲਾ ਪਹਿਲਾਂ ਟੈਸਟ ਕਰਦਾ ਵੀ ਇਹ ਦੇਖ ਵੀ ਕਿੰਨਾ ਕੁ ਸਾੜੂ, ਉਹ ਕਹਿੰਦਾ ਯਾਰ ਦੇਖ ਮੈਂ ਤੋਂ ਵੀ ਜ਼ਰੀਲਾ ਦਿੱਤਾ। ਹੁਣ ਜਿੱਦਾਂ ਮੰਨ ਲਓ ਅਸ਼ਵਨੀ ਸ਼ਰਮਾ ਸਾਹਿਬ ਦੇ ਇਸ ਬਿਆਨ ਨੂੰ ਦੇਖੀਏ, ਇਹ ਵੀ ਦੇਖੋ ਵੀ ਦੋਹੀਂ ਪਾਸੇ ਦੰਦਿਆਂ ਵਾਲਾ। ਇੱਕ ਪਾਸੇ ਤੇ ਇਹ ਕੰਮ ਹੋ ਗਿਆ ਵੀ ਜੇ ਕੱਲ ਨੂੰ ਕੋਈ ਪੁੱਛੇ ਵੀ ਮਹਾਰਾਜ ਆਹ ਦੇਖੋ ਜੀ ਇਹ ਤਾਂ ਜਿਹੜੀ BSF ਦੀ ਗੱਲਬਾਤ ਆ ਜਾਂ ਜਿਹੜੀ ਮਤਲਬ ਇੰਟਰਨੈਸ਼ਨਲ ਬਾਰਡਰ ਆ, ਇਸ ਕਰਕੇ ਸਾਰਾ ਕੁਝ ਜਿਹੜਾ ਉਹ ਕੇਂਦਰ ਸਰਕਾਰ ਨੇ ਦੇਖਣਾ ਤੇ ਕੇਂਦਰ ਸਰਕਾਰ ਤੇ ਜ਼ਿੰਮੇਵਾਰੀ ਪੈਣੀ ਸੀ, ਉਧਰੋਂ ਬਰੀ ਹੋ ਗਏ। ਨਹੀਂ ਉਹ ਸਿੱਧੂ ਸਾਹਿਬ ਵੇਖਣ ਫਿਰ, ਹੈ ਨਾ ਜੀ। ਦੂਜੀ ਗੱਲ ਇਹ ਵੀ ਜੇ ਮੰਨ ਲਓ ਵੀ ਇਸ ਚੀਜ਼ ਦਾ ਪ੍ਰਭਾਵ ਕੱਲ ਨੂੰ ਵੱਧਦਾ ਤੇ ਕੀ BJP ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਜੇ ਪੰਜਾਬ ਦੇ ਵਿੱਚ ਨਸ਼ੇ ਆਉਂਦੇ ਨੇ, ਹਥਿਆਰ ਆਉਂਦੇ ਨੇ, ਤੇ ਸਿੱਧੂ ਜ਼ਿੰਮੇਵਾਰ ਹੈ। ਇੱਕ ਬਿਆਨ ਦੇ ਨਾਲ ਕਿੰਨੀ ਤਰ੍ਹਾਂ ਦਾ ਹਮਲਾ। ਹਾਂ ਨਹੀਂ, ਉਹਨਾਂ ਨੇ ਸਿਆਸੀ ਤੌਰ ਤੇ ਦੇਖੋ ਸੰਧਾਲੀਆ ਸਭ ਕਰਨਾ ਹੀ ਪੈਣਾ ਸਾਰਿਆਂ ਨੂੰ, ਕਿਉਂਕਿ 4 ਦਿਨ ਪਹਿਲਾਂ ਤੱਕ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਦਾ ਸੀ ਕਿ 32% ਜਿਹੜੀ ਅਨੁਸੂਚਿਤ ਜਾਤੀਆਂ ਦੀ ਆਬਾਦੀ ਹੈ ਉਹਨਾਂ ਦੇ ਲਈ ਆਪਾਂ ਮੁੱਖ ਮੰਤਰੀ ਦਾ ਐਲਾਨ ਕਰਤਾ ਕਿ ਸਾਡੇ ਵੱਲੋਂ ਮੁੱਖ ਮੰਤਰੀ ਉਸ ਭਾਈਚਾਰੇ ਦਾ ਹੋਏਗਾ, ਵੋਟਾਂ ਖਰ ਲਾਉਣੀਆਂ। ਅਕਾਲੀ ਦਲ ਨੇ ਵੀ ਉਪ ਮੁੱਖ ਮੰਤਰੀ ਦਾ ਇੱਕ ਅਹੁਦਾ ਦੇਣ ਦਾ ਵਾਅਦਾ ਇਸੇ ਕਰਕੇ ਕੀਤਾ ਸੀ ਕਿ ਭਾਈ ਉਹ 32% ਵੋਟਾਂ ਖਰ ਲਾਉਣੀਆਂ। ਉਹਨਾਂ ਨੇ ਤਾਂ ਜੇ ਫਰਵਰੀ ਨੂੰ ਕੀਤਾ ਸੀ, ਤੇ ਜਿਹੜਾ ਹੁਣ ਪੰਜ ਇੱਕ ਮਾਰ ਦਿੱਤਾ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਦੇ ਰੂਪ 'ਚ, ਅਗਲੇ ਕਹਿੰਦੇ ਅਸੀਂ ਤਾਂ ਕਰਤਾ। ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬੜਾ ਸੌਖਾ ਹੋ ਕੇ ਬੈਠਾ ਸੀ ਬਸਪਾ ਦੇ ਨਾਲ ਸਮਝੌਤਾ ਕਰਕੇ ਚੋਣਾਂ ਦਾ ਕਿ ਭਾਈ ਆਪਾਂ ਹੁਣ ਦੁਆਬਾ ਤਾਂ ਲੈ ਗਏ, ਉੱਥੇ ਹੁਣ ਮਾਨਸਿਕਤਾ ਵੋਟਰ ਦੀ ਕਿਸੇ ਵੀ ਤਰ੍ਹਾਂ ਹੋ ਸਕਦੀ ਹੈ। ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦਾ ਮਾਸਟਰ ਸਟਰੋਕ ਖੁੰਝ ਗਿਆ ਜਾਂ ਉਹਨਾਂ ਤੋਂ ਪਹਿਲਾਂ ਹੀ ਕੋਈ ਹੋਰ ਲਾ ਗਿਆ, ਤਾਂ ਫਿਰ ਭਾਈ ਕਿਸੇ ਨਾ ਕਿਸੇ ਪਾਸੇ ਨੂੰ ਤੁਰਨਾ ਪਊਗਾ, ਕਿਉਂਕਿ ਚੋਣਾਂ ਨਹੀਂ ਤੇ ਚੋਣਾਂ ਲੜਨ ਦੇ ਲਈ ਕੋਈ ਨਾ ਕੋਈ ਮਾਹੌਲ ਬਣਾਉਣਾ ਪੈਂਦਾ। ਨਹੀਂ ਦੇਖੋ ਇਹ ਮਾਸਟਰ ਸਟਰੋਕ ਕਹਿ ਲਓ ਜਾਂ ਛੋਟਾ ਸਟਰੋਕ ਕਹਿ ਲਓ, ਪਰ ਇਹਦਾ ਅਸਰ ਯੂਪੀ ਤੱਕ ਗਿਆ। ਬੀਬੀ ਮਾਇਆਵਤੀ ਨੂੰ ਬਿਆਨ ਦੇਣਾ ਪਿਆ। ਹੁਣ ਪਤਾ ਨਹੀਂ ਵੀ ਬਿਆਨ ਉਹਨਾਂ ਆਪ ਦਿੱਤਾ ਜਾਂ ਇੱਧਰੋਂ ਜਸਵੀਰ ਸਿੰਘ ਗੜੀ ਹੋਰਾਂ ਨੇ ਫੋਨ ਕਰਕੇ ਕਿਹਾ ਹੋਣਾ ਵੀ ਤੁਸੀਂ ਭੈਣ ਜੀ ਇਹਦੇ 'ਤੇ ਜ਼ਰੂਰ ਬਿਆਨ ਦਿਓ, ਮਹਾਰਾਜ ਆਹ ਨਵਾਂ ਪੰਗਾ ਪੈ ਗਿਆ ਜੇ। ਹੋ ਸਕਦਾ ਸੁਖਬੀਰ ਬਾਦਲ ਸਾਹਿਬ ਨੇ ਸਿੱਧਾ ਹੀ ਫੋਨ ਕਰਵਾਇਆ ਹੋਵੇ, ਵੱਡੇ ਬਾਦਲ ਸਾਹਿਬ ਕੋਈ ਬਾਦਲ ਸਾਹਿਬ ਉਹਨਾਂ ਨੂੰ ਕਰੋ ਜਰਾ ਫੋਨ ਵੀ ਕੋਈ ਇੱਧਰਲੇ ਪਾਸੇ ਬਿਆਨ ਦਿਓ। ਹੁਣ ਦੇਖੋ ਭਾਵੇਂ ਮਾਇਆਵਤੀ ਹੋਰਾਂ ਦਾ ਬਿਆਨ ਲਾ ਲਓ, ਭਾਵੇਂ ਜਸਵੀਰ ਸਿੰਘ ਗੜੀ ਹੋਰਾਂ ਦਾ ਲਾ ਲਓ, ਜਾਂ ਹੋਰ ਵੀ 2-3 ਬੰਦਿਆਂ ਨੇ ਬਿਆਨ ਦਿੱਤਾ, ਗੱਲ ਉਹੀ ਘੁੰਮ ਘੁਮਾ ਕੇ ਕੀਤੀ ਗਈ ਵੀ ਦੇਖੋ ਜੀ ਇਹ ਤਾਂ 3-4 ਮਹੀਨਿਆਂ ਦੇ ਲਈ ਇੱਕ ਅਰੇਂਜਮੈਂਟ ਕੀਤਾ ਕਾਂਗਰਸ ਪਾਰਟੀ ਨੇ ਸਿਰਫ ਧੋਖਾ ਦੇਣ ਦੇ ਲਈ ਕਿ ਆਹ ਜਿਹੜੀਆਂ ਵੋਟਾਂ ਨੇ ਉਹ ਅਸੀਂ ਲੈ ਲਈਏ। ਉਸ ਤੋਂ ਬਾਅਦ ਇਹਨਾਂ ਦੀ ਨੀਤੀ ਕਲੀਅਰ ਹੈ, ਕਿਉਂਕਿ ਹਰੀਸ਼ ਰਾਵ ਧੂਰੀ ਉਹਨੂੰ ਕਹਿ ਗਏ ਸੀ ਵੀ ਅਗਲੀ ਵਾਰ ਦਾ ਮੁੱਖ ਮੰਤਰੀ ਤੇ ਸਾਡਾ ਨਵਜੋਤ ਸਿੱਧੂ ਹੀ ਹੈ। ਹੁਣ ਜੇ ਤੇ ਇਹਨੂੰ ਆਪਾਂ ਇਸ ਹਿਸਾਬ ਨਾਲ ਦੇਖੀਏ ਤੇ ਫਿਰ ਠੀਕ ਹੈ, ਕਿਉਂਕਿ ਰਾਜਨੀਤੀ ਕਰਨੀ ਉਹ ਭਾਈ ਸਾਹਿਬ ਆਪਣੇ ਥਾਂ ਤੇ ਬਿਆਨ ਦੇ ਸਕਦੇ ਆ। ਪਰ ਜੇ ਇਹਨੂੰ ਆਪਾਂ ਨਿਊਟਰਲ ਹੋ ਕੇ ਦੇਖੀਏ, ਹੁਣ ਰਾਜਨੀਤੀ ਤੇ ਇਸੇ ਚੀਜ਼ ਦੇ ਉੱਪਰ ਹੁੰਦੀ ਨਾ ਵੀ ਅਸੀਂ ਫਲਾਨਿਆਂ ਦੀ ਨੁਮਾਇੰਦਗੀ ਕਰਦੇ ਹਾਂ, ਭਾਈ ਸਾਹਿਬ ਅਸੀਂ ਤੁਹਾਨੂੰ ਹੱਕ ਦਿਵਾਵਾਂਗੇ, ਤੇ ਨੁਮਾਇੰਦਗੀ ਕਰਨ ਨੂੰ ਤੇ ਚੰਨੀ ਸਾਹਿਬ ਵੀ ਕਰੀ ਜਾਂਦੇ, ਅਗਲੇ ਕਹਿੰਦੇ ਅਸੀਂ ਦੇ ਤੇ ਗੱਲ ਤੇ ਉੱਥੇ ਨਿਬੜ ਗਈ। ਇਹ ਥੋੜਾ ਹੁੰਦਾ ਵੀ ਭਾਈ ਸਾਹਿਬ ਵੀ ਇਹ ਫਾਂਡਾ ਤੁਸੀਂ ਮੇਰੇ ਕੋਲ ਹੀ ਕਰਾਓਗੇ ਤੇ ਤਾਂ ਆਰਾਮ ਆਉਣਾ। ਨਹੀਂ ਤੁਸੀਂ ਇਹ ਦੇਖੋ ਨਾ, ਕਿੱਥੇ ਤੁਹਾਨੂੰ ਪਤਾ ਸੀ ਕਿ ਉਹ ਟੱਬਰ ਜਿਹੜਾ ਆ ਜਦੋਂ ਵੀ ਬਿਮਾਰੀ ਠਾਰੀ ਹੁੰਦੀ ਆ ਮੇਰੇ ਕੋਲ ਹੀ ਆਉਂਦਾ ਤੇ ਦੁਕਾਨ ਤੁਹਾਡੇ ਤੋਂ ਅੱਗੇ ਜਾ ਕੇ ਹੋਰ ਖੋਲ ਲਵੇ, ਤੇ ਤੁਸੀਂ ਮੁੜ ਕੇ ਫਿਰ ਬਾਰ ਦੇ ਵਿੱਚ ਖੜੇ ਹੋ ਕੇ ਦੇਖੀ ਯਾਰ ਕੋ ਆਇਆ ਨਹੀਂ, ਟੱਬਰ ਤੰਦਰੁਸਤ ਹੋ ਗਿਆ ਸਾਰਾ। ਹੁਣ ਕਿੱਥੇ ਤਾਂ ਆਸ ਉਮੀਦ ਇਹ ਸੀ ਕਿ 5-7-10 ਬੰਦੇ ਐਤਕੀ ਵਿਧਾਨ ਸਭਾ 'ਚ ਗਏ ਹੀ ਗਏ, ਹੋ ਸਕਦਾ ਉਪ ਮੁੱਖ ਮੰਤਰੀ ਦੀ ਕੁਰਸੀ ਮਿਲੇ, ਹੋ ਸਕਦਾ 2-3 ਵਜ਼ੀਰੀਆਂ ਮਿਲਣ, ਹੋ ਸਕਦਾ ਸੱਤਾ ਦੇ ਵਿੱਚ ਹਿੱਸੇਦਾਰੀ ਮਿਲੇ, ਤਾਂ ਕਿੱਥੇ ਅਗਲਿਆਂ ਨੇ ਇਹਨ ਵਿਚਾਲੇ ਆ ਕੇ ਜਦੋਂ ਕੰਧ ਕੱਢਣੀ ਸ਼ੁਰੂ ਕਰਤੀ ਜਿੱਦਾਂ ਕਿਸਾਨਾਂ ਦੇ ਮੂਹਰੇ ਦਿੱਲੀ ਵਾਲਿਆਂ ਨੇ ਕੱਢੀ ਆ, ਤੇ ਉਸ ਹਿਸਾਬ ਦੇ ਨਾਲ ਫਿਰ ਮਾੜੇ ਮੋਟਾ ਟਵੀਟ ਤਾਂ ਜਿਹੜਾ ਆਉਣਾ ਹੀ ਸੀ। ਤੇ ਵੈਸੇ ਕਾਂਗਰਸੀ ਲੀਡਰ ਕਿੱਦਾਂ ਦੀ ਬਿਆਨਬਾਜ਼ੀ ਕਰਦੇ ਆ, ਇਹ ਤਾਂ ਉਹਨਾਂ ਤੇ ਨਿਰਭਰ ਕਰਦਾ ਕਿ ਭਾਈ ਤੁਸੀਂ ਹੁਣ ਕੋਈ ਲੂਪ ਹੋਲ ਨਾ ਹੀ ਦਿਓ ਤਾਂ ਚੰਗਾ, ਨਹੀਂ ਤਾਂ ਅਗਲਿਆਂ ਨੇ ਘੱਟ ਨਹੀਂ ਕਰਨੀ। ਇਹਦੇ 'ਚ ਮੈਨੂੰ ਲੱਗਦਾ ਵੀ ਜਥੇਦਾਰ ਸਾਹਿਬ ਦੀ ਤਾਰੀਫ ਕਰਨੀ ਬਣਦੀ ਹੈ, ਕਿਉਂਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ ਕਿ ਵੀ ਕੋਈ ਵੀ ਬਣੇ, ਮਤਲਬ ਚਾਹੇ ਹਿੰਦੂ ਬਣੇ, ਚਾਹੇ ਸਿੱਖ ਬਣੇ, ਜਾਂ ਜਿਹਨੂੰ ਵੀ ਤੁਸੀਂ ਅਹੁਦਾ ਦਿੰਦੇ ਹੋ, ਉਹ ਕੋਈ ਮੈਟਰ ਨਹੀਂ ਕਰਦਾ, ਬੰਦਾ ਚੰਗਾ ਹੋਣਾ ਚਾਹੀਦਾ ਜੀ। ਮੇਰੇ ਖਿਆਲ ਨਾਲ ਜੇ ਆਪਾਂ ਬਾਣੀ ਦੇ ਹਿਸਾਬ ਨਾਲ ਜ਼ਿਕਰ ਕਰੀਏ ਤੇ ਜਦੋਂ ਇਨਸਾਨ ਦੀ ਗੱਲ ਹੁੰਦੀ ਹੈ ਵੀ ਕੁਦਰਤ ਦੇ ਸਾਰੇ ਇੱਕੋ ਹੀ ਬੰਦੇ ਨੇ, ਤੇ ਮੇਰੇ ਖਿਆਲ ਨਾਲ ਉਹ ਵਾਲੀ ਜਿਹੜੀ ਉਦਾਹਰਨ ਹੈ ਇਹ ਸਾਰੇ ਲੀਡਰਾਂ ਦੇ ਕਿਤੇ ਦਿਮਾਗ 'ਚ ਪੈ ਜਾਵੇ ਤੇ ਮਸਲਾ ਹੱਲ ਨਾ ਹੋ ਜਾਵੇ। ਨਹੀਂ, ਹੱਲ ਕਰਾਉਣ ਦੀ ਤਾਂ ਬਹੁਤ ਲੋੜ ਹੈ। ਦੇਖੋ ਤੁਸੀਂ ਪੰਜਾਬ ਦੇ ਵਿੱਚ ਜਿੱਦਾਂ ਦੀ ਹਵਾ ਤੇ ਜਿੱਦਾਂ ਦਾ ਪਾਣੀ ਹੈ ਸਾਰੇ ਲਈ ਇੱਕੋ ਹੀ ਹੈ। ਅਵਾਰਾ ਕੁੱਤੇ ਜਿਹੜੇ ਨੇ ਉਹ ਇਹ ਦੇਖ ਕੇ ਤੁਹਾਡੀ ਲੱਤ ਨਹੀਂ ਫੜਦੇ ਤੁਸੀਂ ਕੌਣ ਹੋ। ਕੈਂਸਰ ਜਿਹੜਾ ਇਹ ਦੇਖ ਕੇ ਨਹੀਂ ਹੁੰਦਾ, ਗੁਲਾਬੀ ਸੁੰਡੀ ਇਹ ਦੇਖ ਕੇ ਤੁਹਾਡੇ ਟਿੰਡੇ 'ਚ ਨਹੀਂ ਵੜਦੀ ਕਿ ਭਾਈ ਤੁਸੀਂ ਕਿਹਨਾਂ ਦੇ ਟਿੰਡੇ ਹੋ, ਉਹ ਵੜ ਜਾਂਦੀ ਹੈ ਬਸ। ਇਹਦੇ ਨਾਲ ਜੇ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਕੋਈ ਸਮੱਸਿਆ ਹੁੰਦੀ ਹੈ ਉਹ ਦੇਖ ਕੇ ਨਹੀਂ ਹੁੰਦੀ ਕਿ ਭਾਈ ਤੁਸੀਂ ਕਿਹਨਾਂ ਦੇ ਹੋ, ਉਹ ਸਾਰਿਆਂ ਨੂੰ ਹੁੰਦੀ ਹੈ।
ਤੇ ਜੇ 2021 ਦੇ ਵਿੱਚ ਆ ਕੇ ਵੀ ਸਾਡੀ ਮਾਨਸਿਕਤਾ ਇਹ ਫਲਾਨਿਆਂ ਦਾ ਕਿੱਤਾ ਬਣ ਗਿਆ, ਇਹਦੇ ਤੋਂ ਭੈੜੀ ਭੱਦੀ ਗਲਤ ਮਾੜੀ ਮਾਨਸਿਕਤਾ ਤਾਂ ਹੋਰ ਕੋਈ ਵੀ ਨਹੀਂ। ਫਿਰ ਤਾਂ ਅਸੀਂ ਗੁਰੂ ਘਰ ਮੰਦਿਰ ਮਸਜਿਦ ਗਿਰਜਾ ਘਰ ਮਸੀਤੇ ਜਾਣੇ ਜ਼ਰੂਰ ਆ, ਪਰ ਜਾਣੇ ਹੀ ਆ ਜਿੱਦਾਂ ਦੇ ਖਾਲੀ ਜਾਣੇ ਫਿਰ ਉਦਾਂ ਦੇ ਖਾਲੀ ਮੁੜੇ ਹੁੰਦੇ ਆ। ਬਿਲਕੁਲ ਸਹੀ ਗੱਲ। ਉਹਦੇ 'ਚ ਆਪਾਂ ਇਹ ਵੀ ਜ਼ਿਕਰ ਕਰ ਦਈਏ ਵੀ ਦੇਖੋ ਇੱਕ ਮੁੱਖ ਮੰਤਰੀ, ਦੋ ਉਪ ਮੁੱਖ ਮੰਤਰੀ ਇਹਦੇ ਫਾਈਨਲ ਨੇ, ਤੇ ਪਹਿਲੀ ਜਿਹੜੀ ਕੈਬਨਿਟ ਸੀ ਉਹਦੇ 'ਚੋਂ ਚੰਦ ਕੁ ਲੋਕਾਂ ਨੂੰ ਸ਼ਾਇਦ ਐਜ਼ ਇਟ ਇਜ਼ ਹੀ ਮੰਤਰੀ ਰੱਖ ਲਿਆ ਜਾਵੇ, ਤੇ ਕੁਝ ਕੁ ਬੰਦੇ ਜਿਹੜੇ ਸੀਗੇ ਉਹਨਾਂ ਦੀ ਹੁਣ ਹੋ ਸਕਦੀ ਹੈ ਛੁੱਟੀ, ਤੇ ਕੁਝ ਕੁ ਜਿਹੜੇ ਨਵੇਂ ਚਿਹਰੇ ਨੇ ਉਹ ਹੁਣ ਕੈਬਨਿਟ 'ਚ ਜਾ ਸਕਦੇ ਆ। ਫਰਕ ਸਿਰਫ ਇੰਨਾ ਵੀ ਧਿਰਾਂ ਦੋਵੇਂ ਹੀ ਦਿੱਲੀ ਬੈਠੀਆਂ ਨੇ ਜੀ, ਜਿਨ੍ਹਾਂ ਨੂੰ ਆਂਦੇ ਵੀ ਕੁਰਸੀ ਖਿੱਚ ਲੈਣੀ ਆ, ਉਹ ਵੀ ਬੈਠੇ ਆ ਵੀ ਨਾ 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 ਮੈਨੂੰ ਨਾ ਉਠਾਓ, ਮੈਨੂੰ ਰੱਖ ਲੈ ਬਾਬਲਾ, ਹੈ ਨਾ, ਅੱਜ ਦੀ ਰਾਤ ਵੀ ਟਾਈਪ। ਤੇ ਜਿਨ੍ਹਾਂ ਨੂੰ ਇਹ ਆ ਵੀ ਹੁਣ ਕੁਰਸੀ ਸ਼ਾਇਦ ਮਿਲ ਜਵੇ, ਉਹ ਵੀ ਪਹੁੰਚੇ ਨੇ। ਦੇਖੋ ਜੀ ਅਸੀਂ ਤਾਂ ਬੜੇ ਚਿਰ ਦੇ ਮਤਲਬ ਹੱਥਾਂ 'ਚ ਠੁਕੀ ਫਿਰਦੇ ਵੀ ਸਾਨੂੰ ਮੌਕਾ ਦੇ ਦਿਓ, ਇਹ ਕਰਾਂ ਤੁਸੀਂ ਮੰਤਰਾਲਾ ਦਿਓ ਤੇ ਸਹੀ ਮੈਨੂੰ ਇਹ ਕਰਾਂ। ਦੇਖੋ ਸੰਧਾਲੀਆ ਸਾਹਿਬ, ਐਤਕੀ ਜਿਹੜੀ ਮੋਟੀ ਜੀ ਗੱਲ ਲੱਗਦੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਦਾ ਬਹੁਤ ਵੱਡਾ ਰੋਲ ਹੈ। ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕੁਰਸੀ ਗਈ ਹੋਵੇ, ਚਾਹੇ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਕੁਰਸੀ ਆਈ ਹੋਵੇ, ਜਿੰਨਾ ਵੀ ਕੁਝ ਕਾਂਗਰਸ ਪਾਰਟੀ ਦੇ ਵਿੱਚ ਰੱਦੋ ਬਦਲ ਹੋ ਰਹੀ, ਜੇ ਕੋਈ ਬੰਦਾ ਇਹ ਮੰਨਦਾ ਕਿ ਲੈ ਜੀ ਗਾਂਧੀ ਪਰਿਵਾਰ ਨੇ ਐਤਕੀ ਖਿੱਚ ਕੇ ਰੱਖਤਾ ਹੀ ਕੰਮ, ਜੋ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਦੇ ਵਿੱਚ ਕੀਤਾ ਜਾਂ ਜੋ ਭਾਰਤੀ ਜਨਤਾ ਪਾਰਟੀ ਨੇ ਪਰਲੇ ਪਾਸੇ ਕਰਨਾਟਕ ਤਾਮਿਲਨਾਡੂ ਦੇ ਵਿੱਚ ਕੀਤਾ, ਬਾਕੀ ਪਾਸੇ ਕੀਤਾ ਜੀ ਉਹੀ ਕਰਤਾ ਨਾ। ਇਹ ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਦਾ ਦਿਮਾਗ ਲੱਗਦਾ, ਕਿਉਂਕਿ ਉਸ ਬੰਦੇ ਨੂੰ ਟਾਰਗੇਟ ਅਗਲਿਆਂ ਨੇ 2024 ਦਾ ਦਿੱਤਾ ਹੈ, ਤੇ 2024 ਚ ਜੇ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਪਾਰਟੀ ਨੂੰ ਕੁਝ ਵੱਟ ਕੇ ਦੇਣਾ ਹੈ ਤੇ ਉਹਨਾਂ ਨੂੰ ਪਹਿਲਾਂ ਪੰਜਾਬ ਵਾਲੀ ਦੁਕਾਨ ਦਾ ਜਿਹੜਾ ਸੌਦਾ ਪੱਤਾ ਜਿਹੜਾ ਮੋਹਰੇ ਰੱਖਿਆ ਪਿੱਛੇ ਕਰਨਾ ਪੈਣਾ ਸੀ, ਪਿਛਲਾ ਮੋਹਰੇ ਕਰਨਾ ਪੈਣਾ ਸੀ। ਹੁਣ ਤੁਸੀਂ ਇੱਕ ਗੱਲ ਦੇਖੋ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਂਗਰਸੀ ਵਰਕਰਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਹੁਣ ਮੁਕਾਬਲੇ 'ਚ ਆ, ਪਹਿਲਾਂ ਤਾਂ ਲੱਗਣੋਂ ਹਟ ਗਿਆ ਸੀ। ਦੂਸਰਾ, ਹੁਣ ਮੰਤਰੀ ਕਿਹਨੇ ਬਣਨਾ? ਇੱਕ ਗੱਲ ਪੱਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਧੜੇ ਦੇ ਸਾਰੇ ਮੰਤਰੀ ਨੂੰ ਹਟਾਉਣੇ ਨਹੀਂ, ਹਾਂ 2-3 ਦੇ ਝਾਬੂ ਜ਼ਰੂਰ ਪਾ ਦੇਣਾ। ਹੁਣ ਐ ਲੱਗਦਾ ਕੀ ਹੈ ਇਸ ਵੇਲੇ ਦੇ ਜਿਹੜੇ ਹਾਲਾਤ ਨੇ, ਹੋ ਸਕਦਾ ਕਿ ਸਾਧੂ ਸਿੰਘ ਧਰਮਸੋਤ ਹੋਰਾਂ ਦੀ ਕੁਰਸੀ ਜਾਵੇ, ਇਸ ਕਰਕੇ ਨਹੀਂ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਨੇ, ਇਸ ਕਰਕੇ ਕਿ ਤੱਤੇ ਬਿਆਨ ਦਿੰਦੇ ਰਹੇ ਤੇ ਉਹਦਾ ਵਿਭਾਗ ਥੋੜਾ ਜਿਹਾ ਵਿਵਾਦਾਂ 'ਚ ਰਿਹਾ। ਇਹ ਵੀ ਹੋ ਸਕਦਾ ਕਿ ਰਾਣਾ ਗੁਰਮੀਤ ਸੋਢੀ ਹੋਰਾਂ ਦੀ ਕੁਰਸੀ ਵੀ ਚਲ ਜਾਏ, ਸੰਭਾਵਨਾ ਹੈ। ਤੇ ਦੂਜੇ ਪਾਸੇ ਹੋ ਸਕਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨੂੰ ਕੁਰਸੀ ਮਿਲ ਜਾਏ। ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਸੰਗਤ ਸਿੰਘ ਗਿਲਜੀਆਂ ਤੇ ਪ੍ਰਗਟ ਸਿੰਘ ਹੋਰੀ ਜਿਹੜੇ ਆ ਉਹਨਾਂ ਨੂੰ ਵੀ ਕੁਰਸੀ ਦਿੱਤੀ ਜਾਊਗੀ, ਪਰ ਮੈਨੂੰ ਐ ਲੱਗਦਾ ਕਿ ਪ੍ਰਗਟ ਸਿੰਘ ਹੋਰਾਂ ਨੂੰ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸਲਾਹ ਦੇ ਉੱਤੇ ਮੰਤਰੀ ਨਾ ਬਣਾਇਆ ਜਾਵੇ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦਾ ਸੰਗਠਨ ਬਣਾਉਣਾ ਹੈ, ਜਿਹਦੇ ਆਸਰੇ ਉਹਨਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨੀਆਂ, ਤੇ ਉਹ ਸੰਗਠਨ ਬਣਾਉਣ ਲਈ ਉਹਨਾਂ ਨੂੰ ਆਪਣੇ ਨੇੜਲੇ ਸਾਥੀ ਚਾਹੀਦੇ ਆ, ਤੇ ਉਹ ਨੇੜਲੇ ਸਾਥੀਆਂ ਦੇ ਵਿੱਚ ਅੱਜਕੱਲ ਕੁਲਜੀਤ ਸਿੰਘ ਨਾਗਰਾ ਤੇ ਪ੍ਰਗਟ ਸਿੰਘ ਸਭ ਤੋਂ ਅੱਗੇ ਨੇ। ਉਹਨਾਂ ਦੋਨਾਂ ਨੂੰ ਨਾਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਦੁਆਬੇ ਦੇ ਵਿੱਚੋਂ ਸੰਗਤ ਸਿੰਘ ਗਿਲਜੀਆਂ ਹੋਰਾਂ ਦੇ ਉੱਤੇ ਜੇ ਗੁਣਾ ਨਾ ਪਿਆ ਤਾਂ ਨਵਤੇਜ ਸਿੰਘ ਚੀਮਾ ਜਾਂ ਹਰਵਿੰਦਰ ਸਿੰਘ ਲਾਡੀ ਹੋਰਾਂ ਦੇ ਉੱਤੇ ਪੈ ਸਕਦਾ। ਇਹ ਬਹੁਤੀ ਸੰਭਾਵਨਾ ਹੈ ਕਿ ਦੁਆਬੇ ਦੇ ਵਿੱਚੋਂ ਇਦਾਂ ਕੰਮ ਹੋ ਜਾਏ। ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਵੇਲੇ ਸੁਰਖੀਆਂ 'ਚ ਨੇ, ਸੁਰਜੀਤ ਸਿੰਘ ਧਮਾਨ ਹੋਰਾਂ ਦਾ 20 ਨੰਬਰ ਲੱਗ ਸਕਦਾ। ਵਿੱਚ ਵਿਚਾਲੇ ਕਹਿੰਦੇ ਆ ਬੰਦੇ ਕਿ ਬ੍ਰਹਮ ਮਹਿੰਦਰਾ ਹੋਰਾਂ ਨੂੰ ਵੀ ਹੋ ਸਕਦਾ ਕੈਬਨਿਟ ਦੇ ਵਿੱਚੋਂ ਹਾਲ ਦੀ ਘੜੀ ਸਾਹ ਦੇ ਦਿੱਤਾ ਜਾਵੇ, ਪਰ ਹਾਈ ਕਮਾਂਡ 'ਚ ਉਹਨਾਂ ਦੇ ਸੈੱਲ ਹੈਗੇ ਆ, ਇਸ ਕਰਕੇ ਉਹਨਾਂ ਦਾ ਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਹੋਰਾਂ ਦਾ ਨੰਬਰ ਅਜੇ ਕੱਟਣੋਂ ਬਚ ਵੀ ਸਕਦਾ ਹੈ। ਇੱਕ ਜਿਹੜੀ ਚਰਚਾ ਸੋਸ਼ਲ ਮੀਡੀਆ ਤੇ ਹੈ ਉਹ ਇਹ ਹੈ ਕਿ ਵੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸਾਹਿਬ ਦੁਬਾਰਾ ਹੋਣਗੇ ਕਿ ਨਹੀਂ ਹੋਣਗੇ। ਹੁਣ ਦੇਖੋ ਗੱਲ ਇਹ ਹੈ ਵੀ ਇਹ ਤੇ ਗੱਲ ਕਲੀਅਰ ਹੈ ਵੀ ਮਨਪ੍ਰੀਤ ਬਾਦਲ ਸਾਹਿਬ ਮੇਰੇ ਖਿਆਲ ਨਾਲ ਜਦੋਂ ਤੋਂ ਅਕਾਲੀ ਦਲ 'ਚ ਵੀ ਸੀਗੇ ਉਹ ਕਹਿੰਦੇ ਵੀ ਨਹੀਂ ਇਹ ਮੰਤਰਾਲਾ ਤੇ ਮੇਰਾ, ਬਾਕੀ ਤੁਸੀਂ ਜਿਹਨੂੰ ਜੋ ਦੇਣਾ ਦੇ ਦਿਓ ਜੀ। ਪਰ ਪਿਛਲੇ ਸਮੇਂ ਜਿੱਦਾਂ ਹਰੇਕ ਗੱਲ ਦੇ ਉੱਪਰ ਉਹ ਮੀਮ ਹੀ ਬਣਦੀ ਰਹੀ ਵੀ ਯਾਰ ਚਲੋ ਬਾਕੀ ਤੁਸੀਂ ਜੋ ਮਰਜ਼ੀ ਕਰ ਲਓ ਪਰ ਖਜ਼ਾਨਾ ਖਾਲੀ ਰਹੇ। ਮੈਨੂੰ ਲੱਗਦਾ ਵੀ ਆ ਜਿਹੜੇ ਅਗਲੇ ਆਉਣ ਵਾਲੇ 3-4 ਮਹੀਨੇ ਵੀ ਕਿਤੇ ਇਦਾਂ ਦਾ ਕੰਮ ਚੱਲ ਗਿਆ ਜਾਂ ਇਹ ਦੁਬਾਰਾ ਪ੍ਰਭਾਵ ਕਿਤੇ ਉਸੇ ਤਰ੍ਹਾਂ ਦਾ ਚੱਲ ਗਿਆ ਵੀ ਨਹੀਂ ਉਹ ਕਰਨਾ ਤੇ ਸੀਗਾ ਆਪਾਂ, ਪਰ ਥੋੜਾ ਖਜ਼ਾਨਾ ਖਾਲੀ ਏ। ਹੋ ਸਕਦਾ ਵੀ ਚੰਨੀ ਸਾਹਿਬ ਬੜੀ ਪਹਿਲਾਂ ਬਿਠਾ ਕੇ ਵੇਖ ਲੈਣ ਵੀ ਵੇਖੋ ਭਾਜੀ ਇੱਕ ਗੱਲ ਹੈਗੀ ਆ, ਖਜ਼ਾਨੇ ਦੀ ਚਾਬੀ ਭਾਵੇਂ ਤੁਸੀਂ ਰੱਖ ਲਓ ਭਾਵੇਂ ਮੈਨੂੰ ਦੇ ਦਿਓ, ਪਰ ਇਹ ਬਿਆਨ ਬਾਹਰ ਜਾ ਕੇ ਨਹੀਂ ਦੇਣਾ ਵੀ ਖਜ਼ਾਨਾ ਖਾਲੀ। ਇਹ ਨਹੀਂ ਗੱਲ ਜੇ ਖਜ਼ਾਨਾ ਮੰਤਰੀ ਬਣਨਾ। ਵੈਸੇ ਇੱਕ ਗੱਲ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਵੀ ਖੁਸ਼ੀ ਹੋਣੀ ਜਿਹਨਾਂ ਨੂੰ ਖਜ਼ਾਨਾ ਮੰਤਰੀ ਦਾ ਕੋਈ ਅਹੁਦਾ ਦੇ ਦੇਣ ਹੋਰ। ਹੁਣ ਇੱਕ ਗੱਲ ਤਾਂ ਪੱਕੀ ਹੈ ਕਿ ਉਹ ਮੰਤਰੀ ਰਹਿਣਗੇ, ਕਿਉਂਕਿ ਰਾਹੁਲ ਗਾਂਧੀ ਨਾਲ, ਪ੍ਰਸ਼ਾਂਤ ਕਿਸ਼ੋਰ ਦੇ ਨਾਲ ਪੰਜਾਬ ਦੇ ਵਿੱਚ ਸਾਰੇ ਲੀਡਰਾਂ ਦੇ ਉਹਦੇ ਠੀਕ ਸੰਬੰਧ ਹੈ। ਕੈਪਟਨ ਸਿੱਧੂ ਦੀ ਲੜਾਈ ਰਹੀ ਉਹ ਬੰਦਾ ਕਦੇ ਨਹੀਂ ਬੋਲਿਆ, ਉਹ ਬੰਦਾ ਕਦੇ ਕਿਸੇ ਪਾਸੇ ਮੀਟਿੰਗ ਦੇ ਵਿੱਚ ਨਹੀਂ ਗਿਆ। ਜੇ ਗਿਆ ਵੀ ਹੋਊਗਾ ਤਾਂ ਉੱਥੇ ਜਾ ਕੇ ਆਰਾਮ ਨਾਲ ਖੜੇ ਰਹਿੰਦੇ, ਕਿਉਂਕਿ ਖਜ਼ਾਨਾ ਤਾਂ ਖਾਲੀ ਆ ਨਾ, ਹੁਣ ਕਿਸੇ ਪਾਸੇ ਜਾ ਕੇ ਹੁੰਦੇ ਨਹੀਂ। ਪਰ ਇਸ ਗੱਲ ਤੇ ਹੁਣ ਤੇਜਾ ਪੈਣਾ ਵੀ ਜੇ ਖਜ਼ਾਨੇ ਦੀ ਚਾਬੀ ਤਾਂ ਦੇਣੀ ਜੇ ਬਾਹਰ ਜਾ ਕੇ ਉਹਨਾਂ ਕੋਲ ਇੱਕ ਬਿਆਨ ਹੈਗਾ ਆ ਜਿਹੜੇ ਹੁਣ ਨਵੇਂ ਫੈਸਲੇ ਕੀਤੇ ਗਏ ਨੇ, ਮੈਨੂੰ ਪੂਰੀ ਉਮੀਦ ਹੈ ਕਿ ਖਜ਼ਾਨਾ ਹੁਣ ਭਰੇਗਾ। ਤੇ ਖਜ਼ਾਨਾ ਜੇ ਭਰ ਗਿਆ, ਕਿਉਂਕਿ ਇੱਥੇ ਪੈਸੇ ਆਉਂਦੇ ਜਾਂਦੇ ਰਹਿੰਦੇ, ਹੁਣ ਪੈਸੇ ਆਉਣ ਲੱਗ ਪਏ ਤੇ ਅਸੀਂ ਹੁਣ ਦੇਵਾਂਗੇ ਵੀ ਨਹੀਂ। ਪਰ ਮੈਨੂੰ ਲੱਗਦਾ ਵੀ ਖਜ਼ਾਨਾ ਭਰ ਗਿਆ ਕਿਉਂਕਿ ਕੈਪਟਨ ਸਾਹਿਬ ਦਾ ਅੱਜ ਤੋਂ ਮੇਰਾ 15-20 ਦਿਨ ਪਹਿਲਾਂ ਦਾ ਇੱਕ ਬਿਆਨ ਸੀ, ਜਦੋਂ ਅਜੇ ਕਿਤੇ ਚੇਤਿਆਂ 'ਚ ਵੀ ਨਹੀਂ ਸੀਗਾ ਵੀ ਇਸ ਤਰ੍ਹਾਂ ਦਾ ਕੁਝ ਹੋ ਜਾਊਗਾ, ਉਦੋਂ ਉਹਨਾਂ ਨੇ ਸ਼ਾਬਾਸ਼ ਦਿੱਤੀ ਸੀ ਜੀ
ਇਹ ਮਨਪ੍ਰੀਤ ਮੇਰੇ ਨਾਲ ਹੈ ਬੈਠਾ ਹੈ, ਇਹਨਾਂ ਨੇ ਬੜੀ ਮਿਹਨਤ ਦੇ ਨਾਲ ਸਾਰਾ ਮੈਨੇਜ ਕੀਤਾ ਹੈ। ਹੁਣ ਸਾਡੇ ਕੋਲੇ ਪੈਸੇ ਹੈਗੇ ਨੇ, ਇਸੇ ਲਈ ਅਸੀਂ ਇਹ ਸਾਰੀਆਂ ਸਹੂਲਤਾਂ ਹੁਣ ਦੇ ਰਹੇ ਹਾਂ ਲੋਕਾਂ ਨੂੰ। ਉਦੋਂ ਮੇਰੇ ਖਿਆਲ ਨਾਲ ਸ਼ੁਰੂਆਤ ਹੋ ਗਈ ਸੀ ਤੇ ਹੁਣ ਜੇ ਦੁਬਾਰਾ ਚੰਨੀ ਸਾਹਿਬ ਦੇ ਕੋਲੋਂ ਫਿਰ ਗਿਆ ਵੀ ਚੰਨੀ ਸਾਹਿਬ ਖਜ਼ਾਨਾ ਹੋਗਾ, ਖਜ਼ਾਨਾ ਕੋਈ ਖਾਲੀ ਨਹੀਂ। ਕੈਪਟਨ ਸਾਹਿਬ ਕਹਿ ਕੇ ਗਏ ਵੀ ਹੁਣ ਤੁਸੀਂ ਭਰ ਲਿਆ 3-4 ਮਹੀਨੇ, ਹੁਣ ਕੋਈ ਖਜ਼ਾਨਾ ਖਾਲੀ ਨਹੀਂ। ਹੁਣ ਤਾਂ ਬਸ ਚੈੱਕਾਂ ਕੱਟ ਕੇ ਦੇਣੀਆਂ ਚੈੱਕਾਂ ਦੇਣੀ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਹੈਗੀ ਆ ਕਿ ਹੁਣ ਚੰਨੀ ਸਾਹਿਬ ਕਿੱਦਾਂ ਪ੍ਰਸ਼ਾਸਨ ਚਲਾਉਂਦੇ ਆ। ਮੈਂ ਤਾਂ ਕਹਿੰਦਾ ਇੱਕ ਦਿਨ ਦੇ ਵਿੱਚ ਮੰਤਰੀ ਬਣਾ ਕੇ ਦੂਜੇ ਦਿਨ ਮੀਟਿੰਗ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸ ਦੇਣ ਕਿ ਉਹਨਾਂ ਨੇ ਅਗਲੇ 100 ਦਿਨ ਚੱਲਣਾ ਕਿੱਦਾਂ। ਜੇ ਦੇਰੀ ਕਰਦੇ ਗਿਆ ਤਾਂ ਔਖਾ ਹੋ ਜੂ। ਹਾਂ, ਇਹ ਜ਼ਰੂਰ ਚੇਤਾ ਰੱਖਣ ਕਿ ਅੱਜ ਤੱਕ ਮੈਂ ਕੋਈ ਸਰਕਾਰ ਇਦਾਂ ਦੀ ਨਹੀਂ ਦੇਖੀ, ਚਾਹੇ 1997 ਵਾਲੀ ਬਾਦਲ ਸਾਹਿਬ ਦੀ ਹੋਵੇ, ਉਹਦੇ ਤੋਂ ਬਾਅਦ 2002 ਵਾਲੀ ਕੈਪਟਨ ਸਾਹਿਬ ਦੀ, ਫਿਰ 2007 ਤੇ 12 ਵਾਲੀ ਬਾਦਲ ਸਾਹਿਬ ਦੀ, ਤੇ ਆਹ 17 ਵਾਲੀ ਕੈਪਟਨ ਸਾਹਿਬ ਦੀ। ਜਿੱਦਾਂ ਹੀ ਸਰਕਾਰ ਬਣਦੀ ਆ ਇੱਕ ਹੁਕਮ ਸਾਰੇ ਜਾਰੀ ਕਰਦੇ ਆ। ਅਫਸਰਾਂ ਨੂੰ ਦਫ਼ਤਰਾਂ 'ਚ ਬੈਠਿਆ ਕਰਨਗੇ, ਅਫਸਰਾਂ ਨੂੰ ਲੋਕਾਂ ਦੀ ਗੱਲ ਸੁਣਿਆ ਕਰਨਗੇ, ਹੁਣ ਚਾਹਾਂ ਨਹੀਂ ਪੀਆ ਕਰਨਗੇ, ਲੋਕਾਂ ਦੀ ਖੱਜਲ ਖਰਾਬੀ ਬੰਦ ਹੋਊਗੀ। ਅੱਜ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਰਿਸ਼ਵਤਖੋਰੀ ਅਸੀਂ ਬੰਦ ਕਰਾਉਣੀ ਹੈ। ਤੁਸੀਂ ਉਦੋਂ ਦੀਆਂ ਅਖਬਾਰਾਂ ਕਢਾ ਕੇ ਪੜ੍ਹ ਲਓ। ਹਰ ਇੱਕ ਵਾਰੀ ਜਦੋਂ ਕੋਈ ਬੰਦਾ ਮੁੱਖ ਮੰਤਰੀ ਬਣਦਾ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਨੇ ਵੀ ਰਸਮੀ ਬਿਆਨ ਦਿੱਤਾ, ਪਰ ਅਸੀਂ ਸਿਰਫ ਇਹ ਚੇਤਾ ਕਰਾਉਨੇ ਆ ਕਿ ਬਿਆਨ ਆਉਂਦੇ ਆ, ਇੰਪਲੀਮੈਂਟ ਨਹੀਂ ਹੁੰਦੇ। ਤੇ ਚੰਨੀ ਸਾਹਿਬ ਤੁਹਾਡੇ ਕੋਲੇ ਇੰਪਲੀਮੈਂਟ ਕਰਾਉਣ ਨੂੰ ਵੀ ਸਮਾਂ ਥੋੜਾ ਹੈ, ਉਹਦੀ ਪਰਖ ਨੂੰ ਵੀ ਸਮਾਂ ਥੋੜਾ ਹੈ, ਤੇ ਲੋਕਾਂ ਨੇ ਡਿਸੀਜਨ ਦੇਣ ਨੂੰ ਵੀ ਸਮਾਂ ਥੋੜਾ ਹੀ ਲਾਉਣਾ ਹੈ। ਇਸ ਕਰਕੇ ਜਿਹੜਾ ਤੁਸੀਂ ਕਿਹਾ ਸੀ ਕਿ ਡੀਸੀ ਸਾਹਿਬ, ਸੈਕਟਰੀ ਸਾਹਿਬ ਹਫ਼ਤੇ 'ਚ ਘੱਟੋ ਘੱਟ 2 ਦਿਨ ਬੈਠਿਆ ਕਰਨਗੇ ਤੇ 9 ਤੋਂ 5 ਦਫ਼ਤਰਾਂ 'ਚ ਰਿਹਾ ਕਰਨਗੇ, ਉਹਦੇ ਉੱਤੇ ਅਮਲ ਹੁੰਦਾ ਕਿ ਨਹੀਂ ਹੁੰਦਾ, ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ। ਤੁਸੀਂ ਹਫ਼ਤੇ ਬਾਅਦ ਕੈਬਨਿਟ ਦੀ ਮੀਟਿੰਗ ਜ਼ਰੂਰ ਕਰਿਓ, ਪਰ ਰੋਜ਼ 15 ਮਿੰਟ ਟੈਲੀਫੋਨ ਕਰਕੇ ਇਧਰ ਉਧਰ ਪਤਾ ਕਰ ਲਿਆ ਕਰੋ ਕਿ ਭਾਈ ਅਫਸਰ ਆਉਂਦੇ ਆ ਕਿ ਨਹੀਂ ਆਉਂਦੇ। ਵੈਸੇ ਮੈਨੂੰ ਆਸ ਘੱਟ ਹੈ ਇਹਦੀ, ਕਿਉਂਕਿ ਦੇਖੋ ਲੀਡਰ ਬਣਦਾ 5 ਸਾਲਾਂ ਲਈ ਜੀ, ਅਫਸਰ ਤੇ ਜਿਉਂ ਭਰਤੀ ਹੋ ਗਿਆ ਉਹਨੇ ਤੇ ਚੱਲੀ ਜਾਣਾ। ਵੱਧ ਤੋਂ ਵੱਧ ਕਰਨਗੇ ਕੀ ਵੀ ਚਲੋ ਇਸ ਜ਼ਿਲ੍ਹੇ 'ਚ ਨਹੀਂ, ਆਓ ਜ਼ਿਲ੍ਹੇ 'ਚ ਸਹੀ, ਆਓ ਜ਼ਿਲ੍ਹੇ 'ਚ ਨਹੀਂ, ਆਓ ਜ਼ਿਲ੍ਹੇ 'ਚ ਸਹੀ, ਕੰਮ ਤੇ ਉਹੀ ਕਰਨਾ। ਨਾਲੇ ਜੇ ਕਿਸੇ ਅਫਸਰ ਨੂੰ ਤੁਸੀਂ ਪੁੱਛ ਵੀ ਲਓ ਵੀ ਹਾਂਜੀ ਮਹਾਰਾਜ ਐਤਕੀ ਕਹਿੰਦੇ ਸਖਤੀ ਬੜੀ, ਕਹਿੰਦੇ ਹੁੰਦੀ ਆ 5 ਸਾਲ ਨਹੀਂ ਹੁੰਦੀ, ਫਿਰ 5 ਦਿਨ ਰਹਿੰਦੀ ਹੁੰਦੀ ਹੈ, ਫਿਰ 6ਵੇਂ ਦਿਨ ਤਾਂ ਕੰਮ ਉਦਾਂ ਹੀ ਚੱਲਦਾ। ਸੋ ਜੇ ਤੇ ਇਦਾਂ ਹੀ ਆ ਤੇ ਫਿਰ ਆਪਾਂ ਇੱਕ ਘੱਟ ਆਸ ਰੱਖੀਏ, ਤੇ ਜੇ ਵਾਕਿਆ ਕੁਛ ਨਾ ਕੁਛ ਕਰ ਦੇਣ ਤੇ ਫਿਰ ਉੱਪਰ ਕੁਛ ਵੀ ਹੋ ਸਕਦਾ ਭਾਈ ਸਾਹਿਬ। ਹੁਣ ਆਪਾਂ ਐਂ ਕਰੀਏ, ਪ੍ਰਾਈਵੇਟ ਜੈਟ ਤੋਂ, ਜਹਾਜ਼ ਤੋਂ ਆਪਾਂ ਸਿੱਧੇ ਸ਼੍ਰੋਮਣੀ ਅਕਾਲੀ ਦਲ ਦੇ ਟਰੈਕਟਰ ਤੇ ਆਈਏ। ਨਹੀਂ, ਉਹਨਾਂ ਕੋਲ ਟਰੈਕਟਰ ਤੇ ਆਏ ਨਹੀਂਗਾ, ਉਹਨਾਂ ਕੋਲ ਤੇ ਇਨੋਵਾ ਸੀਗੀ ਜਿਹਦੇ 'ਚੋਂ ਸਮਾਨ ਕੱਢ ਕੇ ਛੱਤ ਤੇ ਰੱਖਿਆ ਸੀ। ਉਦੋਂ ਬਾਅਦ ਉਹ ਵੀਡੀਓ ਦਾ ਰੌਲਾ ਪੈ ਗਿਆ, ਤੇ ਹੁਣ ਇਸ ਵਕਤ ਇੱਕ ਪਾਸੇ ਬਲਬੀਰ ਸਿੰਘ ਰਾਜੇਵਾਲ ਹੋ ਰਹੀਆਂ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ 3 ਲੀਡਰ ਨੇ, ਤੇ ਉਧਰੋਂ ਮਿਹਣਾ ਉਧਰ ਨੂੰ ਜਾਂਦਾ ਸੀ, ਉਧਰੋਂ ਮਿਹਣਾ ਉਧਰ ਨੂੰ ਜਾਂਦਾ ਸੀ। ਹੁਣ ਮਿਹਣੇ ਹੋਏ ਕਿੱਦਾਂ, ਆਪਾਂ ਗੱਲ ਕਰ ਲੈਂਦੇ। ਦੇਖੋ ਸੰਧਾਲੀਆ ਸਾਹਿਬ, ਭਾਵੇਂ ਜ਼ਰੂਰੀ ਸੀ ਭਾਵੇਂ ਮਜਬੂਰੀ ਸੀ, ਕੁਛ ਵੀ ਹੈ, ਤੁਸੀਂ ਦੇਖੋ ਕਿ ਅੱਜ 15 ਦਿਨ ਤੋਂ ਉੱਪਰ ਹੋ ਗਏ। ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਮੋਗੇ ਵਾਲੀ ਘਟਨਾ ਘਟੀ ਆ ਤੇ ਉਹਦੇ ਤੋਂ ਬਾਅਦ ਕਿਹਾ ਸੀ ਕਿ 10 ਤਰੀਕ ਤੱਕ ਸਰਗਰਮੀਆਂ ਬੰਦ। ਅਸੀਂ 10 ਤਰੀਕ ਤੱਕ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਜਿੱਥੇ ਮਰਜ਼ੀ ਸੱਦ ਲਓ, ਅਸੀਂ ਖੇਤੀਬਾੜੀ ਮੁੱਦੇ ਤੇ ਆਪਣਾ ਅਤੀਤ, ਆਪਣਾ ਵਰਤਮਾਨ ਤੇ ਆਪਣਾ ਭਵਿੱਖ ਦੀਆਂ ਨੀਤੀਆਂ ਸਾਰਾ ਕੁਝ ਤੁਹਾਨੂੰ ਦੱਸਾਂਗੇ। 10 ਤਰੀਕ ਨੂੰ ਸਰਗਰਮੀਆਂ ਸ਼ੁਰੂ ਕਰ ਰਹੀਆਂ। ਸੁਖਬੀਰ ਸਿੰਘ ਬਾਦਲ ਸਾਹਿਬ ਦੀ 100 ਦਿਨ ਦੀ ਯਾਤਰਾ, ਤਿਆਰੀਆਂ ਮੁਕੰਮਲ ਸੀ ਜਿੱਥੇ ਜਾਣਾ ਸੀ, ਪਰ ਅੱਜ 20 ਤੋਂ ਵੀ ਇੱਕ ਦਿਨ ਟੱਪ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਦੁਬਾਰਾ ਸਰਗਰਮੀ ਨਹੀਂ ਸ਼ੁਰੂ ਕੀਤੀ, ਹਾਲਾਂਕਿ ਉਹਨਾਂ ਨੇ ਰਸਮੀ ਤੌਰ ਤੇ ਐਲਾਨ ਵੀ ਨਹੀਂ ਕੀਤਾ ਕਿ ਅਸੀਂ ਬੰਦ ਕਰ ਰਹੇ ਹਾਂ ਜਾਂ ਅਸੀਂ ਇੰਨੀ ਤਰੀਕ ਤੋਂ ਸ਼ੁਰੂ ਕਰਾਂਗੇ। ਇਹਦਾ ਮਤਲਬ ਹੈ ਕਿ ਪਹਿਲੀ ਗੱਲ ਕਿ ਕਿਸਾਨ ਜਥੇਬੰਦੀਆਂ ਦਾ ਹੁਣ ਇੰਨਾ ਕੁ ਪ੍ਰਭਾਵ ਕਬੂਲਦੀਆਂ ਨੇ ਸਿਆਸੀ ਪਾਰਟੀਆਂ, ਨਾ ਕਿਸੇ ਹੋਰ ਪਾਰਟੀ ਨੇ ਵੱਜਵੀਂ ਸਰਗਰਮੀ ਕੀਤੀ। ਹਾਂ, ਦਾ ਲਾਈ ਲਈ ਜਾਂਦੇ ਆ ਮਾੜਾ ਮੋਟਾ ਸਾਰੇ ਕਿਸੇ ਨਾ ਕਿਸੇ ਤਰੀਕੇ, ਜਿਹਦਾ ਕਿ ਵੱਖ-ਵੱਖ ਪਾਰਟੀਆਂ ਵਿਰੋਧੀ, ਉਹਨਾਂ ਨੂੰ ਵੀ ਰੋਕੋ ਜੀ, ਉਹਨਾਂ ਨੂੰ। ਤੁਸੀਂ ਇਹ ਦੇਖੋ ਕਿ ਕਿਸਾਨ ਜਥੇਬੰਦੀਆਂ ਸਾਲ ਦੇ ਵਿੱਚ ਹੀ ਲੋਕਾਂ ਦੇ ਸਹਿਯੋਗ ਨਾਲ ਅਥਾਰਟੀ 'ਚ ਆ ਗਈਆਂ ਕਿ ਭਾਈ ਤੁਸੀਂ ਉਹਨਾਂ ਨੂੰ ਰੋਕਦੇ, ਨਹੀਂ ਤਾਂ ਕੋਈ ਪੁੱਛਦਾ ਥੋੜਾ ਸੀ, ਅੱਗੇ ਕਹਿੰਦੇ ਬੈਠੇ ਰਹੋ। ਹੁਣ ਅਕਾਲੀ ਦਲ ਸਰਗਰਮੀ ਨਹੀਂ ਕਰ ਰਿਹਾ, ਪਰ ਦਿੱਲੀ ਚਲੇ ਗਿਆ ਸੀ, ਕਿਉਂਕਿ ਅਕਾਲੀ ਦਲ ਇਸ ਵੇਲੇ ਬਹੁਤ ਤੇਜ਼ ਰਫ਼ਤਾਰ 'ਚ ਹੈ, ਪਹਿਲ ਕਦਮੀ ਦੇ ਵਿੱਚ ਆ ਕਿ ਇੱਧਰੋਂ ਰੋਕਿਆ ਆਪਾਂ ਦਿੱਲੀ ਚੱਲਦੇ ਹਾਂ। ਫੇਰ ਤਾਂ ਨਹੀਂ ਕੁਝ ਕਹਿਣ ਲੱਗੇ, ਪਰ ਦਿੱਲੀ ਨੂੰ ਜਾਂਦੇ ਆ ਤੇ ਆਉਂਦੇ ਆ ਜੋ ਕੁਝ ਘਟਿਆ ਸੀ, ਬਿਲਕੁਲ ਨਹੀਂ ਕਹਿੰਦੇ ਕਿ ਕਿਸੇ ਨੂੰ ਰੋਕਿਆ ਜਾਵੇ ਜਾਂ ਕਿਸੇ ਨੂੰ ਅਪਸ਼ਬਦ ਬੋਲੇ ਜਾਣ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲੇ, ਅਸੀਂ ਉਹਦੇ ਹੱਕ 'ਚ ਨਹੀਂ, ਪਰ ਉਹ ਵੀਡੀਓ ਆ ਗਈਆਂ। ਉਹਦੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਪ੍ਰੈਸ ਕਾਨਫਰੰਸ ਕਰਦਾ ਤੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪੇਸ਼ ਕਰਦਾ ਕਿ ਆ ਦੇਖੋ ਆਜ਼ਾਦੀ ਘੁਲਾਟੀਆਂ ਦੇ ਖਾਨਦਾਨ 'ਚੋਂ ਬੰਦਾ ਹੈ, ਇਹਨੂੰ ਐ ਕਰਕੇ ਕਿਸਾਨਾਂ ਦੇ ਨਾਂ ਦੇ ਉੱਤੇ ਰੋਕਿਆ ਗਿਆ, ਬੇਇੱਜ਼ਤ ਕੀਤਾ ਗਿਆ। ਆਹ ਦੇਖੋ ਜੀ, ਇਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਇੰਨੇ ਆ ਤਾਂ ਪਿੰਨੀਆਂ ਬਣਾ ਕੇ ਭੇਜੀਆਂ, ਇੰਨੇ ਲੱਖ ਰੁਪਈਆ ਦਿੱਤਾ, ਇਹਨਾਂ ਨੂੰ ਤਾਂ ਸਟੇਜ ਤੇ ਸਨਮਾਨਿਤ ਕੀਤਾ ਗਿਆ ਸੀ, ਤੇ ਇਹਨਾਂ ਦੇ ਨਾਲ ਵੀ ਆਹ ਦੇਖੋ ਮਾੜੀ ਸ਼ਬਦਾਵਲੀ ਵਰਤੀ ਗਈ ਹੈ ਕਿ ਤੁਸੀਂ ਕਿੱਥੇ ਚੱਲੇ ਸੀ। ਤੇ ਇਹਦੇ ਬਾਬਤ ਇਹ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਨੋਟਿਸ ਲੈਣ, ਭਾਈ ਇਹਨਾਂ ਨੂੰ ਰੋਕਣ। ਉਹ ਜਿਸ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਸਾਰੀ, ਤੇ ਉਹਦੇ ਤੋਂ ਬਾਅਦ ਫਿਰ ਬਲਵੀਰ ਸਿੰਘ ਰਾਜੇਵਾਲ ਸਾਹਮਣੇ ਆਏ। ਉਹ ਕਹਿੰਦੇ ਗੱਲ ਇਹ ਹੈ ਕਿ ਇਹ ਅਸੀਂ ਕਿਸੇ ਨੂੰ ਸੱਦਾ ਨਹੀਂ ਦਿੱਤਾ ਕਿ ਤੁਹਾਨੂੰ ਰੋਕੋ, ਇਹ ਤਾਂ ਤੁਹਾਡੇ ਪਹਿਲਾਂ ਕੀਤੇ ਗਏ ਕੰਮਾਂ ਦੇ ਆਧਾਰ ਦੇ ਉੱਤੇ ਲੋਕ ਤੁਹਾਡੇ ਤੋਂ ਤੰਗ ਨੇ,
ਉਹਨਾਂ ਨੇ ਡੇਰੇ ਸਿਰਸੇ ਦਾ ਵੀ ਜ਼ਿਕਰ ਕਰ ਦਿੱਤਾ, ਬੇਅਦਬੀ ਵਾਲੇ ਮਸਲਿਆਂ ਦਾ ਜ਼ਿਕਰ ਕਰ ਦਿੱਤਾ, ਹੋਰ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਸਾਡੇ ਕਹੇ ਨਹੀਂ ਲੋਕ ਤੁਹਾਡੇ ਤੋਂ ਅੱਕੇ ਪਏ ਆ, ਇਸ ਕਰਕੇ ਹੋ ਰਿਹਾ, ਤੁਸੀਂ ਸਾਡਾ ਨਾਂ ਨਾ ਲਾਓ। ਅਸੀਂ ਆਪਣੇ ਪੱਧਰ ਦੇ ਉੱਤੇ ਉਹਨਾਂ ਲੋਕਾਂ ਨੂੰ ਵਰਜਿਆ ਵੀ ਆ ਤੇ ਸਾਨੂੰ ਪਤਾ ਵੀ ਆ ਕਿ ਏਜੰਸੀਆਂ ਨੇ ਕਿ ਬੰਦੇ ਛੱਡੇ ਆ। ਹੁਣ ਜਦੋਂ ਬਲਵੀਰ ਸਿੰਘ ਰਾਜੇਵਾਲ ਨੇ ਇਹ ਕਹਿਤਾ, ਅਕਾਲੀ ਦਲ ਨੇ ਕਰਤੀ ਪ੍ਰੈਸ ਕਾਨਫਰੰਸ, ਚੰਦੂ ਮਾਜਰਾ ਸਾਹਿਬ, ਡਾਕਟਰ ਦਲਜੀਤ ਸਿੰਘ ਚੀਮਾ ਤੇ ਮਹੇਸ਼ਿੰਦਰ ਸਿੰਘ ਗਰੇਵਾਲ, ਉਹ ਕਹਿੰਦੇ ਇਦਾਂ ਸਿਆਸੀ ਜਿਹਾ ਬਿਆਨ ਨਹੀਂ ਦੇਣੇ ਚਾਹੀਦੇ ਸੀ, ਖੇਤੀ ਦੀ ਗੱਲ ਆ ਖੇਤੀ ਤੇ ਰੱਖੋ, ਆ ਕਦੇ ਡੇਰੇ ਵਾਲੇ ਪਾਸਿਓਂ ਕਦੇ ਆ ਗੱਲਾਂ, ਐ ਨਾ ਕਰੋ ਰਾਜੇਵਾਲ ਸਾਹਿਬ, ਟਿਕਟਾਂ ਟੁਕਟਾਂ ਦੀਆਂ ਗੱਲਾਂ ਸਾਡੇ ਕੋਲ ਵੀ ਬਹੁਤ ਨੇ। ਨਹੀਂ ਉਹ ਠੀਕ ਹੈ ਗੱਲ, ਹੁਣ ਤਾਂ ਮੁਸ਼ਕਲ ਪਤਾ ਕੀ ਮੈਨੂੰ ਉਹ ਪ੍ਰੈਸ ਕਾਨਫਰੰਸ 'ਚੋਂ ਇਹੀ ਗੱਲ ਲੱਗੀ ਵੀ ਯਾਰ ਇੱਕ ਪਾਸੇ ਖੇਡੋ, ਜਾਂ ਤੇ ਕਿਸਾਨੀ ਵਾਲੇ ਪਾਸੇ ਖੇਡੋ ਜਾਂ ਰਾਜਨੀਤੀ ਵਾਲੇ ਪਾਸੇ ਖੇਡੋ। ਉਹਨਾਂ ਨੂੰ ਆਇਆ ਵੀ ਹੁਣ ਜੇ ਤਾਂ ਕਿਸਾਨੀ ਵਾਲੇ ਪਾਸੇ ਜਾਂਦੇ ਆ ਉਧਰ ਤੁਸੀਂ ਇਹੋ ਜਿਹੇ ਬੰਦੇ ਸਾਡੇ ਦੁਆਲੇ ਕਰ ਦਿੰਦੇ ਆ, ਜੇ ਅਸੀਂ ਆਨੇ ਵੀ ਰਾਜਨੀਤੀ ਵਾਲੇ ਪਾਸੇ ਆ ਜੇ ਉਧਰ ਤੁਸੀਂ ਕਹਿੰਦੇ ਸਾਡਾ ਰਾਜਨੀਤੀ ਨਾਲ ਲੈਣਾ ਦੇਣਾ ਕੋਈ ਨਹੀਂ। ਪਰ ਮੈਨੂੰ ਲੱਗਦਾ ਵੀ ਰਾਜੇਵਾਲ ਸਾਹਿਬ ਨੇ ਬੜਾ ਖਿੱਚ ਕੇ ਅੱਕ ਕੇ ਉਹ ਬਿਆਨ ਦਿੱਤਾ ਜਿਹਦੇ ਵਿੱਚ ਉਹ ਸ਼ਬਦ ਵੀ ਵਰਤ ਗਏ, ਕਹਿੰਦੇ ਵੀ ਬੜਾ ਅਕਾਲੀ ਦਲ ਕਹਿੰਦਾ ਵੀ ਅਸੀਂ ਅਸਤੀਫਾ ਦਿੱਤਾ, ਬੜੀ ਕੁਰਬਾਨੀ ਕੀਤੀ, ਅੱਜ ਤੱਕ ਤੁਸੀਂ ਦੱਸੋ ਵੀ ਕਿੰਨੇ ਕਿਸਾਨੀ ਦੇ ਲਈ ਕੁਰਬਾਨੀ ਕੀਤੀ, ਕਿੰਨੇ ਅਸਤੀਫਾ ਦਿੱਤਾ। ਕਹਿੰਦੇ ਤੁਹਾਨੂੰ ਯਾਦ ਆ ਇਹ ਅਸਤੀਫਾ ਦੇਣ ਤੋਂ ਪਹਿਲਾਂ ਜਦੋਂ ਤੁਸੀਂ ਮੈਨੂੰ ਮਿਲੇ ਸੀ ਸੁਖਬੀਰ ਬਾਦਲ ਸਾਹਿਬ ਹੈ ਨਾ, ਦਲਜੀਤ ਸਿੰਘ ਚੀਮਾ ਨਹੀਂ, ਜਦੋਂ ਗੱਲਾਂ ਹੋਈਆਂ ਤੇ ਐਂਡ ਤੇ ਮੈਨੂੰ ਪੁੱਛਦੇ ਸੀ ਵੀ ਰਾਜੇਵਾਲ ਸਾਹਿਬ ਕਰੀਏ ਕੀ, ਕਹਿੰਦੇ ਮੈਂ ਤੇ ਉਦੋਂ ਹੀ ਕਹਿਤਾ ਸੀ ਵੀ ਦੋ ਹੀ ਕੰਮ ਹੋਣੇ ਆ, ਵੀ ਜਾਂ ਖੇਤੀ ਰੱਖ ਲਓ ਜਾਂ ਕੁਰਸੀ ਰੱਖ ਲਓ, ਦੋਨੋਂ 'ਚ ਇੱਕ ਚੀਜ਼ ਚੁਣਨੀ ਪੈਣੀ ਹੈ। ਕਹਿੰਦੇ ਜਦੋਂ ਮੈਂ ਕਹਿਤਾ ਸੀ ਭਾਈ ਸਾਹਿਬ ਉਦੋਂ ਤੁਹਾਨੂੰ ਅਸਤੀਫਾ ਦੇਣਾ ਪੈਣਾ, ਉਦੋਂ ਤੁਹਾਨੂੰ ਰਾਜੇਵਾਲ ਚੇਤੇ ਨਹੀਂ ਆਇਆ ਤੇ ਹੁਣ ਤੁਸੀਂ ਰਾਜੇਵਾਲ ਨੂੰ ਇਦਾਂ ਦੀਆਂ ਗੱਲਾਂ ਕਰਦੇ। ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਉਹ ਤਾਂ ਬਾਅਦ ਦੀਆਂ ਗੱਲਾਂ ਕਿ ਪਾਰਲੀਮੈਂਟ ਦੇ ਵਿੱਚ ਕਿਹੜੀ ਚੀਜ਼ ਕਦੋਂ ਆਈ, ਜਦੋਂ ਤੁਹਾਡੇ ਕੋਲ ਕੱਲਾ ਨੋਟਿਸ ਆਇਆ ਹੋਣਾ ਪਹਿਲਾਂ ਮੰਤਰੀ ਸਾਹਿਬ ਕੋਲ, ਬੀਬੀ ਜੀ ਦੇ ਕੋਲ, ਉਦੋਂ ਦੀ ਗੱਲ ਕਿਉਂ ਨਹੀਂ ਦੱਸਦੇ ਕਿ ਉਦੋਂ ਤੇ ਨੋਟ ਕੀ ਲਿਖਿਆ। ਸੰਧਾਲੀਆ ਸਾਹਿਬ ਇੱਕ ਗੱਲ ਹੋਰ ਇੱਥੇ ਬਹੁਤ ਜ਼ਿਆਦਾ ਜ਼ਿਕਰ ਕਰਨ ਵਾਲੀ ਹੈ ਕਿ ਚੰਦੂ ਮਾਜਰਾ ਸਾਹਿਬ ਨੇ ਕਿਹਾ ਕਿ ਦੇਖੋ ਅਕਾਲੀ ਦਲ ਦਿੱਲੀ ਹਿਲਾ ਕੇ ਆਇਆ, ਜਦੋਂ ਹਜ਼ਾਰਾਂ ਲੱਖਾਂ ਵਰਕਰ ਉੱਥੇ ਪਹੁੰਚ ਗਏ ਅਕਾਲੀ ਦਲ ਦੇ ਕਿਸਾਨੀ ਦੇ ਪੱਖ 'ਚ, ਤਾਂ ਫਿਰ ਉਦੋਂ ਉਹ ਕਹਿੰਦੇ ਕਿਉਂ ਨਹੀਂ ਕਿਸਾਨ ਆਗੂ ਇਹ ਮੰਨਦੇ, ਬਾਕੀ ਸਾਰੀਆਂ ਜਥੇਬੰਦੀਆਂ, ਉਗਰਾਹਾਂ ਸਾਹਿਬ ਧੰਨਵਾਦ ਕੀਤਾ, ਉਹ ਕਹਿੰਦੇ ਜਦ ਬਾਕੀ ਸਾਰਿਆਂ ਨੂੰ ਕੋਈ ਨਹੀਂ ਤਾਂ ਰਾਜੇਵਾਲ ਸਾਹਿਬ ਇਹਦਾ ਕਿਉਂ ਨਹੀਂ ਮੰਨਦੇ ਕਿ ਅਸੀਂ ਤਾਂ ਕਿਸਾਨਾਂ ਦੇ ਹੱਕ 'ਚ ਗਏ ਆ, ਹੁਣ ਸਾਨੂੰ ਉਧਰ ਜਾਂਦੇ ਨੂੰ ਵੀ ਰੋਕਣਗੇ ਤਾਂ ਮਾੜੀ ਗੱਲ ਹੈ। ਤੇ ਉਸ ਮੁੱਦੇ ਦੇ ਉੱਤੇ ਬਲਵੀਰ ਸਿੰਘ ਰਾਜੇਵਾਲ ਨੇ ਜਵਾਬ ਦਿੱਤਾ, ਉਹ ਕਹਿੰਦੇ ਕਿ ਅਸੀਂ ਉਹ ਜਿਹੜੀ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਸੀ ਸਿਆਸੀ ਪਾਰਟੀਆਂ ਨਾਲ, ਅਸੀਂ ਤੁਹਾਨੂੰ ਇਹ ਗੱਲ ਆਖੀ ਸੀ ਕਿ MLA ਤੇ MP ਜਾਓ, ਤੁਹਾਡੇ ਵਿਸ਼ੇਸ਼ ਅਧਿਕਾਰ ਹੁੰਦੇ ਆ, ਤੇ ਅਸੀਂ ਜਾਣ ਨੂੰ ਕਿਹਾ ਸੀ, ਮੁੜਨ ਨੂੰ ਤਾਂ ਨਹੀਂ ਕਿਹਾ ਸੀ। ਅਸੀਂ ਨਹੀਂ 10 ਮਹੀਨੇ ਮੁੜੇ, ਤੁਸੀਂ ਇੱਕ ਦਿਨ 'ਚ ਹੀ ਮੁੜੇ। ਇਹਦੇ ਨਾਲ ਸੰਧਾਲੀਆ ਸਾਹਿਬ ਜਿਹੜੀ ਗੱਲ ਉਹਨੇ ਕਹੀ, ਕਹਿੰਦੇ ਮੈਨੂੰ ਰਾਜੇਵਾਲ ਸਾਹਿਬ ਕਹਿੰਦੇ ਇਹ ਨਹੀਂ ਸਮਝ ਆਉਂਦੀ, ਅਸੀਂ ਨੂੰ ਦਿੱਲੀ ਨੂੰ ਜਾਈਏ ਬੰਦੇ ਲੈ ਕੇ ਇਸੇ ਹੀ ਮੁੱਦੇ ਤੇ, ਸੜਕਾਂ ਪੱਟ ਦਿਓ, ਸਰੀਏ ਲਾ ਦਿਓ, ਬੈਰੀਕੇਡ ਲਾ ਦਿਓ, ਪਾਣੀ ਦੀਆਂ ਵਿਛਾੜਾਂ ਮਾਰ ਦਿਓ, ਅਥਰੂ ਗੈਸ ਛੱਡੋ, ਬੜਾ ਕੁਝ ਕਰਦੇ ਆ, ਤੁਸੀਂ ਸਿੱਧੇ ਪਹੁੰਚ ਗਏ ਕਹਿੰਦੇ। ਆਹੋ ਤੇ ਬੱਸਾਂ ਵੀ ਕਹਿੰਦੇ ਉਧਰ ਦੀ ਗਈਆਂ ਜਿੱਧਰ ਦੀ ਧਰਨਾ ਲੱਗਾ ਸੀਗਾ, ਤੇ ਉਹ ਕਹਿੰਦੇ ਤੁਸੀਂ ਉਹਨਾਂ ਬੰਦਿਆਂ ਦਾ ਕਿਉਂ ਨਹੀਂ ਦੱਸਦੇ ਜਿਹੜੇ ਟੈਂਟਾਂ 'ਚ ਸਾਡੇ ਰਾਤ ਰੁਕ ਕੇ ਗਏ ਆ, ਤੇ ਅਸੀਂ ਕਹਿੰਦੇ ਵਰਜਿਆ, ਅਸੀਂ ਉਹਨਾਂ ਬੰਦਿਆਂ ਨੂੰ ਵਰਜਿਆ ਵੀ ਆ। ਉਹ ਕਹਿੰਦੇ ਜੇ ਉੱਥੋਂ ਤੱਕ ਵੀ ਕਹਿਤਾ, ਕਹਿੰਦੇ ਇੱਕ SGPC ਦੇ ਮੈਂਬਰ ਨੇ ਮੈਨੂੰ ਕਿਹਾ, ਮੈਂ ਉਹਨਾਂ ਤੋਂ ਖਿਮਾ ਜਾਚਨਾ ਵੀ ਕੀਤੀ ਕਿ ਪਾਈਆ ਨਹੀਂ ਹੋਣਾ ਚਾਹੀਦਾ, ਅਫਸੋਸ ਵੀ ਕੀਤਾ ਕਿ ਜੇ ਕੁਝ ਇਦਾਂ ਦਾ ਹੋਇਆ। ਹੋਰ ਵੀ ਤੁਹਾਡੇ ਕਈ ਲੀਡਰਾਂ ਨੇ, ਉਹ ਕਹਿੰਦੇ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਅਕਾਲੀ ਦਲ ਸਾਡੇ ਨਾਲ ਸੰਪਰਕ ਕਰਦਾ ਕਿ ਭਾਈ ਤੁਹਾਡੇ ਬੰਦਿਆਂ ਨੇ ਆ ਕੀਤੀ, ਸਿੱਧਾ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਕਿਸਾਨ ਜਥੇਬੰਦੀਆਂ ਦੋਸ਼ ਲਾਉਂਦੇ ਹੋ, ਇਹ ਸਾਨੂੰ ਕਹਿੰਦੇ ਪ੍ਰਵਾਨ ਨਹੀਂ। ਨਹੀਂ ਪਰ ਕੁੱਲ ਮਿਲਾ ਕੇ ਦੇਖੋ ਇੱਕ ਗੱਲ ਤੇ ਹੈਗੀ ਆ ਵੀ ਇਸ ਵਕਤ ਪੇਜ ਤੇ ਫਸ ਗਿਆ, ਕਿਉਂਕਿ ਅਕਾਲੀ ਦਲ ਨੂੰ ਲੱਗਦਾ ਵੀ ਯਾਰ ਸਾਡਾ ਹੱਕ ਬਣਦਾ ਸਰਗਰਮੀ ਕਰਨੀ, ਵੀ ਦਿਨ ਤਾਂ ਥੋੜੇ ਜਿਹੇ ਰਹਿ ਗਏ, ਮਸਾਂ ਇੱਕਰਾਂ ਕੰਮਦਾਰ ਥੱਲੇ ਆਇਆ ਸੀ, ਉਧਰੋਂ ਹੋਣਾ ਕਾਂਗਰਸ ਵਾਲਾ ਨਵਾਂ ਪੰਗਾ ਪਾਦਾ ਮੁੱਖ ਮੰਤਰੀ ਬਲਤਾ, ਤੇ ਦੂਸਰੇ ਪਾਸੇ ਤੁਸੀਂ ਇਧਰੋਂ ਸਾਰੀ ਸੈਟਿੰਗ ਜੀ ਬਹਿਣ ਲੱਗਦੀ ਆ, ਉਹਨੇ ਜਿਹਨੂੰ ਕਹਿੰਦਾ ਨਹੀਂ ਜਾਂ ਫਲਾਨੀ ਸਰਗਰਮੀ ਨਹੀਂ ਕਰਨ ਦੇਣੀ। ਹੁਣ ਦੇਖੋ ਜਿਸ ਹਿਸਾਬ ਨਾਲ ਉਹ ਪ੍ਰੈਸ ਕਾਨਫਰੰਸ ਹੋਈ ਜਾਂ ਜਿਸ ਹਿਸਾਬ ਨਾਲ ਬਿਆਨ ਆਏ, ਉਹ ਤੋਂ ਇਹ ਗੱਲ ਤੇ ਹੈਗੀ ਆ ਵੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਖਿੱਚ ਤੇ ਹੈਗੀ ਆ ਵੀ ਯਾਰ ਇਦਾਂ ਕਿੱਦਾਂ ਹੁਣ ਤੁਸੀਂ ਸਾਨੂੰ ਰੋਕ ਸਕਦੇ ਆ। ਪਰ ਦੂਜੇ ਪਾਸੇ ਇਹ ਵੀ ਤੇ ਇੱਕ ਪੇਜ ਹੈਗਾ ਨਾ WhatsApp, ਵੀ ਜੇ ਮੰਨ ਲਓ ਇਹ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤੇ ਜਿਹੜੀ ਚੀਜ਼ ਨੂੰ ਵੈਸੇ ਲੋਕ ਰੋਂਦੇ ਆ ਵੀ ਆਪਾਂ ਕੁੱਲ ਮਿਲਾ ਕੇ ਲੜਾਈ ਫਿਰ ਘਰ ਦੀ ਘਰੇ ਹੀ ਪਾਉਣ ਨੂੰ ਫਿਰਦੇ ਆ, ਵੀ ਜਿੱਥੋਂ ਇਹ ਪੇਚਾ ਪਿਆ ਉੱਥੇ ਤੇ ਪ੍ਰੈਸ਼ਰ ਹੀ ਕੋਈ ਨਹੀਂ, ਅਗਲਾ ਤਾਂ ਖੁਸ਼ ਹੋਊਗਾ ਵੀ ਠੀਕ ਆ ਤੁਸੀਂ ਆਪਸ 'ਚ ਸਿਰ ਪਾੜੀ ਜਾਓ ਇੱਕ ਦੂਜੇ ਤੇ, ਸਾਨੂੰ ਕੀ ਫਰਕ ਪੈਂਦਾ। ਜੇ ਉਧਰ ਨੂੰ ਗੇਮ ਤੁਰ ਪਈ ਫਿਰ ਤੇ ਮਾੜੀ ਗੱਲ ਆ। ਸੰਧਾਲੀਆ ਸਾਹਿਬ ਬਹੁਤ ਮਾੜੀ ਹੈ, ਉਸੇ ਗੱਲ ਤੋਂ ਤਾਂ ਬਚਾਅ ਚਾਹੀਦਾ। ਵੈਸੇ ਸਿਆਸੀ ਪਾਰਟੀਆਂ ਦਾ ਹੱਕ ਤਾਂ ਹੈਗਾ, ਉਹ ਕਾਨੂੰਨ ਉਹਨਾਂ ਨੂੰ ਰੋਕਦਾ ਨਹੀਂ ਹੈ ਕਿ ਤੁਸੀਂ ਸਰਗਰਮੀਆਂ ਕਰੋ, ਪਰ ਇੱਥੇ ਇੱਕ ਸਵਾਲ ਹੈ ਛੋਟਾ ਜਿਹਾ ਕਿ ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਾਉਣੇ ਆ, ਅਕਾਲੀ ਦਲ ਤੇ ਬਾਕੀ ਸਿਆਸੀ ਪਾਰਟੀਆਂ ਵੀ, ਕਾਂਗਰਸ ਆਮ ਆਦਮੀ, ਇਹ ਕਹਿੰਦੇ ਆ ਨਾ ਟਰੈਕ ਇੱਕੋ ਹੀ ਆ, ਮੰਜ਼ਿਲ ਇੱਕੋ ਹੀ ਆ, ਤੌਖਲਾ ਇੱਕੋ ਹੀ ਆ ਸਾਰਿਆਂ ਨੂੰ, ਜਾਣੀ ਉਹਨਾਂ ਨੂੰ ਕਿਸਾਨਾਂ ਦੇ ਨਾਲ ਮਜ਼ਦੂਰਾਂ ਹਮਦਰਦੀ ਹੋਣੀ ਆ। ਸਵਾਲ ਇੱਥੇ ਪਤਾ ਕੀ ਆ, ਮੈਂ ਪੰਜਾਬ ਦੇ ਸਾਰੇ ਪਿੰਡਾਂ ਦੇ ਸਿਆਸੀ ਪਾਰਟੀਆਂ ਦੇ ਵਰਕਰਾਂ ਨੂੰ ਕਹਿੰਦਾ ਡਟ ਕੇ ਪਾਰਟੀਆਂ ਨਾਲ ਰਹੋ, ਅਹੁਦੇ ਲੈ ਰਹੋ, ਕਿਸੇ ਨਾ ਕਿਸੇ ਨੇ ਸਿਆਸਤ ਕਰਨੀ ਹੈ, ਪਰ ਤੁਸੀਂ ਇੱਕ ਕੰਮ ਕਰੋ ਸਾਡੇ ਕਹਿਣ ਦੇ ਉੱਤੇ ਆਪੋ ਆਪਣੀ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ, ਕਿ ਪਤਾ ਲੱਗ ਗਿਆ ਸੀ ਕਾਨੂੰਨ ਬਣ ਗਿਆ ਤੇ ਪਤਾ ਲੱਗ ਗਿਆ ਸੀ ਰੱਦ ਕਰਾਉਣੇ ਆ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕੁੰਡੀ ਲਾ ਲਾ ਕੇ ਸਿਆਸੀ ਲੀਡਰ ਸਮਝਾਏ,
ਪਹਿਲਾ ਸਟੈਪ ਗੱਲ ਨਹੀਂ ਬਣੀ। ਫਿਰ ਸਾਰੇ ਪੰਜਾਬ 'ਚ ਟਰੈਕਟਰਾਂ ਦੀ ਚੇਨ ਬਣਾਈ ਕੋਵਿਡ ਦੇ ਦੌਰਾਨ, ਲੋਕਡਾਊਨ ਦੇ ਦੌਰਾਨ। ਉਹਦੇ ਤੋਂ ਬਾਅਦ ਜਦੋਂ ਨਹੀਂ ਗੱਲ ਬਣੀ 7 ਦਿਨ ਦਾ ਬਾਦਲ ਪਿੰਡ ਤੇ 7 ਦਿਨ ਦਾ ਪਟਿਆਲੇ ਧਰਨਾ। ਨਹੀਂ ਗੱਲ ਬਣੀ ਟੋਲ ਪਲਾਜ਼ਿਆਂ ਤੇ ਧਰਨਾ, ਟੋਲ ਪਲਾਜ਼ੇ ਬੰਦ ਕਰਾਤੇ। ਨਹੀਂ ਫਿਰ ਵੀ ਕੋਈ ਮੰਨਿਆ ਰੇਲਾਂ ਰੋਕੀਆਂ, ਤੁਹਾਨੂੰ ਯਾਦ ਹੋਣਾ। ਜਦੋਂ ਨਹੀਂ ਸੀ ਗੱਲ ਬਣਦੀ ਅਗਲਾ ਸਟੈਪ ਸੀ ਕਿ ਰੇਲਾਂ ਰੋਕਤੀਆਂ। ਫਿਰ ਰੌਲਾ ਪੈ ਗਿਆ ਜੀ ਪੰਜਾਬ ਦੇ ਤਾਂ ਕਾਰੋਬਾਰ ਨੂੰ ਜਿਹੜਾ ਬਹੁਤ ਨੁਕਸਾਨ ਹੋ ਗਿਆ। ਕਸ਼ਮੀਰ ਦੀ ਗੱਲ ਕੀਤੀ ਸੀ ਜੀ, ਉੱਥੇ ਸਮਾਨ ਪਹੁੰਚਾਉਣਾ ਹੁੰਦਾ, ਸਿਆਲ ਆਉਣ ਵਾਲੇ ਆ, ਤੁਹਾਨੂੰ ਯਾਦ ਹੋਣਾ। ਉਹਨਾਂ ਨੇ ਕਿਹਾ ਠੀਕ ਹੈ। ਫਿਰ ਬੈਕ ਹੋ ਕੇ ਅੱਗੇ ਕਹਿੰਦੇ ਜੀ ਹੁਣ ਅਸੀਂ ਦਿੱਲੀ ਜਾਣਾ। ਦਿੱਲੀ ਜਾਣਾ ਸੀ ਕਹਿੰਦੇ 6 ਮਹੀਨੇ ਲਈ ਜਾਣਾ। ਨਹੀਂ ਮੰਨੇ, ਕਹਿੰਦੇ ਕੋਈ ਗੱਲ ਨਹੀਂ ਬੈਠੇ ਆ ਜਦੋਂ ਤੱਕ ਬੰਦ ਨਹੀਂ ਹੁੰਦੇ। ਜਾਣੀ ਕਿ ਜੇ ਕਿਸਾਨ ਜਥੇਬੰਦੀਆਂ ਨੂੰ ਇਹ ਲੱਗਦਾ ਸੀ ਕਿ ਕਾਨੂੰਨ ਰੱਦ ਕਰਾਉਣੇ ਆ, ਉਹਨਾਂ ਨੇ ਸਟੈਪ ਬਾਈ ਸਟੈਪ ਅੱਗੇ ਨੂੰ ਗਏ ਤੇ ਕਹਿੰਦੇ ਆ ਕਿ ਭਾਈ ਜਾਂ ਮਰ ਕੇ ਆਵਾਂਗੇ ਜਾਂ ਕਾਨੂੰਨ ਰੱਦ ਕਰਾ ਕੇ ਆਵਾਂਗੇ। ਹੁਣ ਸਿਆਸੀ ਪਾਰਟੀਆਂ ਦੇ ਸਾਡੇ ਮਾਣਯੋਗ ਵਰਕਰ ਆਪਣੇ ਪਰਿਵਾਰਾਂ ਚੋਂ ਨੇ, ਆਪਣੇ ਪਿੰਡਾਂ ਚੋਂ ਨੇ, ਆਪਣੇ ਰਿਸ਼ਤੇਦਾਰੀਆਂ ਚੋਂ ਨੇ। ਤੁਸੀਂ ਰਹੋ ਲੱਖ ਆਪਣੀਆਂ ਸਿਆਸੀ ਪਾਰਟੀਆਂ ਨਾਲ, ਪਰ ਉਹਨਾਂ ਨੂੰ ਇੱਕ ਗੱਲ ਪੁੱਛੋ ਕਿ 543 ਮੈਂਬਰ ਨੇ ਲੋਕ ਸਭਾ ਦੇ, ਪੰਜਾਬ ਦੇ ਵਿੱਚੋਂ 13 ਆ। 13 ਹੱਕ 'ਚ ਹੋ ਜਾਣ ਵਿਰੋਧ 'ਚ ਹੋ ਜਾਣ ਫਰਕ ਕੋਈ ਨਹੀਂ ਪੈਂਦਾ। ਪਰ ਕੀ ਜਿੱਦਾਂ ਕਿਸਾਨ ਜਥੇਬੰਦੀਆਂ ਬਾਰੀ-ਬਾਰੀ ਸਿਰ ਅੱਗੇ ਨੂੰ ਚਲੇ ਗਈਆਂ ਤਾਂ ਕਹਿੰਦੇ ਮੁੜਨਾ ਹੀ ਨਹੀਂ ਉਦੋਂ ਤੱਕ। ਤੁਸੀਂ ਇੱਕ ਦਿਨ ਪ੍ਰੈਸ ਕਾਨਫਰੰਸ ਕਰ ਦਿੰਦੇ ਹੋ ਮਾਨਯੋਗ ਲੀਡਰ ਸਾਹਿਬ, ਫੇਰ ਕਰੇ। ਤੁਸੀਂ ਇੱਕ ਦਿਨ ਦਾ ਮਾਰਚ ਕਰ ਦਿੰਦੇ ਹੋ, ਕੋਈ ਪਾਰਟੀ ਹੋਵੇ, ਫੇਰ ਕਰੇ। ਤੁਸੀਂ ਇੱਕ ਦਿਨ ਦਿੱਲੀ ਜਾ ਆਉਂਦੇ ਹੋ, ਫੇਰ ਕਰੇ। ਤੁਸੀਂ ਇੱਕ ਦਿਨ ਰਾਜਪਾਲ ਕੋ ਜਾ ਆਉਂਦੇ ਹੋ, ਫੇਰ ਕਰੇ। ਤੁਸੀਂ ਚੁੱਪ ਕਰਕੇ ਬਹਿ ਜਾਂਦੇ ਹੋ ਕਿ ਜੇ ਪਾਰਲੀਮੈਂਟ ਦਾ ਸੈਸ਼ਨ ਚੱਲੂ ਤਾਂ ਅਸੀਂ ਗੱਲ ਕਰਾਂਗੇ, ਫੇਰ ਕਰੇ। ਜਾਣੀ ਇੱਕ ਪਾਸੇ ਉਹ ਬੰਦੇ ਨੇ ਜਿਨ੍ਹਾਂ ਨੂੰ 10 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਉਹ ਘਰ ਛੱਡ ਕੇ ਤੁਰੇ ਆ ਤੇ ਕਹਿੰਦੇ ਮੁੜਨਾ ਹੀ ਉਦੋਂ ਆ। ਇੱਕ ਪਾਸੇ ਆਪਾਂ ਚਲੇ ਜਾਣੇ। ਜੇ ਤਾਂ ਇਸ ਤਰੀਕੇ ਦੇ ਨਾਲ ਖੇਤੀ ਕਾਨੂੰਨ ਵਾਪਸ ਹੋ ਜਾਣਗੇ ਫਿਰ ਤੁਸੀਂ ਤਰੀਕਾ ਅਪਣਾਈ ਜਾਓ, ਕੋਈ ਗੱਲ ਨਹੀਂ। ਪਰ ਜੇ ਇਦਾਂ ਨਹੀਂ ਹੁੰਦੇ, ਇਦਾਂ ਤਾਂ ਮੈਨੂੰ ਲੱਗਦਾ 40 ਸਾਲ ਹੋ ਗਏ ਸੀ ਸੁਣਦੇ ਜੀ ਦਿੱਲੀ ਪੰਜਾਬ ਨਾਲ ਧੱਕਾ ਕਰਦੀ ਹੈ। ਪਾਰਲੀਮੈਂਟ 'ਚ ਵੀ ਕਹਿੰਦੇ ਆ, ਵਿਧਾਨ ਸਭਾ 'ਚ ਵੀ ਕਹਿੰਦੇ ਆ, ਮੰਗ ਪੱਤਰ ਵੀ ਦਿੰਦੇ ਆ, ਪ੍ਰੈਸ ਕਾਨਫਰੰਸ ਵੀ ਕਰਦੇ ਆ, ਪਰ ਉਹ ਬੰਦ ਹੋ ਗਿਆ। ਇਦਾਂ ਤਾਂ ਹਰ ਵਾਰੀ ਕਹਿੰਦੇ ਚੰਡੀਗੜ੍ਹ ਪੰਜਾਬ ਨੂੰ ਚਾਹੀਦਾ। ਪਾਰਲੀਮੈਂਟ 'ਚ ਵੀ ਕਹਿੰਦੇ ਆ, ਦਿੱਲੀ ਧਰਨਾ ਵੀ ਦਿੰਦੇ, 1 ਦਿਨ ਦਾ, 2 ਦਿਨ ਦਾ, 3 ਦਿਨ ਦਾ, ਮੁੜ ਕੇ ਘਰੇ ਨੂੰ ਆ ਜਾਂਦੇ ਆ, ਚੰਡੀਗੜ੍ਹ ਮਿਲ ਗਿਆ। ਇਦਾਂ ਦਾ ਪੰਜਾਬੀ ਬੋਲਦੇ ਇਲਾਕਿਆਂ ਦਾ ਵੀ ਕਹਿੰਦੇ ਆ। ਜਾਣੀ ਕਿ ਜੇ ਤਾਂ ਫਾਰਮੂਲਾ ਸਿਆਸੀ ਪਾਰਟੀਆਂ ਨੇ ਉਹੀ ਰੱਖਿਆ, ਫੇਰ ਤਾਂ ਰੱਦ ਸ਼ਾਇਦ ਉਹਨਾਂ ਦੇ ਹਿਸਾਬ ਨਾਲ ਨਹੀਂ ਹੋਣੇ। ਤੇ ਜੇ ਕਿਸਾਨਾਂ ਵਾਲਾ ਰੱਖਿਆ, ਉਹ ਰੋਡ ਮੈਪ ਦੇ ਦੇਣ ਆਪਣੀਆਂ ਸਿਆਸੀ ਪਾਰਟੀਆਂ ਆਪਣੇ ਵਰਕਰਾਂ ਨੂੰ ਕਿ ਐਦਾਂ ਅਸੀਂ ਰੱਦ ਕਰਾ ਦੇਣੇ ਆ, ਫਿਰ ਤਾਂ ਗੱਲ ਵੱਖਰੀ ਹੈ। ਨਹੀਂ ਤਾਂ ਵਿਚਾਰਨਾ ਪਊਗਾ। ਪਾਠ ਸਾਹਿਬ ਵਾਹ ਚਿਰ ਬਾਅਦ ਮੈਂ ਕਹਿਣ ਲੱਗਾ ਵੀ ਤੁਸੀਂ ਤਾਂ ਭੋਲੀਆਂ ਗੱਲਾਂ ਕਰਦੇ ਹੋ। ਨਹੀਂ ਹੈ ਤੇ ਭੋਲੀ ਗੱਲ ਹੀ ਹੈ ਨਾ। ਹੁਣ ਜਿਹੜੇ ਬੰਦੇ ਹੈ ਸਹੀ ਹੈ ਕਿ ਨਹੀਂ? ਬਿਲਕੁਲ ਸਹੀ ਹੈ। ਜਿਹੜੇ ਬੰਦੇ ਉੱਥੇ ਜਾ ਕੇ ਬੈਠੇ ਨੇ ਉਹਨਾਂ ਨੂੰ ਪਤਾ ਵੀ ਵੀਰ ਪਿੰਡ ਰੋਟੀ ਹੈ ਨਹੀਂ, ਜੇ ਇਦਾਂ ਰਹੇ ਤੇ ਫਿਰ ਬਿਲਕੁਲ ਨਹੀਂ ਲੱਭਣੀ। ਅਗਲਾ ਤੇ ਤਾਂ ਬੈਠਾ। ਤੇ ਜਿਹੜਾ ਤੁਸੀਂ ਬਾਕੀਆਂ ਦੀ ਗੱਲ ਕਰਦੇ ਹੋ, ਕਹਿੰਦਾ ਰੋਟੀ ਤੇ ਇੱਥੇ ਆ। ਜਦੋਂ ਉੱਥੇ ਜਾ ਕੇ ਅਗਲਾ ਗੱਲ ਕਰਦਾ ਉਹਦੇ ਅੱਖ 'ਚ ਅੱਖ ਪਾ ਕੇ ਕਹਿੰਦੇ ਨਾ ਕਿੱਦਾਂ ਫਿਰ ਚੱਲਦਾ ਕਾਰੋਬਾਰ। ਉਹ ਭੇਜੀਏ ਫਿਰ ਇੱਥੋਂ ਬੰਦਾ ਕੋਈ, ਜੇ ਬਹੁਤੀ ਗੱਲ ਹੈ ਨਹੀਂ ਜੀ ਨਹੀਂ ਚੱਲੇ ਵਾਪਸ, ਟੈਨਸ਼ਨ ਨਹੀਂ ਲੈਣੀ, ਬਸ ਹਾਜ਼ਰੀ ਲਾਉਣੀ ਹੀ ਲਵਾਤੀ ਹੈ ਜੀ, ਹੁਣ ਨਹੀਂ ਮੁੜਦੇ ਹਫਤਾ ਹੀ ਠੀਕ ਆ। ਫਿਰ ਹੁਣ ਜਦੋਂ ਅਗਲੇ ਬੰਦੇ ਨੇ ਉੱਥੇ ਜਾ ਕੇ ਇਹਨਾਂ ਨੇ ਤਾਂ ਧਰਨਾ ਪ੍ਰਦਰਸ਼ਨ ਕਰਨਾ, ਵੀ ਅੱਧੇ ਕਿਸਾਨਾਂ ਨੂੰ ਤਾਂ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਵੀ ਸਾਹਮਣੇ ਅਫਸਰ ਕਿਹੜਾ, ਲੀਡਰ ਕਿਹੜਾ, ਕਿਹਨੂੰ ਅਸੀਂ ਕਿਹੜੀ ਗੱਲ ਕਹਿਣ ਡਏ। ਬਸ ਉਹ ਤੇ ਉਹਨਾਂ ਦੇ ਭਾਅ ਤੇ ਇਹੀ ਆ ਵੀ ਭਾਈ ਸਾਹਿਬ ਇਹੋ ਹੀ ਸਰਕਾਰ ਆ, ਇਹਦੇ ਕੋਲੇ ਹਰਾ ਪੈਨ, ਇਹਨੇ ਘੁੱਗੀ ਮਾਰ ਦੇਣੀ, ਸਾਡਾ ਮਸਲਾ ਹੱਲ ਹੋ ਜਾਣਾ ਜੀ। ਜਿਹੜੇ ਲੀਡਰਾਂ ਨੇ ਜਾਣਾ ਉਹਨੂੰ ਤੇ ਇਕੱਲੇ ਬੰਦੇ ਦਾ ਪਤਾ, ਬੰਦੇ ਦੇ ਨਾਲ ਕਿਹੜੇ ਬੰਦੇ ਲੱਗੇ ਨੇ ਉਹਨਾਂ ਦਾ ਵੀ ਪਤਾ, ਤੇ ਉਹਨਾਂ ਬੰਦਿਆਂ ਨੂੰ ਵੀ ਇਕੱਲੇ ਲੀਡਰ ਦਾ ਪਤਾ ਵੀ ਅੱਛਾ ਇਹ ਸਾਡੇ ਕੋਲੋਂ ਕੀ ਲੈ ਕੇ ਗਿਆ ਤੇ ਗਾਂ ਇਹਦਾ ਕਿਹੜੀ ਫਾਈਲ ਸਾਡੇ ਕੋਲੇ ਫਸੀ ਹੈ। ਉਹ ਕਿਹੜਾ ਮੂੰਹ ਲੈ ਕੇ ਦੂਰ ਜਾਣ ਦੱਸੋ, ਕਮਾਲ ਕਰਦੇ ਫਿਰ ਭੋਲੀਆਂ ਗੱਲਾਂ। ਠੀਕ ਹੈ, ਮੈਂ ਤਾਂ ਸਿਰਫ ਲੀਡਰਾਂ ਤੋਂ ਕਿਹਾ ਨਹੀਂ, ਮੈਂ ਤਾਂ ਵਰਕਰਾਂ ਨੂੰ ਬੇਨਤੀ ਕੀਤੀ। ਨਹੀਂ ਵਰਕਰ ਵਿਚਾਰੇ ਵੀ ਕੀ ਕਰਨਾ, ਵਰਕਰਾਂ ਦਾ ਤੇ ਕੰਮ ਉਦਾਂ ਦਾ ਹੀ ਆ ਨਾ। ਜਦੋਂ ਮੰਨ ਲਓ ਵਰਕਰ ਨੇ ਉੱਥੇ ਜਾ ਕੇ ਆਖਿਆ ਵੀ ਪ੍ਰਧਾਨ ਜੀ ਫਿਰ ਅਸੀਂ ਤੁਰਨਾ ਤਾਂ ਸੀਗਾ ਤੁਹਾਡੇ ਨਾਲ, ਪਰ ਤੁਸੀਂ ਆ ਫਲਾਣਾ ਕੰਮ ਪਹਿਲਾਂ ਕਰਾਓ ਤੇ ਫਿਰ ਅਸੀਂ ਤੁਹਾਡੇ ਨਾਲ ਤੁਰਾਂਗੇ ਜੀ। ਹੁਣ ਪੋਲੀਟੀਕਲ ਪਾਰਟੀ ਨੇ ਕੀ ਕੀਤਾ, ਪਿੰਡਾਂ 'ਚ ਵੀ ਧੜੇ ਬੰਦੀ ਹੈ ਨਾ। ਮੰਨ ਲਓ ਵੀ ਮੇਰੇਗਾ ਬੰਦਾ ਉੱਥੇ ਜਾ ਕੇ ਕਹਿੰਦਾ ਵੀ ਪ੍ਰਧਾਨ ਜੀ ਅਸੀਂ ਇੱਦਾਂ ਕਰੋ ਇੱਦਾਂ ਕਰੋ। ਹੁਣ ਪ੍ਰਧਾਨ ਜੀ ਨੇ ਥੋੜੀ ਜਿਹੀ ਅੱਖ ਚੁੱਕਣੀ ਵੀ ਇਹ ਕਿਸੇ ਔਖਾ ਜਿਹਾ ਬੋਲਦਾ। ਪ੍ਰਧਾਨ ਜੀ ਨੇ ਉਹਦਾ ਫੋਨ ਨਾਲ ਹੀ ਬਲੌਕ ਕਰਕੇ ਜਿਹੜਾ ਉਹਦੇ ਸੈਕੰਡ ਲੀਡ ਦੇ ਉੱਪਰ ਇੱਕ ਲੀਡਰ ਰੱਖਿਆ ਉਹਨੂੰ ਅਗਲੇ ਦਿਨ ਸੱਦ ਰਿਹਾ, ਤੂੰ ਫਿਰ ਚਾਹ ਤੇ ਆਈ ਸਵੇਰੇ ਹੈ। ਉਹਨਾਂ ਨੇ ਯਾਰ ਹੁਣ ਤੱਕ ਤੇ ਮੈਨੂੰ ਕਦੀ ਸੱਦਿਆ ਨਹੀਂ, ਹੁਣ ਮੈਨੂੰ ਚਾਹ ਤੇ ਸੱਦਿਆ ਪ੍ਰਧਾਨ ਜੀ ਨੇ। ਇੱਕ ਸੈਲਫੀ ਪਾਉਣੀ ਆ, ਅੱਧਾ ਕੁ ਘੰਟਾ ਉੱਥੇ ਹੱਸਦਿਆਂ ਖੇਡਦਿਆਂ ਗੱਲਾਂ ਕਰਨੀਆਂ, ਤੂੰ ਮੇਰਾ ਵੀਰ ਤੂੰ ਮੇਰਾ ਭਰਾ। ਉਦੋਂ ਬਾਅਦ ਜਿਹੜਾ ਪਹਿਲਾ ਹੋਣਾ ਵੀ ਮੈਂ ਪ੍ਰਧਾਨ ਜੀ ਕੋਲੋਂ ਫਲਾਨੀ ਚੀਜ਼ ਪੁੱਛਣੀ, ਵੀ ਉਹਨੇ ਤੇ ਉੱਥੇ ਰਹਿ ਜਾਣਾ, ਉਹ ਦੂਜੇ ਨੇ ਘਰੋਂ ਟਰਾਲੀਆਂ ਲੈ ਕੇ ਨਾਲ ਤੁਰ ਪੈਣਾ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਪੰਜਾਬ 'ਚ ਹੀ ਨਹੀਂ, ਇਹ ਕਿਹੜਾ ਦੂਰੋਂ ਨੇ। ਇਸੇ ਕਰਕੇ ਤਾਂ ਮੈਂ 5 ਦੀ ਸ਼ਰਤ ਲਾਈ ਜਿਹੜੀ ਮੈਂ ਜਿੱਤਣੀ। ਨਹੀਂ ਤੁਸੀਂ 5 ਦੀ ਲਾਈ ਹੈ, ਅਸੀਂ ਤੁਹਾਨੂੰ 5 ਦੇਣੇ ਆ ਹੱਥੀਂ ਬੱਧੀ, ਪਰ ਦੇਣੇ ਤਾਂ ਆ ਜੇ ਹਾਰੀਏ, ਪਰ ਜਿੱਤਣਾ ਅਸੀਂ ਆ। ਤੁਸੀਂ ਟਾਈਮ ਦੱਸੋ। ਨਹੀਂ ਉਹ ਤਾਂ ਟਾਈਮ ਹੀ ਦੱਸੋ। ਟਾਈਮ ਦੱਸਣ ਦੇ ਅਜੇ ਵੀ ਤੁਹਾਨੂੰ ਲੱਗਦਾ ਕਿ ਚਲੋ ਮੈਂ ਸੰਧਾਰੀਆ ਸਾਹਿਬ ਉਧਰ ਨੂੰ ਪਤਾ ਨਹੀਂ ਜਾਂਦਾ। ਇੱਕ ਗੱਲ ਹੈਗੀ ਹੈ, ਪੰਜਾਬ ਦੀਆਂ ਸਿਆਸੀ ਪਾਰਟੀਆਂ, ਮਾਣਯੋਗ ਲੀਡਰ ਸਾਹਿਬ ਸਾਰੇ ਸਾਡੇ ਸਤਿਕਾਰਯੋਗ, ਸਾਰੀਆਂ ਪਾਰਟੀਆਂ ਕਹਿੰਦੀਆਂ, ਕੋਈ ਕਹਿੰਦਾ ਮੇਰਾ 30 ਲੱਖ ਮੈਂਬਰ, ਕੋਈ ਕਹਿੰਦਾ 50 ਲੱਖ ਮੈਂਬਰ, ਰੈਲੀਆਂ ਕਰਨੀਆਂ, ਸਾਰਾ ਕੁਝ ਕਰਨਾ, ਰੋਡ ਸ਼ੋਅ ਕਰਨਾ। ਮੈਂ ਕਹਿੰਦਾ ਕਿ ਭਾਈ ਤੁਸੀਂ ਸਾਰੇ ਕਿਸਾਨਾਂ ਦੇ ਹਿਤੈਸ਼ੀ ਆ, ਤੁਸੀਂ ਨਾ ਹੁੰਦੇ ਤੇ ਕੰਮ ਔਖਾ ਹੋ ਜਾਣਾ ਸੀ। ਐਂ ਕਰੋ ਸਾਰੇ ਜਣੇ ਆਪਣੇ ਵਰਕਰਾਂ ਨੂੰ ਕਰੋ ਇਕੱਠੇ, ਤਾਂ ਜਿਨ੍ਹਾਂ ਨੇ ਨਰਮਾ ਬੀਜਿਆ ਨਾ ਉਹ ਮਾਲਵੇ ਵਾਲੇ ਪਾਸੇ,
ਗੁਲਾਬੀ ਸੁੰਡੀ ਕਹਿੰਦੇ ਟੀਂਡਿਆਂ 'ਚ ਵੜੀ ਜਾਂਦੀ ਆ, ਤੁਸੀਂ ਕੁਝ ਨਹੀਂ ਕਰਨਾ, ਬਸ ਇੱਕ ਇੱਕ ਡੰਡਾ ਫੜ ਕੇ ਟੀਂਡੇ ਘੁਮਾਣੇ ਹੀ। ਅੱਛਾ, ਨਹੀਂ ਪਤਾ ਲੱਗੇ ਵੀ ਸੁੰਡੀ ਤੇ ਉਹਦੇ ਅੰਦਰ ਹੋਏ ਤੇ ਬਾਅਦ ਟੀਂਡਾ ਨਾ ਤੋੜ ਦੇਣੇ, ਹੋਰ ਪੰਗਾ ਪੈ ਤੇ ਪਹਿਲਾਂ ਟੀਂਡਾ ਹੀ ਲਾ ਲਓ ਯਾਰ, ਨਾ ਡਰਾ ਰਹੂਗਾ ਟੀਂਡਾ, ਨਾ ਵੜੂ ਗੁਲਾਬੀ ਸੁੰਡੀ। ਆਹ ਪਰ ਮੈਂ ਅਜੇ ਤੱਕ ਇੱਕ ਵੀ ਸਿਆਸੀ ਆਮ ਆਦਮੀ ਪਾਰਟੀ ਦੇ ਸੰਧਵਾ ਸਾਹਿਬ ਤੇ ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਪੂਰਾ ਮੁਆਵਜ਼ਾ ਮਿਲੇ ਜੀ, 2015 ਦੇ ਵਿੱਚ ਜਿੱਦਾਂ ਘਟੀਆ ਕੀਟਨਾਸ਼ਕ ਦਵਾਈਆਂ ਸੀ ਉਦਾਂ ਦੇ ਹਾਲਾਤ ਅੱਜ ਹੋਏ ਪਏ ਆ, ਸਾਰਾ ਨਰਮਾ ਤਬਾਹ ਹੋ ਗਿਆ। ਇੱਕ ਗੱਭਰੂ ਦੀ ਫੋਟੋ ਵੀਡੀਓ ਆਈ ਆ, ਉਹ ਕਹਿੰਦਾ ਜੀ 5 ਏਕੜ ਠੇਕੇ ਤੇ ਲਏ, ਲੱਖ ਰੁਪਈਆ ਉੱਪਰ ਲੱਗ ਗਿਆ, ਸੋਚਿਆ ਇਹ ਸੀ ਕਿ ਭਾਈ ਐਤਕੀ ਨਰਮਾ ਠੀਕ ਵਿਕੂਗਾ ਤਾਂ ਭੈਣ ਦਾ ਵਿਆਹ ਕਰਨਾ। ਯੰਗ ਮੁੰਡਾ, ਨੌਜਵਾਨ ਮੁੰਡਾ, ਤੇ ਉਹਦੇ ਕੱਪੜੇ ਦੇਖ ਕੇ, ਉਹਦੇ ਵਾਲ ਦੇਖ ਕੇ, ਉਹਦੀਆਂ ਗੱਲਾਂ ਸੁਣ ਕੇ ਇਹ ਨਹੀਂ ਸੀ ਲੱਗਦਾ ਕਿ ਬੰਦਾ ਐਵੇਂ ਹੀ ਬੋਲਦਾ। ਅੱਖਾਂ ਭਰਾਈਆਂ ਉਹਦੀਆਂ, ਦਿਲੋਂ ਬੋਲਦਾ ਸੀ। ਕਹਿੰਦਾ ਜੀ ਠੇਕਾ ਵੀ ਦੇਣਾ, ਪੈਸੇ ਵੀ ਉੱਪਰ ਲਾਤੇ, ਆ ਟਿੰਡੇ ਕਹਿੰਦਾ ਮੈਨੂੰ ਤੁਸੀਂ ਦੱਸੋ ਇਹ ਚੋਂ ਕਿਹੜਾ ਤੋੜ ਕੇ ਦਿਖਾਣਾ, ਜਿਹੜਾ ਤੋੜਦੇ ਖਾਲੀ ਸੀ। ਮੈਂ ਖਤਮ ਕਰ ਗਈ ਇਹ ਸੁੰਡੀ ਸਾਰਾ ਕੁਝ, ਦੱਸੋ ਮੈਂ ਜਾਵਾਂ ਕਿੱਧਰ। ਸਪਰੇਆਂ 3 ਕਰ ਦਿੱਤੀਆਂ, ਕਹਿੰਦੇ ਕੱਖ ਅਸਰ ਨਹੀਂ ਹੋਇਆ। ਸੰਧਾਲੀਆ ਸਾਹਿਬ, ਇਹ ਸਮਾਂ ਹੁੰਦਾ, ਇਹ ਸਮਾਂ ਹੁੰਦਾ ਜਦੋਂ ਸਰਕਾਰਾਂ ਨੇ ਤੇ ਸਿਆਸੀ ਪਾਰਟੀਆਂ ਨੇ ਲੋਕ ਸਾਹਮਣੇ ਹੁੰਦੇ ਆ। ਅੱਜ ਜੇ ਕਿਸੇ ਪਾਰਟੀ ਨੂੰ ਲੱਗਦਾ ਕਿ ਭਾਈ ਅਸੀਂ ਕਰੀਏ ਸਰਕਾਰ, ਤਾਂ ਉਹ ਆ ਤੁਹਾਡੇ ਕੋਲ ਬਹੁਤ ਕੁਛ ਆ, ਤੁਹਾਡੀਆਂ ਪਾਰਟੀਆਂ ਕੋਲ ਫੰਡ ਆ, ਤੁਸੀਂ ਲੋਕਾਂ ਨੂੰ ਸਾਂਭ ਸਕਦੇ ਆ। ਬੀਜ ਲੈ ਕੇ ਦੇ ਦਿਓ, ਖੇਤ ਵਾਹੋ, ਡੀਜ਼ਲ ਦਿਓ ਪਿੰਡਾਂ ਵਾਲੇ ਨੂੰ ਕਿ ਭਾਈ ਜਿਹਨਾਂ ਦਾ ਨਰਮਾ, ਸਾਡੇ ਕੋਲ ਟਰੈਕਟਰ ਹੈਗੇ, ਇਹਨਾਂ ਕੋਲ ਹੈਗੇ, ਜਿਹਨਾਂ ਕੋਲ ਸਾੜਨ ਨੂੰ ਟਰੈਕਟਰ ਹੈਗੇ, ਖੇਤ ਵਾਹਣ ਨੂੰ ਵੀ ਟਰੈਕਟਰ ਹੋਣੇ ਆ। ਅਗਲਿਆਂ ਨੇ ਹੁਣ ਉਹ ਵੀ ਕਹਿੰਦਾ ਸੀ, ਕਹਿੰਦਾ ਹੁਣ ਮੱਕੀ ਬੀਜ ਦਿੰਨੇ ਆ, ਵੇਚਣੀ ਕਿੱਥੇ ਆ, ਕਹਿੰਦੇ ਲੈਣੀ ਕਿੱਥੇ, ਦੱਸੋ। ਇਹ ਬਹੁਤ ਵੱਡਾ ਸਵਾਲ ਹੈ। ਉਹ ਮੈਨੂੰ ਐਂ ਲੱਗਦਾ ਸੀ ਕਿ ਉਹ ਵੀਡੀਓ ਜਿਹੜੀ ਕਿਸਾਨੀ ਦਾ ਅਸਲ ਸੱਚ ਹੈ, ਜਿਹੜਾ ਕਿ ਸ਼ਾਇਦ ਅਜੇ ਤੱਕ ਪੰਜਾਬ ਦੇ ਲੀਡਰਾਂ ਨੂੰ ਜਾਂ ਤਾਂ ਹਥਿਆਰ ਨਹੀਂ, ਵਿਖਾਈ ਨਹੀਂ ਦਿੰਦਾ, ਜਾਂ ਉਹ ਵੇਣਾ ਨਹੀਂ ਚਾਹੁੰਦੇ। ਇਹ ਦੇਖੋ ਕਾਰਨ ਹੈ ਵੀ ਮੁਸ਼ਕਲਾਂ ਹੁਣ, ਜਿੱਦਾਂ ਆਪਾਂ ਕਾਂਗਰਸ ਦੀ ਗੱਲ ਕਰੀਏ, ਉਹ ਤੇ ਵੈਸੇ ਅੱਧੋ ਹੀ ਫਿਰਦੀ ਹੈ ਜੀ। ਹੁਣ ਜਿਹੜੇ ਪਹਿਲੇ ਸੀਗੇ ਉਹ ਇਸ ਚੱਕਰ 'ਚ ਵੀ ਸਾਡੇ ਕਿੰਨੇ ਲੱਥ ਜਾਣੇ, ਜਿਹੜੇ ਨਵੇਂ ਨੇ ਉਹਨਾਂ ਨੂੰ ਇਹ ਆ ਵੀ ਅਸੀਂ ਕਿਹੜਾ ਬਣਾ ਲਈਏ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਜਿਹੜੇ 2 ਲੀਡਰਾਂ ਦੀ ਤੁਸੀਂ ਗੱਲ ਕੀਤੀ, ਉਹ ਵਿਚਾਰੇ ਬਿਆਨ ਹੀ ਦੇਣ ਜੋਗੇ ਕਿ ਉਹਨਾਂ ਦਾ ਅਸਲ ਲੀਡਰ ਤੇ ਉਹ ਗੋਆ ਦਿਨ ਤੁਰਿਆ ਫਿਰਦਾ। ਕੌਣ? ਕੇਜਰੀਵਾਲ ਹੋ ਰਹੀ ਹੈ। ਤੇ ਜੇ ਆਪਾਂ ਗੱਲ ਕਰੀਏ ਆਪਣੇ ਇੱਧਰ ਅਕਾਲੀ ਦਲ ਦੀ, ਉਹ ਪੰਜਾਬ 'ਚ ਰੀੜਕਾ ਜਿਹੜਾ ਪਿਆ ਹੀ ਪਿਆ। ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੀਆਂ ਇਲੈਕਸ਼ਨਾਂ ਹੋਈਆਂ, ਆਹੋ ਨਹੀਂ ਤੁਸੀਂ ਨਾ ਗੱਲ ਕਰੋ, ਸਿਰਸਾ ਸਾਹਿਬ ਨੂੰ ਤਾਂ ਕਰਨੀ ਹੀ ਪੈਣੀ ਹੈ ਨਾ। ਦੇਖੋ ਮੇਰੀ ਇਹ ਗੱਲ ਸੁਣੋ, ਉਹਨਾਂ ਦੀ ਪਾਰਟੀ ਜਿੱਤੀ ਜੇ, ਉਹ ਕਹਿੰਦੇ ਗੁਰਦੁਆਰਾ ਡਾਇਰੈਕਟਰ, ਜਿਹੜੇ ਡਾਇਰੈਕਟਰ ਸਾਹਿਬ ਆ ਡਾਇਰੈਕਟੋਰੇਟ ਵਾਲੇ ਆ, ਉਹ ਧੱਕਾ ਕਰ ਰਿਹਾ। ਆਹੋ ਗਲਤ ਹੈ। ਮੈਂ ਨਹੀਂ ਆਂਦਾ ਵੀ ਧੱਕਾ ਕਰ ਰਹੇ, ਨਹੀਂ ਕਰ ਰਹੇ, ਜੋ ਅਦਾਲਤ ਨੇ ਫੈਸਲਾ ਦੇਣਾ। ਹੁਣ ਤੁਸੀਂ ਇਹ ਨਾ ਦੱਸਿਓ ਹੋਇਆ ਕੀ ਆ। ਨਹੀਂ ਦੇਖੋ, ਆਪਾਂ ਤਾਂ ਇੰਨੀ ਗੱਲ ਦੱਸਦੇ ਵੀ ਅਖਬਾਰ ਦੀ ਖਬਰ ਇਹ ਕਹਿੰਦੀ ਆ ਵੀ ਮਨਜਿੰਦਰ ਸਿੰਘ ਸਿਰਸਾ ਸਾਹਿਬ ਹਾਰ ਗਈ, ਪਾਰਟੀ ਜਿੱਤ ਗਈ। ਹੁਣ ਇੱਕ ਹੱਕ ਹੁੰਦਾ ਵੀ ਤੁਸੀਂ ਨੋਮੀਨੇਟ ਕਰ ਦਿਓ ਮੈਂਬਰ, ਸਿਰਸਾ ਸਾਹਿਬ ਦੀ ਨੋਮੀਨੇਸ਼ਨ ਭਰਤੀ। ਹੁਣ ਉੱਥੇ ਰੌਲਾ ਇਹ ਵੀ ਹੈ ਵੀ ਜਿਹੜਾ ਬੰਦਾ ਮੈਂਬਰ ਹੋਊਗਾ ਉਹਨੂੰ ਗੁਰਮੁਖੀ ਆਉਣੀ ਚਾਹੀਦੀ ਹੈ ਜੀ। ਉਹ ਕਹਿੰਦੇ ਵੀ ਠੀਕ ਹੈ, ਟੈਸਟ ਲੈ ਲਓ। ਹੁਣ ਦੂਜੇ ਸਰਨਾ ਭਰਾ ਹੋਣਾ ਦਾ ਕੰਮ ਵਿਰੋਧੀਆਂ ਵਾਲਾ, ਉਹ ਕਹਿੰਦਾ ਨਾ ਟੈਸਟ ਤੇ ਦੇਣਾ ਪੈਣਾ। ਹੁਣ ਉਹਦੇ ਚੋਂ ਗੁਰੂ ਗ੍ਰੰਥ ਸਾਹਿਬ ਦੇ ਇੱਕ ਅੰਗ ਤੋਂ ਉਹਨਾਂ ਨੇ ਆਖਿਆ ਵੀ ਹਾਂਜੀ ਇੱਥੋਂ ਤੁਸੀਂ ਬਾਣੀ ਸੁਣਾਓ ਜੀ। ਉਹ ਜਦੋਂ ਸੁਣਾਉਣ ਲੱਗੇ, ਕਹਿੰਦੇ ਆ ਉਹ ਜਦੋਂ ਸੁਣਾਉਣ ਲੱਗੇ ਤੇ ਕਹਿੰਦੇ ਨਹੀਂ ਸੁਣਾਈ ਗਈ, ਸ਼ੁੱਧ ਨਹੀਂ ਹੈ। ਫਿਰ ਕਹਿੰਦੇ ਵੀ ਆ 45-46 ਸ਼ਬਦ ਨੇ ਜੀ, ਬੋਲ ਦਿੰਨੇ ਆ, ਲਿਖ ਦਿਓ। ਜਿਉਂ ਲਿਖਣ ਲੱਗੇ ਉਹ ਚੋਂ ਵੀ ਕਹਿੰਦੇ ਵੀ ਕੋਈ 26-27 ਗਲਤੀ ਸੀਗੇ। ਨਹੀਂ ਦੇਖੋ, ਸਾਨੂੰ ਬਹੁਤਾ ਗਿਆਨ ਨਹੀਂ ਹੈ, ਪਰ ਇਹ ਕਹਿੰਦੇ ਨੇ, ਅਸੀਂ ਨਹੀਂ ਕਹਿੰਦੇ ਕਿ ਉਹ ਪ੍ਰਧਾਨ ਰਹੇ ਨੇ ਭਾਈ, ਆਪਾਂ ਨਹੀਂ ਕਹਿੰਦੇ ਹਨਾ, ਉਹ ਆਪਾਂ ਸਾਰਿਆਂ ਦੇ ਸਤਿਕਾਰ ਕਰਦੇ ਆ। ਪਰ ਜੇ ਉਚਾਰਨ ਦੇ ਵਿੱਚ ਸਮੱਸਿਆ ਰਹੀ ਹੈ ਜਾਂ ਲਿਖਾਵਟ ਦੇ ਵਿੱਚ ਸਮੱਸਿਆ ਰਹੀ ਹੈ ਤੇ ਆਹੋ ਆਪਾਂ ਨਹੀਂ ਕਹਿੰਦੇ, ਨਾ ਸਾਨੂੰ ਕਹਿਣ ਦੀ ਲੋੜ ਹੈ। ਨਹੀਂ ਆਪਾਂ ਕੱਲ ਹੀ ਕਹਿਣਾ, ਅਦਾਲਤ ਨੇ ਫੈਸਲਾ ਕਰਨਾ। ਅਦਾਲਤ ਦੀ 24 ਤਰੀਕ ਪੈ ਗਈ ਹੈ। ਇੱਕ ਗੱਲ ਹੋਰ ਵੀ ਆ, ਮੈਂ ਕਹਿੰਦਾ ਕਿ ਸਾਰੇ ਬੰਦੇ ਕਹਿੰਦੇ ਹੁੰਦੇ ਪੰਜਾਬ ਪੰਜਾਬੀ ਭਾਸ਼ਾ ਦੇ ਆਧਾਰ ਤੇ ਬਣਿਆ, ਪੰਜਾਬੀ ਇੱਥੇ ਲਾਗੂ ਕਰਾਂਗੇ। ਇੱਕ ਕਾਨੂੰਨ ਦੇ ਹੁੰਦਾ ਨਹੀਂ ਕਹਿਣਾ, ਸਿਆਸੀ ਪਾਰਟੀਆਂ ਦੇ ਵਰਕਰ ਕਹਿ ਦੇਣ ਕਿ ਭਾਈ ਜੇ ਸਿਆਸੀ ਪਾਰਟੀਆਂ ਦੇ ਜਿਹੜਾ ਵੀ ਬੰਦਾ ਉਮੀਦਵਾਰ ਬਣਨਾ ਚਾਹੁੰਦਾ, ਤੁਸੀਂ ਜਦੋਂ ਵੀ ਪਿੰਡ 'ਚ ਆਏ ਤੁਸੀਂ ਬੋਲਣਾ, ਲੀਡਰ ਸਾਹਿਬ ਕੋਲ ਪੰਜਾਬੀ ਲਿਖ ਕੇ। ਆਹੋ ਇਹ ਜ਼ਿਆਦਾ ਵਧੀਆ, ਇਹੀ ਗੱਲ ਹੀ ਆ। ਹੁਣ ਤੁਸੀਂ ਇਹ ਦੇਖੋ ਵੀ ਜੇ ਇਹ ਗੱਲ ਬਾਹਰ ਨਾ ਆਉਂਦੀ ਤੇ ਕਿਸੇ ਦੇ ਦਿਮਾਗ 'ਚ ਵੀ ਨਹੀਂ ਆਉਣੀ ਵੀ ਭਾਈ ਸਾਹਿਬ ਦੇ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦਾ ਮੈਂਬਰ ਬਣਾ ਤੇ ਗੁਰਮੁਖੀ ਪੜ੍ਹਨੀ ਲਿਖਣੀ ਆਉਣੀ ਚਾਹੀਦੀ। ਹਾਂ, ਤਾਂ ਪੰਜਾਬ ਵਾਲੇ ਨੂੰ ਕਿਉਂ ਨਹੀਂ ਆਉਣੀ ਚਾਹੀਦੀ? ਬਸ ਬਹੁਤਾ ਨਹੀਂ, 10 ਕੁ ਲਾਈਨਾਂ ਹੋਰ। ਆਹੋ 45-46 ਅੱਖਰ ਕਿਹੜਾ ਜ਼ਿਆਦਾ ਨਹੀਂ ਹੁੰਦੇ। ਚਲੋ ਜੋ ਵੀ ਹੈ ਵੀ ਕੁੱਲ ਮਿਲਾ ਕੇ ਹੁਣ ਸਿਰਸਾ ਸਾਹਿਬ ਦੀ ਮੈਨੂੰ ਲੱਗਦਾ ਵੀ ਪਹਿਲਾਂ ਮੈਂਬਰੀ ਗਈ ਜਿੱਤਣ ਨਾ ਕਰਕੇ, ਤੇ ਹੁਣ ਸ਼ਾਇਦ ਪ੍ਰਧਾਨਗੀ ਮਿਲਦੀ ਕੋਈ ਮਿਲ ਵੀ ਸਕਦੀ ਆ। ਆਹੋ ਕੋਈ ਗੱਲ ਥੋੜਾ, ਕੁਰਸੀ ਵੀ ਖਿੱਚ ਕੇ ਛੱਡ ਸਕਦਾ। ਇਹਦਾ ਹੁਣ ਟਾਈਮ ਦੱਸੋ, ਆਪਾਂ ਚੱਲੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ, ਤੇ ਇੱਕ ਤੇ ਉਹ ਲਾਈਕ ਕਰਨਾ ਨਾ ਭੁੱਲਿਆ ਕਰੋ। YouTube ਤੇ ਤੁਸੀਂ ਕਰਦੇ ਹੋ, ਉਹਦੇ ਲਈ ਬੜਾ ਧੰਨਵਾਦ। ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।